ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ। ਸਤਨਾਮ ਸ੍ਰੀ ਵਾਹਿਗੁਰੂ ਜੀ। ਗੌੜੀ ਮਹੱਲਾ ਪੰਜਵਾ। ਆਪਨ ਤਨ ਨਹੀਂ ਜਾ ਕੋ ਗਰਬਾ, ਰਾਜ ਮਿਲਖ ਨਹੀਂ ਆਪਨ ਦਰਬਾ। ਆਪਨ ਤਨ ਨਹੀਂ ਜਾ ਕੋ ਗਰਬਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ, ਪਰਮ ਸਨਮਾਨਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀਓ। ਹਜ਼ੂਰ ਦੀ ਬਖਸ਼ਿਸ਼ ਦੁਆਰਾ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਅਕਾਲੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਵਿਆਖਿਆ ਆਰੰਭ ਹੈ। ਗੁਰੂ ਕਿਰਪਾ ਸਦਕਾ ਇਹ ਵਿਚਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 187 ਉੱਪਰ ਪਹੁੰਚੀ ਹੋਈ ਹੈ। ਗੌੜੀ ਰਾਗ ਵਿੱਚ ਸਤਿਗੁਰਾਂ ਦੇ ਉਚਾਰੇ ਮੁੱਖ ਵਾਕ ਬਚਨਾਂ ਦੀ ਵਿਚਾਰ ਇਸ ਵੇਲੇ ਹੋ ਰਹੀ। ਗੌੜੀ ਰਾਗ ਦੇ 105 ਸ਼ਬਦਾਂ ਦੀ ਵਿਚਾਰ ਹੁਣ ਤੱਕ ਹੋ ਚੁੱਕੀ ਹੈ। ਇਸ ਤੋਂ ਅੱਗੇ ਜੋ ਸਤਿਗੁਰੂ ਜੀ ਪਰਮ ਪਵਿੱਤਰ ਉਪਦੇਸ਼ ਬਖਸ਼ ਰਹੇ ਹਨ, ਗੁਰੂ ਕਿਰਪਾ ਸਦਕਾ ਸੰਗਤ ਦੀ ਅਸੀਸ ਦੁਆਰਾ ਹਜ਼ੂਰ ਦੇ ਮੁਖਾਰਬਿੰਦ ਤੋਂ ਉਚਾਰੇ ਬਚਨਾਂ ਨੂੰ, ਪਵਿੱਤਰ ਬਚਨਾਂ ਨੂੰ ਵਿਚਾਰੀਏ ਤੇ ਸੁਣੀਏ। ਗੌੜੀ ਮਹੱਲਾ ਪੰਜਵਾ। ਗੌੜੀ ਰਾਗਣੀ ਅੰਦਰ ਗੁਰਦੇਵ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਫਰਮਾਉਂਦੇ ਨੇ। ਆਪਨ ਤਨ ਨਹੀਂ ਜਾ ਕੋ ਗਰਬਾ। ਹਜ਼ੂਰ ਸਾਨੂੰ ਸਮਝਾ ਰਹੇ ਨੇ ਕਿ ਮਨੁੱਖ ਨੇ ਮੇਰ ਧਾਰਨ ਕੀਤੀ ਹੈ। ਸਰੀਰ ਤੋਂ ਮਮਤਾ ਜਾਂ ਮੇਰ ਸ਼ੁਰੂ ਹੁੰਦੀ। ਮੇਰ ਦਾ ਅਰਥ ਜਿਨ੍ਹਾਂ ਚੀਜ਼ਾਂ ਨੂੰ ਅਸੀਂ ਮੇਰਾ ਮੇਰਾ ਕਹਿੰਦੇ ਹਾਂ, ਇਹਨਾਂ ਬਾਰੇ ਦੱਸ ਰਹੇ ਨੇ ਵੀ ਕਿਵੇਂ ਇਹ ਚੀਜ਼ਾਂ ਤੇਰੀਆਂ ਇਹ ਜੀਵ ਹੋ ਸਕਦੀਆਂ ਹਨ। ਤੇਰਾ ਤਾਂ ਕੁਛ ਵੀ ਨਹੀਂ ਹੈ। ਸਰੀਰ ਨੂੰ ਆਪਣਾ ਰੂਪ ਮੰਨ ਕੇ ਤੇ ਮਨੁੱਖ ਇਹਦੀ ਮੇਰ ਕਰਦਾ, ਤੇ ਇੱਥੋਂ ਹੀ ਮੇਰ ਤੇਰ ਦਾ ਜਨਮ ਹੋਇਆ। ਉਹ ਤੂੰ ਹੈ ਤੇ ਇਹ ਮੈਂ ਆ, ਉਹ ਤੇਰਾ ਹੈ ਤੇ ਇਹ ਮੇਰਾ ਹੈ। ਤੇ ਫਿਰ ਜਿਹੜਾ ਮੇਰਾ ਹੈ ਉਹਦੇ ਨਾਲ ਲਗਾਓ ਹੈ, ਜਿਹੜਾ ਤੇਰਾ ਹੈ ਉਹਦੇ ਨਾਲ ਲਗਾਓ ਨਹੀਂ। ਇਹ ਅਗਿਆਨਤਾ ਹੈ ਅਸਲ ਵਿੱਚ, ਤੇ ਮੇਰਾ ਆਪਣਾ ਕੁਛ ਹੈ ਹੀ ਨਹੀਂ। ਇਹ ਮਹਾਰਾਜ ਸਮਝਾ ਰਹੇ ਨੇ। ਪਿੰਜ ਜੇ ਜਾਣ ਲਵੇਂ, ਸਮਝ ਲਵੇਂ, ਅਕਲ ਤੇਰੀ ਕੰਮ ਕਰੇ, ਤੈਨੂੰ ਪਤਾ ਲੱਗ ਜਾਏ ਵੀ ਮੇਰਾ ਆਪਣਾ ਤਾਂ ਕੁਛ ਹੈ ਹੀ ਨਹੀਂ। ਮੈਂ ਆਪਣਾ ਕਿਉਂ ਕੁਛ ਮੰਨਿਆ ਹੋਇਆ। ਜੇਤੀ ਸਮੱਗਰੀ ਦੇਖੋ ਰੇ ਨਰ, ਤੇਤੀ ਹੀ ਛੱਡ ਜਾਣੇ। ਇਹ ਸਰੀਰ ਅਸੀਂ ਨਹੀਂ ਬਣਾਇਆ, ਆਪਣੀ ਮਰਜ਼ੀ ਨਾਲ ਨਾ ਕਿਤੋਂ ਖਰੀਦ ਕੇ ਲਿਆਂਦਾ, ਨਾ ਆਪਣੀ ਮਰਜ਼ੀ ਨਾਲ ਸਾਡਾ ਜਨਮ ਹੋਇਆ। ਕੁਝ ਗਰੀਬਾਂ ਦੇ ਘਰ ਜੰਮਦੇ ਨੇ, ਕੁਝ ਅਮੀਰਾਂ ਦੇ ਘਰ ਜੰਮਦੇ ਨੇ। ਇੱਕ ਸਾਰੀ ਉਮਰ ਸਰੀਰਕ ਸੁੱਖ ਮਾਣਦੇ ਨੇ, ਇੱਕ ਦੁੱਖ ਦੇ ਸਹਿਦੇ ਰਹਿੰਦੇ, ਭੁੱਖ ਨਾਲ ਹੀ ਘੁਲਦੇ ਰਹਿੰਦੇ। ਮਤਲਬ ਕਿ ਵਾਹਿਗੁਰੂ ਪਰਮਾਤਮਾ ਨੇ ਇਹ ਸਰੀਰ ਸਾਨੂੰ ਦਿੱਤਾ ਹੈ, ਤੇ ਇਸ ਸਰੀਰ ਦੇ ਦੁੱਖ ਸੁੱਖ ਆਦਿਕ ਵੀ, ਗਰੀਬੀ ਮੇਰੀ ਵਡਿਆਈ, ਮਾਨ ਅਪਮਾਨ, ਇਹ ਵੀ ਸਭ ਕੁਝ ਪਰਮਾਤਮਾ ਬਖਸ਼ਿਆ ਹੋਇਆ। ਜੋ ਕੁਝ ਸਰੀਰ ਨਾਲ ਸੰਬੰਧਿਤ ਹੈ ਸਭ ਕੁਝ ਵਾਹਿਗੁਰੂ ਦਾ ਦਿੱਤਾ ਹੋਇਆ। ਸਾਡੇ ਅਖਤਿਆਰ ਵਿੱਚ ਹੈ ਨਹੀਂ, ਪਰ ਅਸੀਂ ਮੰਨ ਬੈਠੇ ਹਾਂ ਕਿ ਇਹ ਸਾਰਾ ਕੁਝ ਸਾਡਾ ਹੈ। ਹਜ਼ੂਰ ਸਮਝਾ ਰਹੇ ਨੇ ਭਈ ਆਪਨ ਤਨ ਨਹੀਂ ਜਾ ਕੋ ਗਰਬਾ। ਜਿਨ੍ਹਾਂ ਜਿਨ੍ਹਾਂ ਵਸਤੂਆਂ ਦਾ ਗਰਬ ਕਰਦਾ। ਇੱਕ ਗਰਭ ਸ਼ਬਦ ਹੁੰਦਾ। ਗਰਭ ਦਾ ਅਰਥ ਹੈ ਪੇਟ,
ਮਾਂ ਦਾ ਗਰਭ, ਮਾਂ ਦਾ ਪੇਟ, ਮਾਂ ਦਾ ਉਦਰ। ਤੇ ਗਰਭ ਸ਼ਬਦ ਬੱਬੇ ਨਾਲ, ਇਹ ਗਰਭ ਜਿਹੜਾ ਸੰਸਕ੍ਰਿਤ ਦਾ ਸ਼ਬਦ ਆ ਗਰਵ, ਉੱਥੋਂ ਬਣਿਆ। ਗਰਭ ਤੋਂ ਹੀ ਅੱਗੇ ਗਰੂਰ ਬਣਿਆ। ਸੋ ਇਸ ਪ੍ਰਕਾਰ ਗਰਵ ਕਰਨਾ, ਹੰਕਾਰ ਕਰਨਾ। ਆਪਨ ਤਨ ਨਹੀਂ ਜਾ ਕੋ ਗਰਬਾ। ਇਹ ਜੀਵ ਆਪਣਾ ਤੇ ਇਹ ਤਨ ਵੀ ਨਹੀਂ ਹੈ, ਇਹ ਸਰੀਰ ਆਪਣਾ ਨਹੀਂ ਹੈ, ਵਾਹਿਗੁਰੂ ਦਾ ਦਿੱਤਾ ਹੋਇਆ। ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਜਿਸ ਕਾ ਤਨ ਮਨ ਧਨ ਸਭ ਤਿਸ ਕਾ। ਜਿਹਦਾ ਤਨ ਹੈ, ਮਨ ਹੈ, ਜੀਵ ਆਤਮਾ ਹੈ, ਇੰਦਰੇ ਹਨ, ਧਨ ਵੀ ਫਿਰ ਉਸੇ ਦਾ ਹੋਇਆ ਨਾ। ਆਪਨ ਤਨ ਨਹੀਂ, ਇਹ ਤਨ ਆਪਣਾ ਨਹੀਂ ਹੈ। ਨਾ ਸਥੂਲ ਦੇਹ ਆਪਣੀ ਹੈ, ਨਾ ਸੂਖਮ ਜਿਹੜਾ ਇੰਦਰੀਆਂ ਦਾ ਸਰੀਰ ਹੈ, ਸੂਖਮ ਸਰੀਰ ਇੰਦਰੀਆਂ ਦਾ ਸਮੁਦਾਇ ਇਕੱਠਾ ਹੋਇਆ ਮਨ ਸਮੇਤ, ਉਹ ਵੀ ਆਪਣਾ ਨਹੀਂ। ਜਿਸ ਦਾ ਤੂੰ ਗਰਵ ਕਰਦਾ, ਇਹ ਤਨ ਜਿਸ ਦਾ ਮਨੁੱਖ ਨੂੰ ਗਰਵ ਹੈ, ਹੰਕਾਰ ਹੈ, ਇਹ ਆਪਨ ਨਹੀਂ। ਵਿਸ਼ਰਾਮ ਇੱਥੇ ਲੱਗੇਗਾ, ਆਪਨ ਤਨ ਨਹੀਂ, ਚੇਤਾ ਰੱਖਣਾ। ਜੇ ਇੰਜ ਪਾਠ ਕਰਾਂਗੇ ਆਪਨ ਤਨ ਨਹੀਂ ਜਾ ਕੋ ਗਰਬਾ, ਤੇ ਅਰਥ ਹੋਰ ਬਣ ਜਾਏਗਾ। ਆਪਨ ਤਨ ਨਹੀਂ ਜਾ ਕੋ ਗਰਬਾ, ਜਿਸ ਦਾ ਗਰਭ ਹੰਕਾਰ ਹੈ ਉਹ ਤਨ ਆਪਣਾ ਨਹੀਂ ਹੈ। ਰਾਜ ਮਿਲਖ ਨਹੀਂ ਆਪਨ ਦਰਬਾ। ਇਸ ਪੰਕਤੀ ਵਿੱਚ ਮਿਲਖ ਤੇ ਵਿਸ਼ਰਾਮ ਹੈ, ਨਹੀਂ ਆਪਨ ਦਰਬਾ ਅੱਗੇ ਹੈ। ਪਰ ਨਹੀਂ ਜੋ ਸ਼ਬਦ ਹੈ ਇਹ ਦੇਲੀ ਦੀਪਕ ਹੈ। ਵਿਦਵਾਨਾਂ ਦੀ ਬੋਲੀ 'ਚ ਇਹਨੂੰ ਕਹਿੰਦੇ ਨੇ ਦੇਲੀ ਦੀਪਕ। ਦੇਲੀ ਹੁੰਦੀ ਹੈ ਦਹਲੀਜ਼, ਦਰਵਾਜ਼ੇ ਦੀ ਦਹਲੀਜ਼ ਦੇ ਉੱਤੇ ਦੀਵਾ ਰੱਖਿਆ ਹੁੰਦਾ, ਉਹ ਅੰਦਰ ਵੀ ਚਾਨਣ ਕਰਦਾ ਤੇ ਬਾਹਰ ਵੀ ਚਾਨਣ ਕਰਦਾ। ਇਸ ਕਰਕੇ ਇਹਨੂੰ ਕਹਿੰਦੇ ਨੇ ਦੇਲੀ ਦੀਪਕ। ਮਤਲਬ ਵੀ ਇਹ ਨਹੀਂ ਦੇ ਅਰਥ ਦੋਹੀਂ ਪਾਸਿਓਂ ਲੱਗਣਗੇ। ਰਾਜ ਮਿਲਖ ਨਹੀਂ ਆਪਨ ਦਰਬਾ। ਮਹਾਰਾਜ ਕਹਿੰਦੇ ਨੇ ਰਾਜ ਜੇ ਪ੍ਰਾਪਤ ਹੋਇਆ, ਰਾਜ ਸੰਸਾਰਕ ਸੁੱਖ ਸਾਂਦ ਜਿਹੜੇ ਸਮੱਗਰੀ ਆ, ਸੁੱਖ ਦੇ ਸਾਧਨ, ਜਦ ਤਖਤ ਦਾ ਰਾਜ ਵੀ ਤਖਤ 'ਤੇ ਬੈਠਣਾ ਮਿਲ ਜਾਣਾ, ਪਰਜਾ ਉੱਪਰ ਲੋਕਾਂ ਦੇ ਹੁਕਮ ਚੱਲਣਾ, ਉਹਨੂੰ ਰਾਜ ਕਹਿੰਦੇ ਨੇ। ਵੀ ਇਹ ਰਾਜਾ ਹੁਕਮ ਚਲਾਉਣ ਵਾਲਾ, ਇਹਦਾ ਰਾਜ ਚੱਲਦਾ। ਰਾਜ ਤੇ ਮਿਲਖ, ਮਿਲਖ ਦਾ ਅਰਥ ਹੈ ਜਗੀਰ, ਜ਼ਮੀਨ, ਜਾਇਦਾਦ। ਤੇ ਦਰਬਾ ਧਨ, ਹੰਕਾਰ, ਧਨ ਮਾਇਆ ਜਿਸ ਦਾ ਅਸੀਂ ਹੰਕਾਰ ਕਰਦੇ। ਮਹਾਰਾਜ ਕਹਿੰਦੇ ਇਹ ਰਾਜ ਦਾ, ਮਿਲਖ ਦਾ, ਦਰਬ ਧਨ ਦਾ ਜੋ ਮਾਣ ਕਰਦਾ ਇਹ ਵਿਅਰਥ ਹੈ, ਕਿਉਂਕਿ ਇਹ ਚੀਜ਼ਾਂ ਆਪਣੀਆਂ ਨੇ। ਰਾਜ ਮਿਲਖ ਨਹੀਂ ਆਪਨ ਦਰਬਾ। ਨਾ ਆਪਣਾ ਦਰਬ ਧਨ ਹੈ, ਨਾ ਰਾਜ ਤੇ ਨਾ ਮਿਲਖ, ਜਗੀਰ, ਜ਼ਮੀਨ, ਜਾਇਦਾਦ, ਇਹ ਕੁਛ ਵੀ ਆਪਣਾ ਨਹੀਂ ਹੈ। ਆਪਨ ਨਹੀਂ ਕਾਕਉ ਲਪਟਾਇਓ। ਜਦੋਂ ਆਪਣਾ ਕੁਛ ਹੈ ਹੀ ਨਹੀਂ ਤੇ ਫਿਰ ਕਾਕਉ ਲਪਟਾਇਓ। ਕਿਸ ਵਾਸਤੇ ਚੰਬੜਿਆ ਹੋਇਆ, ਜਿਨ੍ਹਾਂ ਚੀਜ਼ਾਂ ਨਾਲ ਚੰਬੜਿਆ ਹੋਇਆ ਇਹਨਾਂ 'ਚੋਂ ਤੇ ਆਪਣਾ ਕੁਛ ਵੀ ਨਹੀਂ ਹੈ। ਕਾਹਦੇ ਵਾਸਤੇ ਲੰਪਟ ਹੋ ਰਿਹਾ, ਕਾਹਦੇ ਵਾਸਤੇ ਫਸ ਰਿਹਾ, ਕਾਹਦੇ ਵਾਸਤੇ ਚੰਬੜ ਰਿਹਾ ਇਹ ਜੀਵ, ਜਦੋਂ ਆਪਣਾ ਕੁਛ ਹੈ ਹੀ ਨਹੀਂ। ਆਪਨ ਨਾਮ ਸਤਿਗੁਰ ਤੇ ਪਾਇਓ। ਆਪਣਾ ਹੋਣ ਵਾਲਾ, ਆਪਣਾ ਬਣ ਕੇ ਚੱਲਣ ਵਾਲਾ, ਆਪਣਾ ਸਹਾਈ ਹੋਣ ਵਾਲਾ, ਆਪਣੇ ਨਾਲ ਨਿਭਣ ਵਾਲਾ, ਉਹ ਕਿਆ ਹੈ? ਵਾਹਿਗੁਰੂ ਜੀ ਦਾ ਨਾਮ। ਆਪਣਾ ਤਾਂ ਨਾਮ ਹੈ ਜਿਹਨੇ ਸਾਡੀ ਸਹਾਇਤਾ ਕਰਨੀ, ਜਿਹੜਾ ਸਦਾ ਦਾ ਸਾਥੀ ਹੋਵੇ ਉਹ ਹੁੰਦਾ ਆਪਣਾ। ਉਹ ਆਪਣਾ ਨਾਮ ਹੈ, ਵਾਹਿਗੁਰੂ ਦਾ ਨਾਮ। ਜਾਨੇ ਆਪਣਾ ਸਾਡਾ ਜੋ ਸਾਡੀ ਸਹਾਇਤਾ ਕਰਨ ਵਾਲਾ ਉਹ ਵਾਹਿਗੁਰੂ ਦਾ ਨਾਮ ਹੈ। ਉਹ ਪ੍ਰਾਪਤ ਕਿੱਥੋਂ ਹੁੰਦਾ? ਸਤਿਗੁਰ ਤੇ ਪਾਇਓ। ਜਿਹਨੇ ਵੀ ਪਾਇਆ ਹੈ ਪੂਰੇ ਸਤਿਗੁਰੂ ਪਾਸੋਂ ਪ੍ਰਾਪਤ ਕੀਤਾ। ਯਾਨੀ ਸਾਨੂੰ ਸਮਝਾ ਰਹੇ ਨੇ ਤੇਰੇ ਜੀਵਨ ਦਾ ਲਕਸ਼ ਹੈ ਸਤਿਗੁਰੂ ਦੀ ਸ਼ਰਨ ਪੈ ਕੇ ਨਾਮ ਦੀ ਪ੍ਰਾਪਤੀ ਕਰਨੀ। ਧੰਨ ਧੰਨ ਸੋ ਗੁਰਸਿੱਖ ਕਹੀਐ, ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ। ਸਲਾਹੁਣ ਯੋਗ ਤਾਂ ਉਹੀ ਗੁਰਸਿੱਖ ਹੈ ਜਿਹਨੇ ਸਤਿਗੁਰੂ ਦੇ ਦਰ ਦੀ ਸੇਵਾ ਕਮਾ ਕੇ ਤੇ ਖਟਿਆ ਹਰੀ ਦਾ ਨਾਮ। ਸਤਿਗੁਰੂ ਦੀ ਪ੍ਰਸੰਨਤਾ ਵਿੱਚੋਂ ਇਹ ਮਿਲਦਾ। ਆਪਣਾ ਨਾਮ ਹੈ, ਆਪਣੀ ਸਹਾਇਤਾ ਕਰਨ ਵਾਲਾ ਵਾਹਿਗੁਰੂ ਜੀ ਦਾ ਨਾਮ ਹੈ, ਤੇ ਉਹ ਸਤਿਗੁਰੂ ਦੇ ਪਾਸੋਂ ਪ੍ਰਾਪਤ ਕੀਤਾ ਜਾਂਦਾ। ਰਹਾਓ ਸੁਤ ਬਨਤਾ ਆਪਨ ਨਹੀਂ ਭਾਈ। ਹੁਣ ਨਹੀਂ ਵੀ ਸਾਰਿਆਂ ਨਾਲ ਲੱਗੇਗਾ। ਮਹਾਰਾਜ ਕਹਿੰਦੇ ਨਹੀਂ ਆਪਣੇ ਪੁੱਤਰ, ਨਹੀਂ ਆਪਣੀ ਇਸਤਰੀ, ਤੇ ਨਹੀਂ ਹਨ ਆਪਣੇ ਸਕੇ ਅੰਮਾ ਜਾਏ ਭਰਾ। ਕਿਉਂਕਿ ਹਜ਼ੂਰ ਨੇ ਕਿਹਾ ਕਤੰਚ ਮਾਤਾ ਕਤੰਚ ਬਨਤਾ, ਕਤੰਚ ਮਾਤਾ ਕਤੰਚ ਪਿਤਾ, ਕਤੰਚ ਬਨਤਾ ਹੈ ਵਿਨੋਦ ਸੁਤ ਹੈ।
बनता विनोद सुत है। कतंच भ्रात मीत हित बंधव, कतंच मोह कुटुंब्यते, कतंच अपल मोनि रूपं पेखंते त्यागं क्रोध, रहंत संग भगवान सिमरन, नानक लब्ध्यं अच्युत तनह। श्री गुरु अर्जन देव महाराज के मुख वाक बचन सलोक सहस्कृति महला पंजवा। ये शुरू इत्थों होंदे ने। कतंच दे 4 अर्थ किए महापुरुषों ने। कदों कदी है माता, कदों कदा है पिता, कदों तक रहणगे, और कित्थे इन्हां दा मोह, क्या है इन्हां दा मोह। और कईयां दा माता पिता तू बनिया, कई माता पिता तेरे बने, कई पिछले जन्मां तेरियां इस्त्रियां बनियां, पुत्र बने, कदों कदे ने, कदों तक रहणगे, क्या है मोह इन्हां दा। सो इस प्रकार ये जिहड़ी चपल मोहनी माया है चंचल, इहदा जिहड़ा रूप दिखाई दे रहा 4 चफेरे, ये वेखदियां वेखदियां सारा कुछ तेरा त्याग कर जाणगे। जदों तू जाएगा इस दुनिया तो सब दा त्याग हो जाना, तेरे नाल तो निभना नहीं किसी ने, सब दा त्याग हो जाना। फिर महाराज नाल की निभदा, रहंत संग भगवान सिमरन। हजूर कहते हैं भगवान परमात्मा का सिमरन किया होया संग साथ रहिंदा है। प्राप्त कित्थों हुंदा जी? संत जन, अच्युत अविनाशी जो परमेश्वर है, उहदे तनह जिहड़े पुत्र हैं संत जन। संत जना, साधु जना, गुरमुख जना की संगत विचों लभदा वाहिगुरू दा नाम। सो इस प्रकार हजूर कहते ने भी किसी दे भी अपने नहीं हैं पुत्र, इस्त्री ते भरा। अपने तां ही होने जे सदा साडे नाल रहण, तां सदा वास्ते अपने नहीं हैं, संबंध बने हुए ने। इष्ट मीत आप बाप ना माई, ये ना शब्द भी सारिਆਂ ਨਾਲ लगेगा अर्थ वास्ते। इष्ट प्यारे मीत मित्र, ते बाप पिता ते माई माता। हजूर कहते ने आप ये अपने नहीं हैं, अपना इन्हां 'च कोई भी नहीं है। ये जिहड़े सारे ने ना, इन्हां 'चों अपना नहीं हो कोई भी। जदों तक शरीर है संबंध तो हैं बने हुए, अपने फर्ज अदा करने ने। माता पिता का सत्कार करना, आग्या का पालन करना, उन्होंने सेवा करनी, बच्चों को पढ़ाना लिखाना, सब कुछ है। पर महाराज सुना रहे ने, सानू समझा रहे ने भी मोह ना कर, इन्हों अपने समझ के भी इहो कुछ ही है। नहीं, तेरी जीव आत्मा के कम आने वाला वाहिगुरू का नाम है, ये सदा नहीं तेरे नाल रहने। इहो जे कई माता पिता तू पिछे बनाए, अगे बन गए, खरे की कुछ होवे। सोयना रूपा फुन नहीं दाम। हुण नहीं जिहड़ा शब्द है भी अर्थ वास्ते सारिਆਂ ਨਾਲ लगदा, ना तो जमा किया सोना तेरा अपना होएगा। जे तू रूपा, रूपा तो ही रुपया शब्द बनया, क्योंकि पुराने समय च हिंदुस्तान जिहड़े दमड़े सन वो रुपये चांदी के होंदे सी, इस करके रुपये कहा जाता सी। उतों शब्द बनया रुपया। हिंदुस्तान की करंसी जिहड़ा रुपइयां विच आ, ये चांदी के रुपये, चांदी के दमड़े सिक्के होंदे सी, इस करके उसका नाम रखा गया रुपया। सोना ते रूपा चांदी, फुन अते बौड़ो नहीं दाम। ते जो दाम धन है, दमड़ा है, खजाना जोड़िया होया, ये भी नहीं अपना है। हैवर गैवर आपन नहीं काम। हैवर का अर्थ है घोड़े वर श्रेष्ठ, गै हाथी वर श्रेष्ठ। चंगे तगड़े तगड़े घोड़े, हवा की चाल चलण वाले, बड़े बड़े तगड़े रिष्ट पुष्ट हाथी, ऐरावत हाथी, ये भी तेरे कोल होण तां अपना नहीं काम। तेरे अपने काम नहीं होने हैं। जिहड़ा अंत समा होना, जां जिस तरह इस आत्मा का भला होना, जिथे सहायता होंदी आत्मा की, उत्थे ये नहीं जाणगे। जिथे आत्मा की सहायता की लोड़ पई ना अपनी निज आत्मा वास्ते, उत्थे ये चीज़ां नहीं अपनियां बनणगीਆਂ। कहो नानक जो गुर बख्श मिलाया। सतगुरु मोह तोड़ रहे ने संसार वालों, तो ये सारा कुछ जिहदे च तू वसदा है, इन्हां नाल नेह ना ला ला, चंबड़ ना जा। हजूर कहते ने भाई सिखो, तुसीं भी ये गल कहो। सतगुरु तो कह ही रहे ने, कहते कहो ये गल, जो गुर बख्श मिलाया। जिहड़ा जीव, जिहड़ा मनुख, जिहड़ा सिख सतगुरां नूं भा गया, तो सतगुरु ने उहदे सारे गुनाह बख्श दिते। तो उसनूं बख्शिंद सतगुरु ने बख्शिश करके बख्श के वाहिगुरू नाल मिला दिता। तिसका सब किश जिसका हर राया। फिर की होया?
ਜਿਸ ਵਿਅਕਤੀ ਦਾ ਬਣ ਗਿਆ ਹਰੀ ਪਰਮਾਤਮਾ ਜੋ ਰਾਜਾ ਰੂਪ ਹੈ, ਸਾਰੀ ਸ੍ਰਿਸ਼ਟੀ ਦਾ ਮਾਲਕ ਵਾਹਿਗੁਰੂ ਜਿਸ ਦਾ ਬਣ ਗਿਆ, ਤਿਸ ਦਾ ਸਭ ਕੁਛ, ਉਹਦਾ ਸਭ ਕੁਛ ਹੀ ਹੋ ਗਿਆ। ਕਿਉਂਕਿ ਜੋ ਕੁਛ ਠਾਕੁਰ ਕਾ ਸੋ ਸੇਵਕ ਕਾ, ਸੇਵਕ ਠਾਕੁਰ ਹੀ ਸੰਗ ਜਾਹਰ ਜੀਓ। ਠਾਕੁਰ ਨਾਲ ਜੁੜਿਆ ਹੋਇਆ ਸੇਵਕ ਤਾਂ ਵਾਹਿਗੁਰੂ ਨੂੰ ਪ੍ਰਗਟ ਕਰਦਾ ਸੰਸਾਰ ਵਿੱਚ, ਇਹ ਮੇਰਾ ਭਗਤ ਹੈ, ਮੇਰਾ ਸੰਤ ਹੈ, ਇਹ ਮੇਰੇ ਨਾਲ ਜੁੜਿਆ ਹੋਇਆ। ਜੋ ਕੁਝ ਠਾਕੁਰ ਦਾ ਹੈ ਉਹਨੇ ਸੇਵਕਾਂ ਤੋਂ ਲੁਕਾਇਆ ਨਹੀਂ। ਉਹਨੇ ਕਿਉਂ ਲੁਕਾਉਣਾ? ਵਾਹਿਗੁਰੂ ਨੇ। ਪਰਮਾਤਮਾ ਆਪਣੇ ਪਿਆਰਿਆਂ ਤੋਂ ਕੁਛ ਲੁਕਾਉਂਦਾ ਨਹੀਂ ਹੈ, ਕਿਉਂਕਿ ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਸਤਿਗੁਰੂ ਅਰਜਨ ਦੇਵ ਮਹਾਰਾਜ ਦਾ ਬਚਨ ਹੈ ਵੀ ਸਾਰੇ ਨਿਧਾਨ ਖਜ਼ਾਨੇ 10 ਤੇ ਅਸ਼ਟ 8 18 ਸਿੱਧੀਆਂ ਠਾਕੁਰ ਅਕਾਲ ਪੁਰਖ ਮਾਲਕ ਨੇ ਕਰ ਤਲ ਹੱਥ ਦੀ ਤਲੀ ਤੇ ਇਹ ਸਾਰਾ ਰੱਖਿਆ ਹੈ। ਵੀ ਜਦੋਂ ਕੋਈ ਪਾਤਰ ਬਣਿਆ, ਸੇਵਕ ਨੂੰ ਲੋੜ ਪਈ ਤੇ ਖਜ਼ਾਨੇ ਚੋਂ ਕੱਢਦਿਆਂ ਦੇਰੀ ਲੱਗੇਗੀ। ਪਰਮਾਤਮਾ ਆਪਣੇ ਸੇਵਕਾਂ ਨੂੰ ਕੁਝ ਬਖਸ਼ਣ ਲੱਗਾ ਕਾਹਲੀ ਵਿੱਚ ਹੈ, ਛੇਤੀ ਨਾਲ ਬਖਸ਼ ਦਿੰਦਾ, ਲੁਕਾਉਂਦਾ ਕੁਛ ਨਹੀਂ। ਸੋ ਇਸ ਪ੍ਰਕਾਰ ਜਿਸ ਦਾ ਹਰੀ ਰਾਜਾ ਬਣ ਗਿਆ, ਪਰਮਾਤਮਾ ਅਕਾਲ ਪੁਰਖ ਨੂੰ ਜਿਹਨੇ ਆਪਣਾ ਰਾਜਾ ਬਣਾ ਲਿਆ, ਸਾਂਝ ਪਾ ਲਈ, ਤੇ ਪਰਮਾਤਮਾ ਦੇ ਖਜ਼ਾਨੇ ਤੇ ਮੁੱਕਣ ਵਾਲੇ ਹੀ ਨਹੀਂ ਕਦੇ। ਉਸ ਵਿਅਕਤੀ ਦਾ, ਉਸ ਬ੍ਰਹਮ ਗਿਆਨੀ ਦਾ ਸਭ ਕੁਝ ਹੀ ਹੋ ਗਿਆ, ਸਾਰਾ ਕੁਝ ਉਹਦਾ ਬਣ ਗਿਆ, ਜੋ ਕੁਝ ਪਰਮਾਤਮਾ ਦਾ ਹੈ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗਣੀ ਅੰਦਰ ਗੁਰਦੇਵ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਚਨ ਫਰਮਾ ਰਹੇ, ਗੁਰ ਕੇ ਚਰਨ ਉੱਪਰ ਮੇਰੇ ਮਾਥੇ। ਸਤਿਗੁਰੂ ਸਾਡੀ ਸ਼ਰਧਾ ਬਣਾ ਰਹੇ ਨੇ, ਸਾਨੂੰ ਦੱਸ ਰਹੇ ਨੇ ਵੀ ਸਤਿਗੁਰੂ ਦੇ ਪ੍ਰਤੀ ਇਹੋ ਜਿਹੀ ਭਾਵਨਾ ਚਾਹੀਦੀ। ਧੰਨ ਗੁਰੂ ਰਾਮਦਾਸ ਪਿਤਾ ਜੀ ਦੇ ਜੋ ਪਵਿੱਤਰ ਮੁਬਾਰਕ ਚਰਨ ਹਨ, ਉਹ ਮੇਰੇ ਮੁੱਖ ਮਸਤਕ ਦੇ ਉੱਪਰ ਹਨ, ਮੇਰੇ ਮੱਥੇ ਤੇ, ਮੇਰੇ ਸਿਰ ਦੇ ਉੱਪਰ ਸਤਿਗੁਰੂ ਦੇ ਚਰਨ ਨੇ। ਮੈਂ ਚਾਹੁੰਦਾ ਵੀ ਸਤਿਗੁਰੂ ਦੇ ਚਰਨ ਮੇਰੇ ਸਿਰ ਦੇ ਉੱਤੇ ਰਹਿਣ, ਮੇਰੇ ਮੱਥੇ ਤੇ ਰਹਿਣ ਸਤਿਗੁਰਾਂ ਦੇ ਚਰਨ, ਹੇਠਾਂ ਨਾ ਹੋਣ। ਭਾਵ ਮੈਂ ਆਪਣਾ ਮਸਤਕ ਸਦਾ ਸਤਿਗੁਰੂ ਦੇ ਚਰਨਾਂ ਵਿੱਚ ਹੀ ਝੁਕਾ ਕੇ ਰੱਖਾਂ, ਐਸੀ ਭਾਵਨਾ ਚਾਹੀਦੀ ਹੈ। ਜੇ ਮੈਂ ਇੰਜ ਕੀਤਾ ਤਾਂ ਤੇ ਦੁੱਖ ਮੇਰੇ ਸਗਲੇ ਲਾਥੇ। ਇਸ ਕਰਕੇ ਮੇਰੇ ਸਾਰੇ ਦੁੱਖ ਲੱਥ ਗਏ। ਜਿਹਨੂੰ ਸਤਿਗੁਰੂ ਦੇ ਚਰਨਾਂ ਵਿੱਚ ਸਿਰ ਝੁਕਾਉਣਾ ਆ ਗਿਆ, ਜਿਹਦਾ ਸਿਰ ਮੁੱਖ ਮਸਤਕ ਹਿਰਦਾ ਸਤਿਗੁਰੂ ਦੇ ਚਰਨਾਂ 'ਚ ਝੁਕ ਗਿਆ ਨਾ, ਜਿਹਨੇ ਆਪਣਾ ਮੱਥਾ ਸਤਿਗੁਰੂ ਦੇ ਚਰਨੀ ਲਾ ਦਿੱਤਾ, ਜਾਂ ਕਹ ਮਸਤਕ ਹਾਥ ਗੁਰ ਧਰੈ ਸੁਦਾ ਸੰਦੇਸਾ ਕਾਹੇ ਕਰੈ, ਫਿਰ ਉਹਨੂੰ ਕੀ ਤੋਟ ਰਹਿ ਜਾਏਗੀ? ਫਿਰ ਕਹਿੰਦੇ ਦੁੱਖ ਕਿਵੇਂ ਲਾਗੇ ਆ ਸਕਦਾ? ਇਸ ਕਰਕੇ ਮੇਰੇ ਸਾਰੇ ਦੁੱਖ ਲੱਥ ਗਏ। ਸਤਿਗੁਰ ਆਪਣੇ ਕੋ ਕੁਰਬਾਨੀ, ਆਪਣੇ ਸਤਿਗੁਰੂ ਦੇ ਉੱਪਰੋਂ ਮੈਂ ਕੁਰਬਾਨ ਸਦਕੇ ਬਲਿਹਾਰ ਜਾਵਾਂ। ਆਤਮ ਚੀਨ ਪਰਮ ਰੰਗ ਮਾਨੀ। ਸਤਿਗੁਰੂ ਦੇ ਚਰਨੀ ਲੱਗ ਕੇ ਸਤਿਗੁਰੂ ਦੀ ਬਖਸ਼ਿਸ਼ ਨਾਲ ਆਪਣੇ ਆਪ ਨੂੰ ਪੜਚੋਲਿਆ ਜਾਂਦਾ, ਪੜਤਾਲਿਆ ਜਾਂਦਾ। ਆਤਮ ਚੀਨ, ਆਪਣੇ ਆਪ ਨੂੰ ਚੀਨ ਕੇ, ਜਾਣ ਕੇ ਆਪਣੇ ਸਰੂਪ ਨੂੰ, ਆਤਮਾ ਨੂੰ। ਆਤਮਾ ਹੀ ਆਪਣਾ ਸਰੂਪ ਹੈ ਨਾ, ਸਰੀਰ ਤੇ ਆਪਣਾ ਸਰੂਪ ਨਹੀਂ ਹੈ। ਮਨ ਤੋਂ ਜੋਤ ਸਰੂਪ ਹੈ। ਆਪਣੇ ਆਪੇ ਨੂੰ, ਆਤਮਿਕ ਜੀਵਨ ਨੂੰ ਪੜਚੋਲ ਪੜਤਾਲ ਕੇ ਪਰਮ ਰੰਗ ਮਾਨੇ। ਪਰਮ ਰੰਗ ਨੂੰ ਤਾਂ ਹੀ ਮਾਣਿਆ ਜਾਂਦਾ ਹੈ, ਪਰਮ ਰੰਗ, ਪਰਮ ਆਨੰਦ, ਵਾਹਿਗੁਰੂ ਦੀ ਪ੍ਰਾਪਤੀ ਦਾ ਆਨੰਦ ਤਾਂ ਹੀ ਅਸੀਂ ਮਾਣ ਰਹੇ ਹਾਂ, ਜਾਂ ਇੰਝ ਕਹਿ ਲਓ ਵੀ ਤਾਂ ਮਾਣਿਆ ਜਾ ਸਕਦਾ। ਰਹਾਓ, ਚਰਨ ਰੇਣ ਗੁਰ ਕੀ ਮੁਖ ਲਾਗੀ। ਜਿਸ ਸਿੱਖ ਦੇ ਮੁੱਖ ਮਸਤਕ ਤੇ, ਮੂੰਹ ਮੱਥੇ ਤੇ ਸਤਿਗੁਰੂ ਦੇ ਚਰਨਾਂ ਦੀ ਧੂੜ ਲੱਗ ਗਈ ਨਾ, ਗੁਰੂ ਦੇ ਚਰਨਾਂ ਦੀ ਧੂੜ ਜਿਹਦੇ ਮੁੱਖ ਮਸਤਕ ਤੇ ਲੱਗੀ, ਉਹਨੂੰ ਕੀ ਫਲ ਮਿਲਿਆ, ਕੀ ਬਖਸ਼ਿਸ਼ ਹੋਈ? ਕਿਉਂਕਿ ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਅਹੂੰ ਬੁੱਧ ਤਿਨ ਸਗਲ ਤਿਆਗੀ। ਅਹੂੰ ਵਾਲੀ, ਹੰਗਤਾ ਵਾਲੀ ਕਿ ਮੈਂ ਹਾਂ, ਇਹ ਬੁੱਧੀ ਧਾਰਨ ਕੀਤੀ ਹੈ ਨਾ ਮਨੁੱਖ ਨੇ। ਹੰਗਤਾ ਵਾਲੀ ਬੁੱਧੀ ਉਹਨੇ ਸਾਰੀ ਤਿਆਗ ਦਿੱਤੀ ਹੈ। ਉਹ ਜੀਵਤ ਭਾਵ ਤੋਂ ਮਰ ਗਿਆ ਹੈ, ਉਹਨੇ ਹੰਕਾਰ ਨਹੀਂ ਅੰਦਰ ਰੱਖਿਆ। ਗੁਰ ਕਾ ਸ਼ਬਦ ਲੱਗੋ ਮਨ ਮੀਠਾ। ਜਿਸ ਜੀਵ ਦੇ ਮਨ ਅੰਦਰ ਸਤਿਗੁਰੂ ਦਾ ਸ਼ਬਦ ਪਿਆਰਾ ਲੱਗਾ, ਮਿੱਠਾ ਲੱਗਾ, ਮਨ ਜਾਗਿਆ ਕਿ ਇਹ ਨਿਸ਼ਾਨੀ ਮਿੱਠੀ ਲੱਗ ਗਿਆ ਗੁਰ ਕੀ ਬਾਣੀ। ਹਿਰਦੇ ਅੰਦਰ ਗੁਰੂ ਦੀ ਬਾਣੀ ਮਿੱਠੀ ਲੱਗੇ, ਪਿਆਰੀ ਲੱਗੇ। ਮਿੱਠਾ ਲੱਗਣ ਤੋਂ ਮਤਲਬ ਹੈ ਪਿਆਰਾ ਲੱਗੇ ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼, ਗੁਰੂ ਦੇ ਮੁਖ ਤੋਂ ਨਿਕਲਿਆ ਬਚਨ। ਪਾਰ ਬ੍ਰਹਮ ਤਾਤੇ ਮੋਹਿ ਡੀਠਾ। ਜੇ ਗੁਰੂ ਦਾ ਸ਼ਬਦ ਮਿੱਠਾ ਲੱਗਾ
ਤਾਂ ਹੀ ਤਾਂ ਪਾਰ ਬ੍ਰਹਮ ਪਰਮਾਤਮਾ ਨੂੰ ਡੀਠਾ ਵੇਖ ਲਿਆ ਹੈ। ਨਾਨਕ ਸੇ ਅੱਖੜੀਆਂ ਬਿਆਨ ਜਿਨ ਰਸੰਦੋ ਮਾਂ ਪਿਰੀ, ਜਿਨ੍ਹਾਂ ਅੱਖਾਂ ਨਾਲ ਦਿਸਦਾ ਮੇਰਾ ਪਿਆਰਾ ਉਹ ਅੱਖਾਂ ਹੋਰ ਨੇ। ਉਹ ਸਤਿਗੁਰੂ ਦੇ ਪਾਸੋਂ ਨੇਤਰ ਮਿਲ ਗਏ, ਜਿਨ੍ਹਾਂ ਨੇਤਰਾਂ ਨਾਲ ਵਾਹਿਗੁਰੂ ਮੈਂ ਪੇਖਿਓ ਰੀ ਉੱਚਾ ਮੋਹਨ ਸਭ ਤੇ ਉੱਚਾ, ਸਾਰਿਆਂ ਤੋਂ ਉੱਚਾ। ਇਹ ਮਤ ਸਮਝੋ ਵੀ ਚੰਮ ਦੀਆਂ ਅੱਖਾਂ ਨਾਲ ਪਰਮਾਤਮਾ ਵੇਖਿਆ ਗਿਆ ਨਹੀਂ। ਚਮੜੇ ਦੀਆਂ ਅੱਖਾਂ ਦੀ ਲਿਮਟ ਹੱਦ ਹੈ ਕੋਈ। ਇਹ ਨੇਤਰ ਪਰਮਾਤਮਾ ਦਾ ਦਰਸ਼ਨ ਕਰਨ ਵਾਲੇ ਇਹਨੇ ਵੀ ਰੱਬ ਦਾ ਅੰਤ ਆ ਗਿਆ ਨਹੀਂ। ਮਤਲਬ ਵੀ ਸਭ ਪਾਸੇ ਸਭ ਜੋਤ ਤੇਰੀ ਜਗਜੀਵਨਾ, ਤੂੰ ਘਟ ਘਟ ਹਰ ਰੰਗ ਰੰਗਨਾ। ਇਹ ਆ ਗਿਆਨ, ਇਹ ਵੇਖਿਆ। ਗੁਰ ਸੁਖ ਦਾਤਾ ਗੁਰ ਕਰਤਾਰ। ਕਹਿੰਦੇ ਜੇ ਸਾਨੂੰ ਪੁੱਛੋ ਤੇ ਸਤਿਗੁਰੂ ਦੀ ਕੀ ਮਹਾਨਤਾ, ਗੁਰੂ ਕਿਹੋ ਜਿਹਾ ਹੁੰਦਾ, ਤਾਂ ਹਜ਼ੂਰ ਕਹਿੰਦੇ ਨੇ ਸਤਿਗੁਰੂ ਮਹਾਰਾਜ ਸੁੱਖਾਂ ਦੇ ਦਾਤੇ ਨੇ। ਸਤਿਗੁਰੂ ਦੇ ਕੋਲੋਂ ਹਮੇਸ਼ਾ ਸੁੱਖ ਹੀ ਮਿਲਦਾ। ਤੇ ਹੁਣ ਜਦੋਂ ਸੁੱਖ ਦੀ ਗੱਲ ਆਈ ਤੇ ਅਸੀਂ ਸਮਝਣਾ ਵੀ ਦੁਨਿਆਵੀ ਸੁੱਖ, ਸਰੀਰਕ ਸੁੱਖ ਨਹੀਂ, ਆਤਮਿਕ ਸੁੱਖ ਬਹੁਤ ਹੀ ਉੱਚਾ ਹੈ, ਜਿਹਦੇ ਦਾਤੇ ਸਤਿਗੁਰੂ ਨੇ। ਜਿਹੜਾ ਸੁੱਖ ਸਤਿਗੁਰੂ ਦੇ ਪਾਸੋਂ ਹੀ ਮਿਲਦਾ, ਹੋਰ ਕਿਧਰੋਂ ਮਿਲਦਾ ਹੀ ਨਹੀਂ। ਹੋਰ ਚੀਜ਼ਾਂ ਹੋਰ ਪਾਸਿਆਂ ਤੋਂ ਮਿਲ ਸਕਦੀਆਂ, ਪਰ ਆਤਮਿਕ ਸੁੱਖ ਸਤਿਗੁਰੂ ਦੇ ਪਾਸ ਆਏ ਮਿਲਦਾ। ਤੇ ਗੁਰ ਕਰਤਾਰ, ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਹੋ ਜਿਹੇ ਨੇ? ਕਰਤਾਰ ਸਰੂਪ। ਜਿਸ ਕਰਤਾਰ ਨੇ ਸ੍ਰਿਸ਼ਟੀ ਸਾਜੀ ਆ ਉਹਦਾ ਰੂਪ ਹਨ ਸਤਿਗੁਰੂ। ਜਨਮ ਸਾਖੀ ਜਿਵੇਂ ਬਚਨ ਨੇ ਵੀ ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ, ਹੇ ਨਾਨਕ ਤੇਰਾ ਨਾਮ ਗੁਰੂ ਪਰਮੇਸ਼ਰ। ਮੇਰੀ ਨਿਰਲੇਪਤਾ ਤੇਰੇ ਵਿੱਚ, ਤੇਰੀ ਨਿਰਲੇਪਤਾ ਮੇਰੇ 'ਚ, ਅਸੀਂ ਦੋਵੇਂ ਅਭੇਦ ਹਾਂ। ਸੋ ਇਸੇ ਪ੍ਰਕਾਰ ਬਚਨ ਵੀ ਹਨ ਗੁਰੂ ਗ੍ਰੰਥ ਸਾਹਿਬ 'ਚ। ਗੁਰ ਗੋਬਿੰਦ, ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਨਿਰਗੁਣ ਤੇ ਸਰਗੁਣ ਸੀ। ਇਹ ਮਨ ਨੂੰ ਸਰਗੁਣ ਸਰੂਪ ਹਨ ਸਤਿਗੁਰੂ ਮਹਾਰਾਜ ਕਰਤਾਰ ਅਕਾਲ ਪੁਰਖ ਦਾ ਸਰਗੁਣ ਸਰੂਪ। ਜੀ ਪ੍ਰਾਣ ਨਾਨਕ ਗੁਰ ਆਧਾਰ। ਹਜ਼ੂਰ ਕਹਿੰਦੇ ਨੇ ਕਿ ਸਤਿਗੁਰੂ ਮਹਾਰਾਜ ਸਾਡੀ ਜਿੰਦ ਹਨ, ਸਾਡੇ ਪ੍ਰਾਣ ਸਵਾਸ ਹਨ, ਸਾਡਾ ਆਸਰਾ ਹਨ। ਜਾਂ ਇੰਝ ਅਰਥ ਕੀਤਾ ਵਿਦਵਾਨਾਂ ਨੇ, ਜਿੰਦ ਦਾ ਆਧਾਰ ਆਸਰਾ ਵੀ ਸਤਿਗੁਰੂ ਹਨ ਤੇ ਸਾਡੇ ਪ੍ਰਾਣਾਂ ਦਾ ਸਵਾਸਾਂ ਦਾ ਆਸਰਾ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਹਨ। ਤਾਂ ਸਾਡੇ ਪ੍ਰਾਣ ਚੱਲ ਰਹੇ ਨੇ, ਤਾਂ ਸਾਡੀ ਜਿੰਦ ਟਿਕੀ ਹੋਈ ਹੈ ਸਰੀਰ ਦੇ ਅੰਦਰ, ਜੇ ਸਤਿਗੁਰੂ ਹਨ ਤਾਂ, ਯਾਨੀ ਉਹਨਾਂ ਦੀ ਬਖਸ਼ਿਸ਼ ਨਾਲ। ਯਾਨੀ ਕਿ ਇੰਨਾ ਪਿਆਰ ਹੈ ਸਤਿਗੁਰੂ ਮਹਾਰਾਜ ਨਾਲ ਤੇ ਅਸੀਂ ਉਹਨੂੰ, ਗੁਰੂ ਮਹਾਰਾਜ ਨੂੰ ਆਪਣੀ ਜਿੰਦ, ਆਪਣੇ ਪ੍ਰਾਣ ਸਵਾਸ ਸਮਝਦੇ ਹਾਂ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗਣੀ ਅੰਦਰ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਿਆ ਅਗਲਾ ਸ਼ਬਦ ਹੈ, ਰੇ ਮਨ ਮੇਰੇ ਤੂੰ ਤਾਕਉ ਆਹੇ। ਆਪਣੇ ਮਨ ਨੂੰ ਸਮਝਾਉਣਾ ਹੈ। ਸਤਿਗੁਰੂ ਕਹਿੰਦੇ ਮਨ ਨੂੰ ਸਮਝਾਓ। ਜਿਵੇਂ ਪਿੱਛੇ ਦੱਸ ਦਿੱਤਾ ਨਾ ਵੀ ਆਪਣਾ ਕੁਛ ਨਹੀਂ, ਹੁਣ ਮਨ ਨੂੰ ਸਮਝਾਓ ਵੀ ਕੀ ਕਰਨਾ। ਰੇ ਮਨ ਮੇਰੇ, ਹੇ ਮੇਰੇ ਮਨਾ ਤੂੰ ਤਾਕਉ ਆਹੇ, ਤੂੰ ਤਿਸ ਪਰਮਾਤਮਾ ਦੇ ਤਾਈਂ ਆਹੇ ਚਾਹਨਾ ਕਰ। ਉਸ ਪਰਮਾਤਮਾ ਨੂੰ ਚਾਹ, ਇੱਛਾ ਕਰ, ਤਾਂਘ ਕਰ, ਐਸੇ ਵਾਹਿਗੁਰੂ ਦੀ ਤਾਂਘ ਕਰ। ਜਾ ਕੇ ਊਣਾ ਕਛਹੂ ਨਾ ਹੈ। ਜਿਸ ਪਰਮਾਤਮਾ ਦੇ ਘਰ ਵਿੱਚ, ਜਿਸ ਦੇ ਕੋਲ ਕਿਸੇ ਚੀਜ਼ ਦੀ ਊਣਤਾ ਹੀ ਨਹੀਂ ਹੈ, ਕੋਈ ਪਦਾਰਥ, ਕੋਈ ਸੁੱਖ, ਕੋਈ ਦਾਤ ਵੱਲੋਂ ਖਜ਼ਾਨਾ ਊਣਾ ਨਹੀਂ, ਜਿਸ ਦਾ ਭਰੇ ਭੰਡਾਰ ਅਖੂਟ ਤੋਲ, ਜਿਸ ਦੇ ਭੰਡਾਰੇ ਸਦਾ ਲਈ ਭਰੇ ਹੋਏ ਨੇ, ਜਿਸ ਦੇ ਪਾਸ ਕੁਛ ਵੀ ਊਣਾ ਨਹੀਂ, ਅਧੂਰਾ ਨਹੀਂ, ਘੱਟ ਨਹੀਂ ਹੈ, ਸਭ ਕੁਛ ਹੈ। ਹਰ ਸਾ ਪ੍ਰੀਤਮ ਕਰ ਮਨ ਮੀਤ, ਹੈ ਮੇਰੇ ਮਨਾ ਹਰੀ ਵਰਗੇ ਪ੍ਰੀਤਮ ਪਰਮਾਤਮਾ ਨੂੰ ਆਪਣਾ ਮਿੱਤਰ ਬਣਾ। ਦੂਜਾ ਅਰਥ ਇੰਝ ਵੀ ਕੀਤਾ ਕਿ ਹੇ ਮਨਾ ਮਿੱਤਰਾ, ਹੇ ਮੇਰੇ ਮਿੱਤਰ ਮਨ, ਹਰੀ ਅਕਾਲ ਪੁਰਖ ਜੀ ਵਰਗਾ ਹੀ ਪ੍ਰੀਤਮ ਬਣਾ ਆਪਣਾ। ਪ੍ਰੀਤਮ ਪ੍ਰੀਤ ਕਰਨ ਜੋ, ਜਿਹਦੇ ਨਾਲ ਪ੍ਰੀਤ ਪਾਉਣੀ ਉਹ ਪ੍ਰੀਤਮ, ਉਸ ਨਾਲ ਹੀ ਪ੍ਰੀਤ ਪਾ। ਇਹ ਪ੍ਰੀਤ ਸੱਚੀ ਹੈ, ਨਿਭ ਜਾਏਗੀ, ਸਦਾ ਵਾਸਤੇ ਸਹਾਈ ਹੋਵੇਗੀ। ਦੂਜੀਆਂ ਪ੍ਰੀਤਾਂ ਝੂਠੀਆਂ ਨੇ। ਪ੍ਰਾਨ ਆਧਾਰ ਰੱਖੋ ਸਦ ਚੀਤ। ਜਿਹੜਾ ਤੇਰੇ ਪ੍ਰਾਣਾ ਸਵਾਸਾਂ ਦਾ ਆਧਾਰ ਆਸਰਾ ਨਾ, ਉਸ ਵਾਹਿਗੁਰੂ ਦੇ ਸਿਮਰਨ ਨੂੰ, ਵਾਹਿਗੁਰੂ ਦੀ ਯਾਦ ਨੂੰ ਸਦਾ ਵਾਸਤੇ ਚਿੱਤ ਵਿੱਚ ਰੱਖ, ਸਦਾ ਚਿੱਤ ਵਿੱਚ ਟਕਾ ਕੇ ਰੱਖ। ਰਹਾਓ ਰੇ ਮਨ ਮੇਰੇ ਤੂੰ ਤਾਕੋ ਸੇਵ। ਹੇ ਮੇਰੇ ਮਨਾ, ਜੇ ਭਗਤੀ ਕਰਨੀ ਹੈ ਤੇ ਉਸ ਵਾਹਿਗੁਰੂ ਜੀ ਦੀ ਕਰੋ, ਪਰਮਾਤਮਾ ਦੀ ਸੇਵਾ ਕਰੋ, ਭਗਤੀ ਕਰੋ।
ਜਿਹੜੀ ਮਨੁੱਖਤਾ ਦੀ ਸੇਵਾ, ਇਹਦੇ ਵਿੱਚ ਵੀ ਪਰਮਾਤਮਾ ਦੀ ਜੋਤ ਤੱਕ ਕੇ ਸਾਰਿਆਂ ਦੀ ਸੇਵਾ ਕਰੋ। ਆਦਿ ਪੁਰਖ ਅਪਰੰਪਰ ਦੇਵ, ਆਦਿ ਸਾਰਿਆਂ ਦਾ ਮੁੱਢ ਰੂਪ ਹੈ, ਸ੍ਰਿਸ਼ਟੀ ਸਾਰੀ ਦਾ ਮੁੱਢ, ਸਭ ਤੋਂ ਆਦਿ ਪਹਿਲਾਂ ਆਦਿ ਜੁਗਾਦੀ ਹੁੰਦਾ ਆਇਆ, ਤੇ ਪੁਰਖ ਪੂਰਨ ਹੈ, ਪੁਰਖ ਪੁਰਸ਼ਾਰਥ ਦੇਣ ਵਾਲਾ ਹੈ, ਪੂਨਮੇ ਨਰਕਾਂ ਤੋਂ ਰੱਖਿਆ ਕਰਨ ਵਾਲਾ ਹੈ, ਪੁਰੀਆਂ ਪੁਰੀਆਂ ਜਿੱਖੇ ਆਕਾਸ਼ ਦੀ ਨਿਆਈ ਵਿਆਪਕ ਹੈ, ਔਰ ਪੁਰਖ ਮਰਦ ਖਸਮ ਮਾਲਕ ਹੈ ਸਭ ਸ੍ਰਿਸ਼ਟੀ ਦਾ। ਅਪਰੰਪਰ, ਅਪਰ ਪਰੇ ਤੋਂ ਪਰੇ ਹੈ, ਪਰੇ ਤੋਂ ਪਰੇ, ਅਪਰਾਪਾਰ, ਅਪਰੰਪਰ, ਪਰੇ ਤੋਂ ਪਰੇ ਹੈ ਪਰਮਾਤਮਾ, ਜਿਸ ਦਾ ਕੋਈ ਅੰਤ ਪਾਰਾਵਾਰ ਨਹੀਂ, ਤੇ ਦੇਵ ਪ੍ਰਕਾਸ਼ ਰੂਪ ਹੈ ਵਾਹਿਗੁਰੂ, ਪ੍ਰਕਾਸ਼ ਰੂਪ, ਚਾਨਣ ਰੂਪ, ਚਾਨਣ ਬਖਸ਼ਣ ਵਾਲਾ ਹੈ। ਤਿਸ ਉੱਪਰ ਮਨ ਕਰ ਤੂੰ ਆਸਾ, ਹੇ ਮੇਰੇ ਮਨਾ ਪਰਮਾਤਮਾ ਉੱਪਰ ਹੀ ਆਪਣੀ ਆਸ ਰੱਖ, ਹੋਰਨਾਂ ਦੀ ਆਸ ਸਹੀ ਨਹੀਂ ਹੈ। ਮਨੁੱਖ, ਮਹਾਰਾਜ ਨੇ ਕਿਹਾ, ਸਤਿਗੁਰੂ ਮਹਾਰਾਜ ਨੇ ਮੁਬਾਰਕ ਬਚਨ ਕੀਤੇ ਨੇ ਕਿ ਜੇ ਮਨ ਚਿਤ ਆਸ ਰੱਖੈ ਹਰਿ ਉੱਪਰ, ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ। ਜੇ ਮਨ ਤੇ ਚਿੱਤ ਅੰਦਰ ਆਸ ਪਰਮਾਤਮਾ ਦੇ ਰੱਖੇ ਤਾਂ ਮਨ ਇਛਤ ਅਨੇਕਾਂ ਅਨੇਕਾਂ ਫਲ ਪ੍ਰਾਪਤ ਕਰੇਗਾ। ਜੇ ਹਰ ਛੋੜ, ਜੋ ਹਰ ਛੋੜ ਦੂਜਾ ਭਾਏ ਲਾਗੇ, ਉਹ ਜੰਮੈ ਤੈ ਮਰ ਜਾ। ਜਿਹੜੇ ਰੱਬ ਦੀ ਆਸ ਛੱਡ ਕੇ ਹੋਰ ਪਾਸੇ ਲੱਗੇ, ਜੰਮਦੇ ਮਰਦੇ ਰਹਿੰਦੇ। ਇਹ ਆਸ ਪਰਮੇਤਰੀ ਭਾਉ ਦੂਜਾ ਹੈ, ਖਿਨਮੈ ਝੂਠ ਬਿਨਸ ਸਭ ਜਾਏ, ਐਸੇ ਵਚਨ ਕੀਤੇ ਨੇ। ਹੋਰਨਾਂ ਦੀ ਆਸਾਂ ਨੇ। ਮੇਰੇ ਮਨ ਹਰਿ ਉੱਪਰ ਕੀਜੈ ਪ੍ਰਵਾਸਾ। ਇੱਥੇ ਵੀ ਹਜ਼ੂਰ ਕਹਿ ਰਹੇ ਨੇ ਵੀ ਤਿਸ ਪਰਮਾਤਮਾ ਉੱਪਰ ਹੀ ਆਸ ਰੱਖ। ਆਦ ਜੁਗਾਦ ਜਾ ਕਾ ਪ੍ਰਵਾਸਾ। ਆਦ ਤੋਂ ਲੈ ਕੇ ਜੁਗਾਂ ਆਦਿਕਾਂ ਵਿੱਚ ਵੀ ਜੀਆਂ ਨੇ ਪਰਮਾਤਮਾ ਦਾ ਭਰੋਸਾ ਰੱਖਿਆ। ਉਦੋਂ ਤੋਂ ਲੈ ਕੇ ਲੋਕ ਭਰੋਸਾ ਰੱਖਦੇ ਆ ਰਹੇ ਨੇ ਪਰਮਾਤਮਾ ਦਾ, ਸਾਰੇ ਨਹੀਂ ਜਾਣੀ, ਪਰ ਉਹਦਾ ਭਰੋਸਾ ਸੱਚਾ ਹੈ ਆਦ ਮੁੱਢ ਤੋਂ ਹੀ। ਜੁਗਾਂ ਦੇ ਵਿੱਚ ਵੀ ਸਦਾ ਸਦਾ ਵਾਸਤੇ ਵਾਹਿਗੁਰੂ ਦਾ ਭਰੋਸਾ ਸੱਚਾ ਹੈ, ਕਿਉਂਕਿ ਹੈ ਨਾ। ਅਤੇ ਹੋਰਨਾਂ 'ਤੇ ਭਰੋਸਾ ਰੱਖਣਾ ਅਤੇ ਕਈ ਵਾਰੀ ਨਿਰਾਸ਼ਾ ਪੱਲੇ ਪੈਂਦੀ ਹੈ। ਮਨੁੱਖ 'ਤੇ ਭਰੋਸਾ ਰੱਖ ਕੇ ਕਈ ਵਾਰੀ ਆਪਾਂ ਧੋਖਾ ਖਾਂਦੇ ਹਾਂ। ਜਾ ਕੀ ਪ੍ਰੀਤ ਸਦਾ ਸੁਖ ਹੋਏ। ਜਿਸ ਪਰਮਾਤਮਾ ਦੀ ਪ੍ਰੀਤ ਦੀ ਬਦੌਲਤ, ਪ੍ਰੀਤ ਕਰਕੇ ਪ੍ਰੀਤ ਦੇ ਤੱਤੇ ਨੂੰ ਸਿਆਰੀ ਹੈ, ਜਿਸ ਪਰਮਾਤਮਾ ਦੀ ਪ੍ਰੀਤ ਦੁਆਰਾ ਸਦਾ ਸੁਖ ਹੋਏ। ਸਦਾ ਸੁਖ ਤੇ ਆਤਮਿਕ ਸੁਖ ਹੀ ਹੈ। ਜਿਹੜਾ ਦੁਨਿਆਵੀ ਸੁਖ ਹੈ, ਕੋਈ ਚੀਜ਼ ਪ੍ਰਾਪਤ ਹੋਈ, ਕੋਈ ਸਰੀਰ, ਧੀਆਂ ਪੁੱਤਰ ਕੁਛ ਪ੍ਰਾਪਤ ਹੋਇਆ, ਉਹਨਾਂ ਨਾਲੋਂ ਸੰਬੰਧ ਟੁੱਟ ਗਿਆ ਅਤੇ ਸੁੱਖ ਦੁੱਖ ਵਿੱਚ ਬਦਲ ਗਿਆ। ਇਸ ਕਰਕੇ ਸੱਚਾ ਸੁਖ ਵਾਹਿਗੁਰੂ ਦੇ ਨਾਮ ਵਿੱਚ ਹੈ, ਜਾਂ ਜੇ ਕਹਿ ਲਓ ਵੀ ਆਤਮਿਕ ਗਿਆਨ ਵਿੱਚ ਸੁਖ ਹੈ। ਵਾਹਿਗੁਰੂ ਨਾਲ ਭੇਦ ਹੋ ਗਏ, ਆਤਮਿਕ ਸੁਖ ਹੋਇਆ, ਉਹ ਸਦਾ ਹੈ। ਜਿਸ ਸਾਹਿਬ ਦੀ ਪ੍ਰੀਤ ਦੁਆਰਾ ਸਦਾ ਦਾ ਸੁਖ ਪ੍ਰਾਪਤ ਹੁੰਦਾ ਹੈ। ਨਾਨਕ ਗਾਵੈ ਗੁਰ ਮਿਲ ਸੋਏ। ਸਤਿਗੁਰੂ ਅਰਜਨ ਦੇਵ ਜੀ ਕਹਿੰਦੇ, ਅਸੀਂ ਤਾਂ ਦਾਸ ਤਾਂ ਗਾਉਂਦਾ ਹੈ ਗੁਰੂ ਨੂੰ ਮਿਲ ਕੇ ਉਸ ਪਰਮਾਤਮਾ ਦਾ ਜਸ। ਵਾਹਿਗੁਰੂ ਨੂੰ ਗਾਉਣਾ ਮਤਲਬ ਸਲਾਉਣਾ। ਕਹਿੰਦੇ ਤੂੰ ਬੜਾ ਉਹਦਾ ਗਾਇਨ ਕਰਨਾ, ਗੁਣ ਗਾਨ ਕਰਨਾ, ਉਹਦਾ ਜਸ ਗਾਉਣਾ, ਮਤਲਬ ਪਰਮਾਤਮਾ ਦੀ ਵਡਿਆਈ ਕਰਨੀ। ਗੁਰੂ ਸਾਹਿਬ ਨੂੰ ਮਿਲ ਕੇ ਅਸੀਂ ਗੁਰੂ ਦੁਆਰਾ, ਗੁਰੂ ਦੇ ਮਿਲਾਪ ਦੁਆਰਾ ਉਸ ਪਰਮਾਤਮਾ ਦਾ ਜਸ ਹੀ ਗਾਉਂਦੇ ਹਾਂ। ਉਹ ਹੀ ਜਸ ਗਾਉਣ ਦੇ ਯੋਗ ਹੈ। ਗੌੜੀ ਮਹੱਲਾ ਪੰਜਵਾ। ਗੌੜੀ ਰਾਗਣੀ ਅੰਦਰ ਗੁਰਦੇਵ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਬਚਨ ਫਰਮਾਉਂਦੇ, ਮੀਤ ਕਰੈ ਸੋਈ ਹਮ ਮਾਨਾ। ਅਸੀਂ ਦੁਨੀਆਦਾਰ ਜੀਵ, ਜੇ ਕੁਝ ਰੱਬ ਦੀ ਬਖਸ਼ਿਸ਼, ਕੋਈ ਦਾਤ ਸਾਨੂੰ ਮਿਲ ਜਾਂਦੀ ਹੈ ਤੇ ਅਸੀਂ ਉਦੋਂ ਵੀ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ। ਫਰਜ਼ ਕਰੋ ਕਾਕਾ ਜੰਮਿਆ ਅਤੇ ਖੁਸ਼ੀ 'ਚ ਆ ਕੇ ਮਨੁੱਖ ਫੁੱਲ ਜਾਂਦਾ ਅਤੇ ਬੜੇ ਭੰਗੜੇ ਸ਼ੰਗੜੇ ਪੈਣ ਲੱਗਦੇ ਨੇ, ਸ਼ਰਾਬਾਂ ਦੇ ਦੌਰ ਚੱਲ ਪੈਂਦੇ ਨੇ, ਮੀਟ ਮੱਛੀ ਚੱਲ ਪੈਂਦਾ, ਭੰਗੜੇ ਸ਼ੰਗੜੇ। ਰੱਬ ਨਹੀਂ ਚੇਤੇ ਆਉਂਦਾ, ਰੱਬ ਦਾ ਸ਼ੁਕਰਾਨਾ ਨਹੀਂ। ਇਹ ਤਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬਜ਼ਾਦਾ ਹਰਗੋਬਿੰਦ ਜੀ ਦੇ ਅਵਤਾਰੀ ਹੋਣ 'ਤੇ ਕਹਿੰਦੇ ਨੇ, ਸਤਿਗੁਰ ਸਾਚਾ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ। ਉਧਰੈ ਮਾਹੇ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਵਿਗਾਸ। ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮੈਂ ਲਿਖਿਆ ਧੁਰ ਕਾ। ਇਹਦੇ ਸਤਿਗੁਰੂ ਜੀ ਨੇ ਨਾ ਸਾਨੂੰ ਸਿੱਖਿਆ ਦਿੰਦੇ ਵੀ ਜੋ ਕੁਛ ਮਿਲਿਆ ਹੈ ਕਹੋ,
ਇਹ ਵਾਹਿਗੁਰੂ ਨੇ ਦਿੱਤਾ, ਸਤਿਗੁਰੂ ਨੇ ਦਿੱਤਾ, ਉਹਦਾ ਸ਼ੁਕਰਾਨਾ ਕਰੋ ਮਾਲਕ ਦਾ। ਸਤਿਗੁਰੂ ਦੇ ਦਰ 'ਤੇ ਨਤਮਸਤਕ ਹੋ ਜਾ ਕੇ। ਪਰ ਅਸੀਂ ਉਦੋਂ ਵੀ ਰੱਬ ਨੂੰ ਭੁੱਲ ਗਏ, ਗੁਰੂ ਮਹਾਰਾਜ ਨੂੰ ਭੁੱਲ ਗਏ, ਮਰਿਆਦਾ ਭੁੱਲ ਗਏ ਵੀ ਕੀ ਮਰਿਆਦਾ ਸਾਡੀ ਸਿੱਖਾਂ ਦੀ, ਉਦੋਂ ਵੀ ਭੁੱਲ ਗਏ। ਅਤੇ ਜੇ ਵਾਹਿਗੁਰੂ ਨਾ ਕਰੇ, ਰੱਬ ਦੀ ਐਸੀ ਖੇਡ ਵਾਪਰਦੀ ਆ ਨਾ ਵੀ ਕਈ ਵਾਰੀ ਫਿਰ ਕਾਕਾ ਚੜ੍ਹਾਈ ਕਰ ਜਾਂਦਾ, ਉਹਦਾ ਸੰਬੰਧ ਥੋੜ੍ਹਾ ਹੁੰਦਾ ਸਾਡੇ ਨਾਲ। ਫਿਰ ਅਸੀਂ ਉਦੋਂ ਵੀ ਰੱਬ ਨੂੰ ਤਾਨੇ ਮਿਹਣ ਦੇਣ ਲੱਗ ਪਏ, ਗਾਲਾਂ ਕੱਢਣ ਲੱਗ ਪਏ, ਮੰਦਾ ਬੋਲਦੇ ਸੁਣੇ ਲੋਕ। ਫਿਰ ਰੱਬ ਔਂਤਰੇ ਦਾ ਅਸੀਂ ਕੀ ਵਿਗਾੜਿਆ? ਜੇ ਉਹਨੇ ਇੰਝ ਹੀ ਕਰਨਾ ਸੀ ਸਾਨੂੰ ਦਿੰਦਾ ਹੀ ਨਾ, ਜੇ ਦਿੱਤਾ ਸੀ ਤਾਂ ਖੋਹ ਕਿਉਂ ਲਿਆ? ਜੋ ਕੁਛ ਸਾਨੂੰ ਦਿੱਤਾ ਸਾਥੋਂ ਖੋਵੇ ਨਾ। ਅਸੀਂ ਉਹਨੂੰ ਭਾਵੇਂ ਭੁੱਲੇ ਰਹੀਏ, ਯਾਦ ਕਰੀਏ ਨਾ, ਅਸੀਂ ਉਹਦਾ ਸ਼ੁਕਰਾਨਾ ਨਾ ਕਰੀਏ, ਅਸੀਂ ਉਹਦਾ ਧੰਨਵਾਦ ਕਦੇ ਕਰੀਏ ਨਾ, ਭੁੱਲ ਕੇ ਵਾਹਿਗੁਰੂ ਨਾ ਬੋਲੀਏ, ਪਰ ਉਹ ਸਾਨੂੰ ਦੇਈ ਜਾਵੇ, ਉਹ ਚੀਜ਼ਾਂ ਦੇਵੇ ਜੋ ਅਸੀਂ ਮੰਗਦੇ ਹਾਂ, ਜੋ ਅਸੀਂ ਚਾਹੁੰਦੇ ਹਾਂ, ਉਹ ਵੱਧ ਤੋਂ ਵੱਧ ਦੇਈ ਜਾਵੇ। ਦਾਤ ਪਿਆਰੀ ਵਿਸਰਿਆ ਦਾ ਤਾਰਾ, ਐਸਾ ਹੀ ਸੁਭਾਅ ਹੈ ਸਾਡਾ। ਔਰ ਜਦੋਂ ਦੁੱਖ ਮਿਲਦਾ ਤੇ ਅਸੀਂ ਖਿੜੇ ਮੱਥੇ ਪ੍ਰਵਾਨ ਨਹੀਂ ਕਰਦੇ। ਸੁੱਖ ਚੰਗਾ ਲੱਗਦਾ, ਕਬੂਲ ਆ ਸਾਨੂੰ, ਭਾਵੇਂ ਉਹ ਸੁੱਖ ਵਿੱਚ ਹੀ ਦੁੱਖ ਛੁਪੇ ਹੋਏ ਨੇ ਵੱਡੇ ਵੱਡੇ, ਪਰ ਉਹ ਚੰਗਾ ਲੱਗਦਾ। ਜੋ ਮਿਲਦਾ ਉਹ ਚੰਗਾ ਲੱਗਦਾ, ਜੋ ਦੁੱਖ ਮਿਲਦਾ ਮਿੱਤਰ ਵੱਲੋਂ ਉਹ ਚੰਗਾ ਨਹੀਂ ਲੱਗਦਾ, ਕਿਉਂਕਿ ਸਾਡੀ ਸਾਂਝ ਹੀ ਨਹੀਂ ਹੈ। ਜੇ ਵਾਹਿਗੁਰੂ ਨੂੰ ਪ੍ਰਸੰਨ ਕਰਨਾ ਹੈ ਤਾਂ ਇਹ ਫਿਰ ਗੁਣ ਧਾਰਨ ਕਰਨਾ ਚਾਹੀਦਾ, ਪਵੇਗਾ, ਧਾਰਨ ਕਰਨਾ ਪਵੇਗਾ। ਇੱਕ ਤਾਂ ਹੰਕਾਰ ਛੱਡਣਾ, ਹਉਮੈ ਤਜਨ ਨਾਮ ਲਿਵ ਲਾਵਨ, ਭਾਣਾ ਮੰਨਣ ਪੰਥੇ ਪਾਵਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਇੱਕ ਮੁਬਾਰਕ ਬਚਨ ਹੈ, ਏਕ ਪਿਤਾ ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ, ਸੁਣ ਮੀਤਾ ਜੀਓ ਹਮਾਰਾ, ਬਲ ਬਲ ਜਾਸੀ ਹਰ ਦਰਸ਼ਨ ਦੇਹੋ ਦਿਖਾਈ, ਸੁਣ ਮੀਤਾ ਧੂਰੀ ਕਉ ਬਲ ਜਾਈ, ਇਹੋ ਮਨ ਤੇਰਾ ਭਾਈ, ਪਾਪ ਮਲੋਵਾ ਮਲ ਮਲ ਧੋਵਾ, ਇਹ ਮਨ ਤੈਕੂ ਦੇਸਾ, ਸੁਣ ਮੀਤਾ ਹਉ ਤੇਰੀ ਸਰਣਾਈ, ਆਇਆ ਪ੍ਰਭ ਮਿਲਾਓ ਦੇਹੋ ਉਪਦੇਸਾ। ਇੱਥੋਂ ਤੱਕ ਜਗਿਆਸੂ ਮੁਖ ਰਾਹੀਂ ਬੇਨਤੀ ਆ ਵੀ ਕਿਵੇਂ ਵਾਹਿਗੁਰੂ ਨੂੰ ਮਿਲਾਂ ਮੈਂ। ਸਤਿਗੁਰੂ ਦੇ ਚਰਨਾਂ 'ਚ ਆ ਕੇ ਬੇਨਤੀ ਕਰੀਏ, ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਵਰਗੇ ਗੁਰਮੁਖ ਮਿਲਣ, ਉਹਨਾਂ ਨੂੰ ਬੇਨਤੀ ਕਰੀਏ ਵੀ ਦੱਸੋ ਗੁਰਮੁਖ ਪਿਆਰਿਓ ਕਿਵੇਂ ਵਾਹਿਗੁਰੂ ਨਾਲ ਮਿਲਾਪ ਹੁੰਦਾ। ਤਾਂ ਫਿਰ ਉਹ ਉੱਧਰੋਂ ਦੱਸਿਆ ਜਾਂਦਾ ਬ੍ਰਹਮ ਗਿਆਨੀ ਮੁਖ ਰਾਹੀਂ। ਮਾਨ ਨਾ ਕੀਜੈ, ਪਹਿਲਾਂ ਮਾਣ ਛੱਡੋ, ਸ਼ਰਨ ਪਰੀਜੈ, ਸ਼ਰਨ ਪੈ ਰਹੋ। ਸ਼ਰਨ ਪੈਣ ਦਾ ਮਤਲਬ ਨਾਮ ਜਪੀ ਚੱਲੋ, ਮਾਣ ਛੱਡ ਦਿਓ ਅਤੇ ਸ਼ਰਨ ਹੀ ਪਈ ਜਾਓ, ਵਾਹਿਗੁਰੂ ਦੀ ਸ਼ਰਨ 'ਚ ਪੈ ਕੇ ਰਹੋ, ਨਾਮ ਜਪਦੇ ਹੀ ਰਹੋ, ਸਿਮਰਦੇ ਹੀ ਰਹੋ ਵਾਹਿਗੁਰੂ। ਕਰੈ ਸੋ ਭਲਾ ਮਨਾਈਐ, ਜੋ ਕੁਛ ਪਰਮਾਤਮਾ ਕਰਦਾ ਹੈ ਉਹਨੂੰ ਭਲਾ ਕਰਕੇ ਮੰਨੀਏ, ਖਿੜੇ ਮੱਥੇ ਮੰਨੀਏ। ਜੋ ਕੁਝ ਵੀ ਦਿੰਦਾ ਜਾਂ ਖੋਹਦਾ, ਲੈ ਲੈਂਦਾ ਜਾਂ ਦੇ ਦਿੰਦਾ, ਕਰ ਤੇ ਵਾਹਿਗੁਰੂ ਰਿਹਾ ਨਾ, ਜੋ ਆਪਣੇ ਹੱਥੋਂ ਵੱਸੋਂ ਬਾਹਰ ਆ ਪਰਮਾਤਮਾ ਕਰ ਰਿਹਾ। ਫਿਰ ਕਰੈ ਸੋ ਭਲਾ ਮਨਾਈਐ, ਜੀਓ ਪਿੰਡ, ਸੁਣ ਮੀਤਾ ਜੀਓ ਪਿੰਡ, ਸਭ ਤਨ ਅਰਪੀਜੈ। ਇਹ ਅਰਪਣ ਕਰਕੇ ਰੱਖੋ ਨਾ, ਆਪਣਾ ਕਿਉਂ ਸਮਝਿਆ ਸੀ? ਇਹ ਤਨ ਵੀ ਜੀਓ ਪਿੰਡ, ਸਭ ਤਨ ਇੰਦਰੇ ਸਭ ਕੁਛ, ਅਤੇ ਜਿੰਨਾ ਬਾਕੀ ਸਾਰਾ ਕੁਛ ਸਿਲਸਿਲਾ ਆਪਣੇ ਕੋਲ ਹੈ ਵੀ ਵਾਹਿਗੁਰੂ ਦਾ ਕਰਕੇ ਸਮਝੀਏ। ਸੁਣ ਮੀਤਾ ਜੀਓ ਪਿੰਡ, ਸਭ ਤਨ ਅਰਪੀਜੈ, ਇਉਂ ਦਰਸ਼ਨ ਹਰ ਜੀਓ ਪਾਈਐ। ਇਸ ਤਰ੍ਹਾਂ ਹਰੀ ਜੀ ਦੇ ਦਰਸ਼ਨ ਪ੍ਰਾਪਤ ਕਰੀਦੇ ਹਨ। ਜੇ ਕਹੇ ਵੀ ਪਰਮਾਤਮਾ ਦੇ ਦਰਸ਼ਨ ਹੋਣ ਤਾਂ ਫਿਰ ਇੰਝ ਹੋ ਸਕਦੇ ਨੇ। ਇਸ ਰਾਹ ਚੱਲਿਆ। ਭਾਈ ਸੰਤੋਖ ਸਿੰਘ ਜੀ ਨੇ ਵੀ ਇਹਨਾਂ ਬਚਨਾਂ ਦੀ ਵਿਆਖਿਆ ਕਰਦੇ ਆ, ਬਚਨ ਲਿਖੇ ਨੇ, ਅਰਥ ਕਰਦੇ ਆ। ਹਉਮੈ ਤਜਨ, ਹੰਗਤਾ ਨੂੰ ਛੱਡਣਾ, ਨਾਮ ਲਿਵ ਲਾਵਨ, ਅਤੇ ਨਾਮ ਵਿੱਚ ਸੁਰਤ ਜੋੜਦੇ ਨੇ ਗੁਰਮੁਖ। ਭਾਣਾ ਮੰਨਣ ਪੰਥੇ ਪਾਵਨ, ਤੀਜਾ ਹੈ ਭਾਣਾ ਮੰਨਣਾ ਖਿੜੇ ਮੱਥੇ। ਆਪਾਂ ਕਹਿ ਦਿੰਦੇ ਹਾਂ ਵੀ ਭਾਈ ਭਾਣਾ ਹੈ, ਮੰਨਣਾ ਹੀ ਪਏਗਾ, ਰੱਬ ਦਾ ਭਾਣਾ ਮੰਨੋ, ਪਰ ਭਾਣੇ ਨੂੰ ਖਿੜੇ ਮੱਥੇ ਮੰਨਣ ਵਾਲਾ ਕੋਈ ਵਿਰਲਾ ਟਾਵਾਂ ਹੈ। ਮੀਤ ਕਰੈ ਸੋਈ ਹਮ ਮਾਨਾ, ਵਿਰਲੇ ਟਾਵੇਂ ਹੁੰਦੇ ਨੇ ਜ਼ਰੂਰ, ਇਹ ਨਹੀਂ ਵੀ ਅੱਜ ਹੈ ਕੋਈ ਨਹੀਂ, ਜੇ ਪਿਛਲੇ ਸਮੇਂ 'ਚ ਹੋਏ ਅੱਜ ਵੀ ਹੈ, ਅੱਗੇ ਨੂੰ ਵੀ ਹੋ ਸਕਦੇ, ਪਰ ਹੁੰਦੇ ਵਿਰਲੇ ਟਾਵੇਂ। ਹਜ਼ੂਰ ਕਹਿੰਦੇ ਨੇ ਕਿ ਇਹ ਜੀਵ ਮੀਤ ਕਰੈ ਸੋਈ ਹਮ ਮਾਨਾ। ਜੇ ਕਹੋ ਵੀ ਕਿਸ ਤਰ੍ਹਾਂ ਪਰਮਾਤਮਾ ਪ੍ਰਸੰਨ ਹੁੰਦਾ, ਅਤੇ ਸੰਤ ਦੀ ਇਹ ਅਵਸਥਾ ਹੈ। ਸਤਿਗੁਰੂ ਜੀ ਆਪਣੇ ਬਾਰੇ ਕਹਿ ਰਹੇ ਨੇ, ਜੋ ਸਾਡਾ ਮਿੱਤਰ ਕਰਦਾ ਹੈ ਸੋਈ ਹਮ ਮੰਨਾ, ਅਸੀਂ ਉਸ ਨੂੰ ਮੰਨਿਆ ਹੈ। ਜੋ ਮਿੱਤਰ ਕਰਦਾ ਉਸ ਨੂੰ ਮੰਨਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜਿਹਨੇ ਬਚਨ ਫਰਮਾਏ ਨੇ, ਤੇਰਾ ਕੀਆ ਮੀਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਜੋ ਤੇਰੇ ਵੱਲੋਂ ਕੀਤਾ ਜਾਂਦਾ ਉਹ ਸਾਨੂੰ ਮਿੱਠਾ ਲੱਗਦਾ ਹੈ।
मैं तो तेरे दर तो तेरा नाम रूपी पदार्थ मंगदा, ये वड्डा पदार्थ है, ये वड्डी तेरे पासों दात मंगदा हाँ। और यही सतगुਰਾਂ ने बचन किया, दया करो नानक गुण गावै, मिठा लग्गै तेरा भाणा। तेरा भाणा, तेरा हुक्म जो तेनू भाउंदा या नहीं, भाणा का अर्थ है जो वाहिगुरू नूं भाउंदा है उही तू करदा ते वो सानू मिठा लगना चाहिए। ये दया कर, तेरे गुण गाउंदे रहिए ते तेरा कीता सानू मिठा लगे। मीत करै, क्योंकि वाहिगुरू दा मित्र है जिस नाल असीं सांझ पाई है, जो साडा मित्र है। मित्र भी कदे दुख दिंदा नहीं। मीत के करतब कुशल समाना, जो सच्चा मित्र है वो कदे ऐसा कर्म नहीं करता जिहदे नाल सानू दुख मिले। जो सच्चा मित्र है, तां ही लोग निराश हुंदे ने भी मैं तो मित्र बनाया सी पर इन्हें धोखा किया, इन्हें तो मेरी पिठ विच छुरा मारिया। मतलब मित्र है नहीं सी। असीं मन लिया सी कि साडा मित्र है, पर मित्र है नहीं सी। पर भाई रे मीत करो प्रभ सोए, हजूर कहते मित्र बना ही ना किसी नूं, मित्र ते उस वाहिगुरू नूं बना जिन्हों तेरी प्रीत दी सियाण ज्ञान है, जिहड़ा कदरदान है तेरी प्रीत दा। जे तू मित्र बना लिया तो मीत के करतब कुशल समाना, उस मित्र परमात्मा के जो करतब हैं, करने हैं, करनियां हैं, जो दे कार्य हैं, जो कम हैं, मित्र के कम हमेशा सुख के समान ही होंदे ने, दुख हुंदा ही नहीं। ये दुख भी मिलता ना वाहिगुरू वालों भगतां नूं तो कहंदे साडे सुधार वास्ते ही है, भले वास्ते सब कुछ कर रहा। जिवें भाई गुरदास ने कहा भई पानी काठ ना डोबई, पाले दी लज्जै, सिर करवत धराए कै, सिर चढ़िया भज्जै, लोहे जड़िया बोह था भार भरै न तज्जै, पर अगरै डोबै जान कै नरमोलक तज्जै। जिवें पानी काठ नूं नहीं डोबदा, जानी रुख नूं, रुख की लकड़ बनती है, तले बन के उत्ते तारे जाते हैं, शतीर तरदे फिरदे पानी तो डुबदा ही नहीं, वो उपर बंदे भी बह जाते हैं, फिर वो लोहा भी थप के जहाज बनाया जाता, छिप वो उत्ते भी कितना समान लद्या जाता, फिर भी पानी नहीं डुबदा। फिर प्रश्न होंदा भी भाई जी चंदन नूं क्यों डुबदा? कहंदे चंदन की निर्मोलकताई प्रगट करने वास्ते वो डोब के विखाउंदा भी ये असली चंदन है। जिहड़ा चंदन डुब जाए, चंदन की लकड़ की परख ही ये है, जे तो चंदन की लकड़ डुब जाए तो मुल पूरा पैंदा, जे चंदन नहीं डुबदा तो कहा जाता अजे कच्चा है, पक्का नहीं चंदन, मुकम्मल चंदन नहीं अजे बनया, फिर नहीं उन्होंने खरीदते व्यापारी। तो इस प्रकार भाव जिहड़े रब दे संत ने ना, उन्हां दी निर्मोलकताई, उन्हां दी अंदरली अवस्था महानता प्रगट करदा वाहिगुरू के। वेखो इन्हां दे सीस ते आरा रखिया गया, इन्हें मुख तो सी नहीं जे उतरी, मैं इहदे नाल हां ते इन्हें हाल पारिया नहीं कीती। भाई मनी सिंह दे विच मैं बैठा, मैं खलोता इहदे सिर ते हथ रख के, इहदा बंद बंद कटिया जा रहा, ये वेखो डोलदा किते। इहो जिहा बंदा लभ सकदे दुनिया ते तुसीं? परमात्मा दे भगत होने दी निशानियां आए ने। भाई सीस भी लथ गया खोपरा, तो फिर भी भाई तारू सिंह जी बैठे से चौंकड़ा ला के, 22 दिन बाद गए इस दुनिया तो। सो इस प्रकार हजूर बचन करते हैं भी मीत के करतब कुशल समाना। सरमद संत ने भी औरंगजेब की कैद च पिया होया रूम वलायत तो आए बादशाह के वजीर को यही कुछ विखाया सी भी शक्ति की कोई हद नहीं है, पर असीं विखाउणा दुनिया के सामने भी मेरा मित्र जो कुछ करता सानू खिड़े मत्थे प्रवान है। ये अकाल पुरख खुदा मेरे ते औरंगजेब तिन्नां दे विच झगड़ा, होर नहीं किसी नूं विच आउण देना। ये मैनू झुकाउणा चाहुंदा, सरमद नूं झुकाउणा चाहुंदा। जे सरमद झुक गया तो फिर रब दा भगत काहदा होया जिहड़ा इहदे अगे झुक जाए दुनियावी बादशाह अगे? मैं फिर भगत नहीं ना। ते परमात्मा नूं मैं कहना नहीं भी तू शक्ति वरता, इनू दुख दे बादशाह नूं मेरे पैरीं सुੱਟ, क्योंकि शरीर साडे लई मिथ्या है। ये शरीर नूं कष्ट देवेगा, शरीर मुक जाएगा, एक दिन मुकना ही है। तो नियम बनाया है वाहिगुरू ने, इस करके असीं उहदी रजा च प्रसन्न हाँ। नंबर घट जाते हैं ना, जे कोई वो भगत बेनती करे रोए ये क्यों दुख दे रहा मैनू, मेरा तो कसूर कोई नहीं, फिर नंबर घट गए। सो इस प्रकार फिर असली चंदन जिहड़ा है ना, ਉਹਦੀ परख करके परमात्मा विखाउंदा दुनिया नूं भी असली संत भगत इहो जिहा हुंदा। कबीर जी नूं, नामदेव जी नूं दुख देण वाले चरनां ते सुੱਟੇ भी
ਤੇ ਇਸ ਪ੍ਰਕਾਰ ਸਰਮਦ ਸ਼ਹੀਦ ਹੋ ਗਿਆ ਪਰ ਬਾਦਸ਼ਾਹ ਕੇ ਝੁਕਿਆ ਨਹੀਂ ਹੈ। ਇਹ ਦਰਜੇ ਹਨ, ਜਿਵੇਂ ਸਾਹਿਬਜ਼ਾਦੇ ਨਹੀਂ ਝੁਕੇ। ਪਰਮਾਤਮਾ ਸ਼ਕਤੀ ਵੀ ਵਿਖਾ ਸਕਦਾ ਸੀ। ਵਜ਼ੀਰ ਖਾਂ ਕੌਣ ਆ? ਕੁਛ ਵੀ ਨਹੀਂ ਸੀ। ਪਰ ਹਜ਼ੂਰ ਕਹਿੰਦੇ ਨੇ ਮੀਤ ਕੇ ਕਰਤੱਵ ਕੁਸ਼ਲ ਸਮਾਨਾ, ਮਿੱਤਰ ਦੇ ਕਰਤੱਵ ਕਰਨੇ ਮਿੱਤਰ ਦੇ ਕੰਮ, ਸੁਖ ਦੇ ਬਰਾਬਰ ਹੀ ਹਨ। ਸੁਖ ਹੀ ਸੁਖ ਹੈ। ਏਕਾ ਟੇਕ ਮੇਰਾ ਮਨ ਚੀਤ। ਹਜ਼ੂਰ ਕਹਿੰਦੇ ਮੇਰੇ ਮਨ ਦੇ ਅੰਦਰ ਤੇ ਮੇਰੇ ਚਿੱਤ ਦੇ ਅੰਦਰ ਇੱਕੋ ਹੀ ਟੇਕ ਹੈ ਵਾਹਿਗੁਰੂ ਦੀ। ਮੇਰੇ ਮਨ ਚਿੱਤ ਦੇ ਅੰਦਰ ਇੱਕ ਪਰਮਾਤਮਾ ਦੀ ਟੇਕ ਹੈ, ਹੋਰ ਕੋਈ ਟੇਕ ਨਹੀਂ ਅਸੀਂ ਧਾਰਨ ਕੀਤੀ। ਜਿਸ ਕਿਛ ਕਰਨਾ ਸੋ ਹਮਰਾ ਮੀਤ। ਜਿਸ ਪਰਮਾਤਮਾ ਦਾ ਕੀਤਾ ਕੁਛ ਹੁੰਦਾ ਹੈ, ਜਿਹਨੇ ਕੁਛ ਕਰਨਾ ਹੈ, ਜਿਹਦੇ ਵਿੱਚ ਕੋਈ ਕਰਨ ਦੀ ਸਮਰੱਥਾ ਹੈ, ਜਾਂ ਇੰਝ ਕਹਿ ਲਓ ਵੀ ਜਿਸ ਕਿਛ ਕਰਨਾ, ਜਿਸ ਪਰਮਾਤਮਾ ਨੇ ਕੁਛ ਕੀਤਾ ਹੋਇਆ ਇਹ ਸੰਸਾਰ ਪੈਦਾ, ਜਿਹਨੇ ਸਾਰੀ ਰਚਨਾ ਰਚੀ ਹੈ, ਸੋ ਹਮਰਾ ਮੀਤ, ਸਾਡਾ ਉਹ ਮਿੱਤਰ ਹੈ। ਰਹਾਓ ਮੀਤ ਹਮਾਰਾ ਵੇ ਪ੍ਰਵਾਹ। ਹਜ਼ੂਰ ਕਹਿੰਦੇ ਸਾਡਾ ਮਿੱਤਰ ਵੇ ਪ੍ਰਵਾਹ ਹੈ, ਕਾਣ ਕਨੌੜ ਤੋਂ ਪਰੇ ਹੈ। ਕਿਸੇ ਦੀ ਮੁਥਾਜੀ ਨਹੀਂ, ਅਧੀਨਗੀ ਨਹੀਂ, ਕਿਸੇ ਦੀ ਪ੍ਰਵਾਹ ਨਹੀਂ। ਤਕੜੇ ਬੰਦੇ ਦੀ ਮਾੜਾ ਕਮਜ਼ੋਰ ਬੰਦਾ ਪ੍ਰਵਾਹ ਕਰਦਾ ਨਾ, ਤਾਂ ਹਜ਼ੂਰ ਕਹਿੰਦੇ ਉਹਦਾ ਵੇ ਪ੍ਰਵਾਹ ਹੈ। ਵੇ ਮੁਹਤਾਜਾ ਵੇ ਪ੍ਰਵਾਹ ਗੁਰ ਕਿਰਪਾ ਤੇ ਮੋਹੇ ਅਸਨਾਹ। ਐਸਾ ਜਿਹੜਾ ਸਾਡਾ ਵੇ ਪ੍ਰਵਾਹ ਮਿੱਤਰ ਹੈ ਨਾ, ਬੇਮੁਥਾਜ ਸੁਤੰਤਰ ਹਸਤੀ, ਗੁਰੂ ਦੀ ਕਿਰਪਾ ਨਾਲ ਮੋਹੇ ਅਸਨਾਹ, ਮੇਰਾ ਜਾਂ ਮੇਰੇ ਮਨ ਅੰਦਰ ਉਸ ਪਰਮਾਤਮਾ ਨਾਲ ਅਸਨਾਹ, ਅਸਨਾਹ ਮਤਲਬ ਪਿਆਰ ਹੈ। ਗੁਰੂ ਦੀ ਕਿਰਪਾ ਨਾਲ ਮੇਰਾ ਉਸ ਵਾਹਿਗੁਰੂ ਦੇ ਨਾਲ ਪ੍ਰੇਮ ਬਣਿਆ ਹੋਇਆ। ਮੀਤ ਹਮਾਰਾ ਅੰਤਰਜਾਮੀ। ਫਿਰ ਉਸ ਮਿੱਤਰ ਨੂੰ ਕਿਉਂ ਕੁਛ ਕਹੀਏ ਵੀ ਤੂੰ ਇੰਜ ਕਿਉਂ ਕੀਤਾ, ਇੰਜ ਕਿਉਂ ਕੀਤਾ। ਉਹ ਤਾਂ ਸਰੀਰਕ ਲੋੜਾਂ ਨੂੰ ਵੀ ਜਾਣਦਾ, ਸਾਡੀ ਅੰਦਰ ਦੀ ਹਾਲਤ ਨੂੰ ਵੀ ਜਾਣਦਾ ਹੀ ਹੈ। ਉਹ ਸਭ ਸ਼ਬਦਾਂ ਦੀ ਵੇਦਨ ਪੀੜਾ ਨੂੰ ਜਾਣਦਾ। ਉਹ ਤਾਂ ਅੰਤਰਜਾਮੀ, ਅੰਦਰ ਦੀ ਜਾਣਨ ਵਾਲਾ ਸਮਰੱਥ ਪੁਰਖ ਪਾਰ ਬ੍ਰਹਮ ਸੁਆਮੀ। ਸਾਰੀਆਂ ਸ਼ਕਤੀਆਂ ਕਲਾ ਕਰਕੇ ਸਭ ਕੁਝ ਕਰਨ ਦੇ ਸਮਰੱਥ ਹੈ, ਯੋਗ ਲਾਇਕ ਹੈ, ਸਭ ਕੁਝ ਹੀ ਕਰ ਸਕਦਾ। ਪ੍ਰਭ ਸਭਨਾ ਗੱਲਾਂ ਜੋਗਾ ਜੀ। ਪੁਰਖ ਪੂਰਨ ਹੈ, ਪਾਰ ਪਰੇ ਹੈ ਸਾਰੀ ਕੁਦਰਤ ਤੋਂ, ਤੇ ਬ੍ਰਹਮ ਸ਼ੁੱਧ ਸਰੂਪ ਹੈ, ਤੇ ਸਾਰੀ ਕੁਦਰਤ ਦਾ ਸ੍ਰਿਸ਼ਟੀ ਦਾ ਸੁਆਮੀ ਮਾਲਕ ਵੀ ਹੈ। ਹਮ ਦਾਸੇ ਤੁਮ ਠਾਕੁਰ ਮੇਰੇ। ਅਸੀਂ ਉਸ ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਤੇ ਤੁਹਾਨੂੰ ਜਾਚ ਦੱਸਦੇ ਹਾਂ, ਸਿੱਖੋ। ਇੰਜ ਕਹੋਗੇ ਹੈ ਵਾਹਿਗੁਰੂ ਅਸੀਂ ਸਾਰੇ ਤੁਹਾਡੇ ਦਾਸ ਹਾਂ ਤੇ ਤੁਸੀਂ ਸਾਡੇ ਠਾਕੁਰ ਹੋ, ਮਾਲਕ ਹੋ, ਸੱਚੇ ਪਾਤਸ਼ਾਹ। ਮਾਨ ਮਹੱਤ ਨਾਨਕ ਪ੍ਰਭ ਤੇਰੇ। ਹੇ ਪ੍ਰਭੂ ਜਿਹੜੇ ਤੇਰੇ ਬਣ ਗਏ ਹਨ ਉਹਨਾਂ ਦਾ ਮਾਣ ਰੂਪ ਤੂੰ ਇਸ ਦੁਨੀਆ 'ਚ। ਮਾਣ ਆਦਰ ਤੇ ਮਹੱਤ ਮਹਾਨਤਾ, ਮਹੱਤਵ, ਵਡਿਆਈ, ਦਰਗਾਹ ਦੇ ਵਿੱਚ ਵੀ ਵਡਿਆਈ ਤੂੰ ਉਹਨਾਂ ਨੂੰ ਬਖਸ਼ਦਾ ਜਿਹੜੇ ਤੇਰੇ ਹੋ ਗਏ। ਹੇ ਵਾਹਿਗੁਰੂ ਸਾਡਾ ਮਾਣ, ਸਾਡੀ ਵਡਿਆਈ ਤੇਰੇ ਉੱਪਰ ਹੈ। ਤੂੰ ਹੀ ਸਾਡਾ ਮਾਣ ਹੈ, ਤੂੰ ਹੀ ਸਾਡੀ ਵਡਿਆਈ ਹੈ। ਜਿਹੜੇ ਤੇਰੇ ਬਣ ਗਏ ਉਹਨਾਂ ਨੂੰ ਤੇ ਇਸ ਜਹਾਨ ਵਿੱਚ ਵੀ ਮਾਣ ਬਖਸ਼ਿਆ, ਆਦਰ ਬਖਸ਼ਿਆ ਤੇ ਆਪਣੇ ਦਰ 'ਤੇ ਵੀ ਵਡਿਆਈ ਬਖਸ਼ੀ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗਣੀ ਅੰਦਰ ਗੁਰਦੇਵ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਮੁਬਾਰਕ ਬਚਨ ਫਰਮਾਉਂਦੇ ਨੇ, ਜਾਂ ਕੋ ਤੁਮ ਭਏ ਸਮਰੱਥ ਅੰਗਾ। ਹੇ ਸਮਰੱਥ, ਸਰਬ ਸ਼ਕਤੀਮਾਨ, ਸਭ ਕੁਛ ਕਰਨ ਵਾਲੇ ਵਾਹਿਗੁਰੂ, ਜਿਸ ਦੇ ਤਾਈਂ ਤੁਸੀਂ ਅੰਗਾ ਪੱਖ ਕਰਨ ਵਾਲੇ ਬਣੇ। ਅੰਗਾ ਸਹਾਈ ਬਣੇ, ਜਿਸ ਦਾ ਅੰਗ ਪੱਖ ਤੁਸੀਂ ਕੀਤਾ। ਤਾਂ ਕਉ ਕਛ ਨਾਹੀਂ ਕਾਲੰਗਾ। ਉਸ ਜੀਵ ਦੇ ਤਾਈਂ ਕੁਛ ਵੀ ਕਾਲੰਗਾ, ਕਾਲਖ, ਦਾਗ, ਦੋਸ਼, ਕਲੰਕ ਕੌਣ ਹੈ ਲਾਉਣ ਵਾਲਾ? ਉਹਨੂੰ ਕੋਈ ਕਲੰਕ ਨਹੀਂ ਲੱਗ ਸਕਦਾ, ਉਹਨੂੰ ਕੋਈ ਕਾਲਖ ਨਹੀਂ ਲੱਗ ਸਕਦੀ। ਮਾਧਵ ਜਾਂ ਕਉ ਹੈ ਆਸ ਤੁਮਾਰੀ। ਹੇ ਮਾਇਆਪਤੀ ਵਾਹਿਗੁਰੂ। ਮਾਧਵ ਦਾ ਅਰਥ ਹੈ ਮਾਇਆ ਦਾ ਧਵ ਪਤੀ। ਮਾਧਵ ਮਾਇਆਪਤੀ ਵਾਹਿਗੁਰੂ, ਜਿਸ ਭਗਤ ਦੇ ਤਾਈਂ ਕੇਵਲ ਤੁਹਾਡੀ ਹੀ ਆਸ ਹੈ। ਤਾ ਕਉ ਕਛ ਨਾਹੀਂ ਸੰਸਾਰੀ। ਤੇ ਉਸ ਨੂੰ ਕੁਝ ਵੀ ਸੰਸਾਰੀ ਆਸ ਨਹੀਂ ਹੈ। ਭਾਵ ਸੰਸਾਰ ਦੇ ਕਿਸੇ ਪਦਾਰਥ ਤੋਂ, ਕਿਸੇ ਵਿਅਕਤੀ ਤੋਂ ਉਹਨੇ ਮਨ 'ਚ ਆਸ ਨਹੀਂ ਰੱਖੀ, ਜਾਂ ਕੋਈ ਸੰਸਾਰੀ ਉਹਦਾ ਕੀ ਵਿਗਾੜ ਸਕਦਾ। ਜਿਸ ਨੂੰ ਤੁਹਾਡੀ ਆਸ ਹੈ ਮਹਾਰਾਜ, ਉਹਦੇ ਤਾਈਂ ਸੰਸਾਰ ਦੀ ਕੋਈ ਵਸਤੂ, ਕੋਈ ਵਿਅਕਤੀ, ਕੋਈ ਕੁਛ ਵੀ ਉਹਦਾ ਨਹੀਂ ਵਿਗਾੜ ਸਕਦਾ। ਤਾਂ ਉਹਨੂੰ
ਸੰਸਾਰ ਦੇ ਕਿਸੇ ਪਦਾਰਥ ਤੇ ਕਿਸੇ ਵਿਅਕਤੀ ਤੇ ਕੋਈ ਆਸ ਨਹੀਂ ਹੈ। ਰਹਾਉ ਜਾ ਕੇ ਹਿਰਦੈ ਠਾਕੁਰ ਹੋਏ। ਜਿਸ ਜੀਵ ਦੇ ਹਿਰਦੇ ਅੰਦਰ ਠਾਕੁਰ ਮਾਲਕ ਪਰਮਾਤਮਾ ਦਾ ਵਸੇਬਾ ਹੈ, ਮਤਲਬ ਹੈ ਕਿ ਵਾਹਿਗੁਰੂ ਦਾ ਨਾਮ ਵਸਿਆ ਹੋਇਆ, ਪ੍ਰੇਮ ਵਸਿਆ ਹੋਇਆ, ਤਾਂ ਕੋ ਸਹਸਾ ਨਾਹੀ ਕੋਏ। ਤਿਸ ਦੇ ਤਾਈਂ ਕੋਈ ਸਹਸਾ ਦਾ ਅਰਥ ਹੈ ਸਹਿਮ। ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੈ ਸਹਸਾ ਨਾ ਜਾਏ। ਨਹਿ ਜਾਏ ਸਹਸਾ ਕਿਤਾ ਸੰਜਮ ਰਹੇ ਕਰਮ ਕਮਾਏ। ਸਹਸਾ ਜਿਹੜਾ ਅੰਦਰ ਹੁੰਦਾ ਇਹਦਾ ਨੁਕਸਾਨ ਕੀ ਹੈ? ਹਜ਼ੂਰ ਕਹਿੰਦੇ ਸਹਸਾ ਜੀਓ ਮਲੀਨ ਹੈ। ਜਿਹੜਾ ਸਹਿਸਾ ਨਾ ਸਹਿਮ ਹੋਵੇ, ਉਹ ਨਾ ਹੋ ਜਾਏ, ਉਹ ਨਾ ਹੋ ਜਾਏ, ਤੌਖਲਾ ਬਣਿਆ ਰਹਿਣਾ, ਡਰ ਬਣਿਆ ਰਹਿਣਾ, ਇੰਜ ਨਾ ਵਾਪਰ ਜੇ, ਇੰਜ ਨਾ ਵਾਪਰ ਜੇ। ਇਹਦੇ ਨਾਲ ਜਿਹੜਾ ਜੀਓ ਮਨ ਹੈ ਇਹ ਮਲੀਨ ਰਹਿੰਦਾ। ਸਹਸਾ ਜੀਓ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ। ਗੁਰੂ ਦੇ ਸ਼ਬਦ ਨਾਲ ਜੁੜ ਕੇ ਆਪਣਾ ਮਨ ਧੋ ਲਓ। ਜਦੋਂ ਧੋਤਾ ਗਿਆ, ਲਿਸ਼ਕ ਪਿਆ, ਸਾਫ ਸੁਥਰਾ ਹੋ ਗਿਆ, ਹਰਸਿਓ ਰਹੋ ਚਿਤ ਲਾਏ। ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਸਾ ਇਵਜੈ। ਹਜ਼ੂਰ ਕਹਿੰਦੇ ਨੇ ਜਿਸ ਦੇ ਹਿਰਦੇ 'ਚ ਪਰਮਾਤਮਾ ਦਾ ਨਾਮ ਹੈ, ਗੁਰੂ ਦਾ ਸ਼ਬਦ ਹੈ, ਉਸ ਦੇ ਤਾਈਂ ਕੋਈ ਕਿਸੇ ਤਰ੍ਹਾਂ ਦਾ ਸਹਿਮ, ਡਰ, ਤੌਖਲਾ ਨਹੀਂ ਰਹਿ ਜਾਂਦਾ। ਜਾ ਕੋ ਤੁਮ ਦੀਨੀ ਪ੍ਰਭ ਧੀਰ। ਹੈ ਵਾਹਿਗੁਰੂ ਜੀ, ਜਿਸ ਵਿਅਕਤੀ ਦੇ ਤਾਈਂ, ਜਿਸ ਭਗਤ ਦੇ ਤਾਈਂ, ਜਿਸ ਮਨੁੱਖ ਦੇ ਤਾਈਂ ਤੁਸੀਂ ਧੀਰ ਬਖਸ਼ ਦਿੱਤੀ, ਜਿਸ ਨੂੰ ਤੁਸੀਂ ਧੀਰਜ ਬਖਸ਼ ਦਿੱਤਾ, ਤਾਂ ਕਿ ਨਿਕਟ ਨਾ ਆਵੇ ਪੀਰ। ਪੀਰ ਦਾ ਅਰਥ ਹੈ ਪੀੜਾ, ਵਕਾਰਾਂ ਦੀਆਂ ਪੀੜਾਂ, ਜੰਮਣ ਮਰਨ ਦੀਆਂ ਪੀੜਾਂ, ਜਮਾਂ ਦੀਆਂ ਪੀੜਾਂ। ਕਿਸੇ ਤਰ੍ਹਾਂ ਦੀ ਪੀੜ, ਦੁੱਖ, ਤਕਲੀਫ ਉਹਦੇ ਨੇੜੇ ਨਹੀਂ ਆਉਂਦਾ ਹੈ। ਕੋਈ ਪੋਹ ਨਹੀਂ ਸਕਦਾ ਉਹਨੂੰ। ਸਰੀਰਕ ਦੁੱਖ ਤਕਲੀਫ ਉਹਨਾਂ ਨੂੰ ਪੋਹ ਨਹੀਂ ਸਕਦਾ। ਕਹੋ ਨਾਨਕ ਮੈਂ ਸੋ ਗੁਰ ਪਾਇਆ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਭਾਈ ਅਸੀਂ ਕਹਿੰਦੇ ਹਾਂ ਕਿ ਉਹ ਗੁਰੂ ਅਸੀਂ ਪ੍ਰਾਪਤ ਕੀਤਾ ਹੈ ਜਿਹੜਾ ਪਾਰ ਬ੍ਰਹਮ ਪੂਰਨ ਦਿਖਾਇਆ। ਜਿਸ ਗੁਰੂ ਮਹਾਰਾਜ ਨੇ ਪਾਰ ਬ੍ਰਹਮ, ਪਾਪਾਂ ਪੁੰਨਾਂ ਤੋਂ, ਸੰਸਾਰ ਤੋਂ, ਮਾਇਆ ਰਚਨਾ ਤੋਂ ਪਰੇ ਆ, ਜੋ ਬ੍ਰਹਮ ਸ਼ੁੱਧ ਸਰੂਪ ਤੇ ਪੂਰਨ ਸਾਰੀ ਸ੍ਰਿਸ਼ਟੀ 'ਚ ਹਰ ਥਾਂ ਸਮਾਇਆ ਹੋਇਆ, ਸਾਰੇ ਗੁਣਾਂ ਕਰਕੇ ਪੂਰਨ, ਸ਼ਕਤੀਆਂ ਕਰਕੇ ਪੂਰਨ, ਉਹ ਪਰਮਾਤਮਾ ਸਾਨੂੰ ਵਿਖਾ ਦਿੱਤਾ ਹੈ। ਜਿਹੜੇ ਸਤਿਗੁਰੂ ਜੀ ਨੇ ਪਾਰ ਬ੍ਰਹਮ ਪੂਰਨ ਪਰਮਾਤਮਾ ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਣਹਾਰ, ਉਹ ਵਿਖਾ ਦਿੱਤਾ ਹੈ। ਅਸੀਂ ਐਸਾ ਗੁਰੂ ਪਾਇਆ, ਸਤਿਗੁਰੂ ਨਾਨਕ ਦੇਵ ਜੀ, ਸਤਿਗੁਰੂ ਰਾਮਦਾਸ ਮਹਾਰਾਜ ਐਸੇ ਸਤਿਗੁਰੂ ਸਾਨੂੰ ਮਿਲੇ ਹਨ। ਗੌੜੀ ਮਹੱਲਾ ਪੰਜਵਾ। ਗੌੜੀ ਰਾਗਣੀ ਦੇ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਅਗਲਾ ਸ਼ਬਦ ਉਚਾਰਨ ਕਰਦੇ ਨੇ, ਦੁਲੱਭ ਦੇ ਪਾਈ ਵੱਡ ਭਾਗੀ। ਹਜ਼ੂਰ ਕਹਿੰਦੇ ਨੇ ਵਡਭਾਗੀ ਮਨੁੱਖ ਨੇ, ਵਡਭਾਗੀ ਜੀਵ ਨੇ ਇਹ ਦੁਰਲੱਭ ਦੇਹ ਪ੍ਰਾਪਤ ਕੀਤੀ ਹੈ। ਮਤਲਬ ਵੀ ਵੱਡਿਆਂ ਭਾਗਾਂ ਦੇ ਨਾਲ ਇਹ ਦੇਹ ਪ੍ਰਾਪਤ ਹੁੰਦੀ ਹੈ। ਇੱਕ ਵਾਰੀ 84 ਲੱਖ ਜੂਨ ਭੋਗਣ ਤੋਂ ਬਾਅਦ ਮਿਲ ਜਾਂਦੀ ਹੈ। ਜੇ ਇਹਨੂੰ ਸਫਲੀ ਨਾ ਕਰੀਏ ਤੇ ਦੁਬਾਰਾ ਫਿਰ 84 ਦਾ ਗੇੜਾ ਗਲ ਪੈਂਦਾ। ਤੇ ਜਿਹੜੇ ਭਗਤੀ ਦੇ ਸਾਧਨਾਂ 'ਚ ਲਾ ਲੈਂਦੇ ਹਨ ਇਸ ਦੇਹ ਨੂੰ, ਫਿਰ ਜਦੋਂ ਤੱਕ ਮੁਕੰਮਲ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ, ਪੁਨ੍ਹਾ ਮਨੁੱਖਾ ਦੇਹ ਮਿਲਦੀ ਰਹਿੰਦੀ ਹੈ। ਪਰ ਜੇ ਖੁੰਝ ਜਾਣ ਭਗਤੀ ਦੇ ਮਾਰਗ ਤੋਂ ਤੇ ਫਿਰ ਪਤਾ ਨਹੀਂ ਕਦੋਂ ਮਿਲੇ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰਹ ਬਾਰ। ਜਿਉ ਬਨ ਫਲ ਪਾਕੇ ਭੋਏ ਗਿਰਹ, ਬਹੁਰ ਨਾ ਲਾਗਹਿ ਡਾਰ। ਦੁਲੱਭ ਜਨਮ, ਪੁੰਨ ਫਲ ਪਾਇਓ, ਬਿਰਥਾ ਜਾਤ ਅਬ ਬਿਕੈ। ਅਗਿਆਨ ਕਰਕੇ ਵਿਰਥਾ ਜਾ ਰਿਹਾ। ਔਰ ਇਸ ਪ੍ਰਕਾਰ ਇੱਥੇ ਹਜ਼ੂਰ ਦੱਸ ਰਹੇ ਨੇ, ਦੁਲੱਭ ਦੇ ਪਾਈ ਵਡ ਭਾਗੀ। ਕਿਉਂਕਿ 184 ਜੂਨ ਸਵਾਈ, ਸਾਰੀਆਂ 84 ਲੱਖ ਜੂਨਾਂ ਹਨ। ਇਹਨਾਂ ਵਿੱਚੋਂ ਮਾਨਸ ਕਉ ਪ੍ਰਭ ਦੀ ਵਡਿਆਈ, ਮਨੁੱਖ ਨੂੰ ਇੱਕ ਵਡਿਆਈ ਬਖਸ਼ੀ ਹੈ ਬੰਦਗੀ ਕਰਨ ਦੀ। ਸਿਮਰਨ ਕਰ ਸਕਦਾ ਇਸ ਦੇਹ ਅੰਦਰ, ਸੂਝ ਸਮਝ ਗਿਆਤ ਬਹੁਤ ਕੁਛ ਬਖਸ਼ਿਆ ਹੈ। ਤਾਂ ਮਹਾਰਾਜ ਕਹਿੰਦੇ ਨੇ, ਇਸ ਪੌੜੀ ਤੇ ਜੋ ਨਰ ਚੁੱਕਾ, ਇਹ ਇੱਕ ਪੌੜੀ ਸੀ ਆਤਮ ਗਿਆਨ ਪ੍ਰਾਪਤ ਕਰਨ ਲਈ, ਸੁਖ ਪ੍ਰਾਪਤ ਕਰਨ ਲਈ। ਜਿਹੜਾ ਇਸ ਪੌੜੀ ਤੋਂ ਚੁੱਕ ਜਾਂਦਾ, ਖੁੰਝ ਜਾਂਦਾ ਹੈ, ਇਸ ਦੇਹ ਦੀ ਸਫਲਤਾ ਨੂੰ ਨਹੀਂ ਧਾਰਨ ਕਰਦਾ, ਇਹਦੀ ਦੁਰਲਭਤਾ ਨੂੰ ਨਹੀਂ ਪਛਾਣਦਾ, ਤੇ ਪਸ਼ੂਆਂ ਜਾਨਵਰਾਂ ਵਾਲੇ ਕੰਮਾਂ 'ਚ ਲੱਗ ਜਾਂਦਾ, ਖਾਣ ਪੀਣ ਭੋਗਣ ਪਹਿਰਨ 'ਚ, ਅਗਿਆਨਤਾ 'ਚ ਗਰਸਿਆ ਜਾਂਦਾ।
ਤੇ ਫਿਰ ਮਹਾਰਾਜ ਕਹਿੰਦੇ ਨੇ ਸੋ ਆਏ ਜਾਏ ਦੁੱਖ ਪਾਏਂਦਾ, ਆਉਂਦਾ ਜਾਂਦਾ ਦੁੱਖ ਪਾਉਂਦਾ ਰਹਿੰਦਾ ਉਹ ਖੂਹ ਦੀਆਂ ਟਿੰਡਾਂ ਵਾਂਗ, ਕਦੇ ਕਿਸੇ ਜਨਮ 'ਚ ਕਦੇ ਕਿਸੇ ਜਨਮ 'ਚ। ਨਾਮ ਨਾ ਜਪ ਹੈ ਤੇ ਆਤਮ ਘਾਤੀ, ਜਪ ਹੈ ਬਹੁ ਵਚਨ ਹੈ। ਇਹ ਮਨੁੱਖ ਦੇਹੀ ਦੁਰਲੱਭ ਦੇਹੀ ਪ੍ਰਾਪਤ ਕਰਕੇ ਜਿਹੜੇ ਨਾਮ ਨਹੀਂ ਜਪਦੇ ਹਨ ਤੇ ਬਹੁ ਵਚਨ, ਤੇ ਉਹ ਆਤਮ ਘਾਤੀ ਆਪਣੇ ਆਪ ਦਾ ਘਾਤ ਕਰਨ ਵਾਲੇ ਨੇ। ਆਤਮ ਘਾਤੀ ਖੁਦਕਸ਼ੀ ਕਰਨ ਵਾਲੇ ਨੂੰ ਕਹਿੰਦੇ ਨੇ, ਜਿਹੜਾ ਖੁਦ ਹੀ ਆਪਣੀ ਖੁਦਕੁਸ਼ੀ ਕਰਦੇ, ਆਪਣੇ ਆਪ ਨੂੰ ਖੋਹ ਦੇ, ਮਾਰ ਦੇਵੇ। ਇਸੇ ਤਰ੍ਹਾਂ ਆਤਮ ਘਾਤੀ ਆਪਣੇ ਆਪ ਨੂੰ ਘਾਤ ਕਰਨ ਵਾਲਾ। ਸਰੀਰਕ ਤੌਰ 'ਤੇ ਲੋਕ ਆਤਮ ਘਾਤ ਕਰਦੇ ਨੇ, ਅਤੇ ਜਿਹੜੇ ਨਾਮ ਨਹੀਂ ਜਪਦੇ ਮਹਾਰਾਜ ਕਹਿੰਦੇ ਆਤਮ ਘਾਤੀ ਨੇ, ਆਪਣੇ ਆਪ ਦਾ ਘਾਤ ਨਾਸ਼ ਕਰਨ ਵਾਲੇ। ਪਾਏ ਕੁਹਾੜਾ ਮਾਰਿਆ ਗਾਫਲ ਆਪਣਾ, ਕਬੀਰ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ। ਪਾਏ ਕੁਹਾੜਾ ਮਾਰਿਆ, ਦੁਨੀਆ ਪਿੱਛੇ ਦੀਨ ਧਰਮ ਛੱਡ ਦਿੱਤਾ, ਦੁਨੀਆ ਨਾਲ ਨਾ ਗਈ। ਇਹ ਤਾਂ ਇੰਝ ਹੈ ਵੀ ਗਾਫਲ ਸੁਸਤ ਵਿਅਕਤੀ ਆਪਣੇ ਆਪ ਨੂੰ ਆਪ ਹੀ ਕੁਹਾੜੇ ਨਾਲ ਵੱਢ ਲੈ। ਇੱਥੇ ਵੀ ਹਜ਼ੂਰ ਕਹਿੰਦੇ ਨੇ ਆਤਮ ਘਾਤੀ, ਜੋ ਨਾਮ ਨਹੀਂ ਜਪਦੇ ਮਨੁੱਖ ਦੇਹੀ ਪ੍ਰਾਪਤ ਕਰਕੇ, ਉਹ ਆਤਮਾ ਦਾ ਆਪਣੇ ਆਪ ਦਾ ਘਾਤ ਕਰਨ ਵਾਲੇ। ਮਰਨਾ ਜਾਹੀ ਜਿਨਾ ਬਿਸਰਤ ਰਾਮ। ਹਜ਼ੂਰ ਗੁਰੂ ਰਾਮਦਾਸ ਮਹਾਰਾਜ ਦੇ ਬਚਨ, ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ, ਤਿਨ ਸੁਣੀ ਦੇ ਫਿਰਹਿ ਬਿਨ ਨਾਵੈ, ਉਹ ਖਬ ਖਬ ਮੋਏ ਕਰਾਂਝਾ। ਭਗਤ ਕਬੀਰ ਜੀ ਨੇ ਵੀ ਕਿਹਾ ਹੈ, ਜਿਹ ਕੁਲ ਪੂਤ ਨ ਗਿਆਨ ਵਿਚਾਰੀ, ਵਿਧਵਾ ਕਸ ਨ ਭਈ ਮਹਿਤਾਰੀ, ਜਿਹ ਨਰ ਰਾਮ ਭਗਤ ਨਹਿ ਸਾਧੀ, ਜਨਮਤ ਕਸ ਨ ਮੂਹ ਅਪਰਾਧੀ। ਜਨਮਦਿਆਂ ਸਾਰੀ ਉਹ ਅਪਰਾਧੀ ਮਰ ਕਿਉਂ ਨਾ ਗਿਆ। ਇੱਥੇ ਵੀ ਹਜ਼ੂਰ ਕਹਿੰਦੇ ਨੇ ਮਰਨਾ ਜਾਹੀ ਜਿਨ੍ਹਾਂ ਬਿਸਰਤ ਰਾਮ। ਮਰ ਕਿਉਂ ਨਹੀਂ ਜਾਂਦੇ ਜਿਨ੍ਹਾਂ ਨੂੰ ਪਰਮਾਤਮਾ ਰਾਮ ਵਿਸਰ ਜਾਂਦਾ, ਉਹ ਮਰ ਕਿਉਂ ਨਹੀਂ ਜਾਂਦੇ? ਕਿਉਂਕਿ ਆਤਮ ਜੀਵਨ ਨਹੀਂ ਰਹਿੰਦਾ, ਆਤਮਕ ਮੌਤ ਤਾਂ ਹੋ ਹੀ ਜਾਂਦੀ ਹੈ, ਅਤੇ ਫਿਰ ਸਰੀਰਕ ਤੌਰ 'ਤੇ ਕਾਹਨੂੰ ਜਿਉਂਦੇ ਫਿਰਦੇ ਨੇ। ਹਜ਼ੂਰ ਕਹਿੰਦੇ ਨੇ ਨਾਮ ਵਿਹੂਨ ਜੀਵਨ ਕੌਣ ਕਾਮ। ਨਾਮ ਤੋਂ ਸਖਣੇ ਵਿਅਕਤੀਆਂ ਦਾ ਜੀਵਨ ਜ਼ਿੰਦਗੀ ਇਹ ਕਿਸ ਕੰਮ ਹੈ ਭਾਈ? ਆਤਮਕ ਮੌਤੇ ਤਾਂ ਮਰੇ ਹੋਏ ਨੇ, ਅਤੇ ਸਰੀਰਕ ਤੌਰ 'ਤੇ ਜਿਉਂਦੇ ਜਾਗਦੇ ਤੁਰੇ ਫਿਰਦੇ ਨੇ। ਇਹੋ ਜਿਹਾ ਜੀਵਨ ਕਿਸ ਕੰਮ ਹੈ? ਰਹਾਓ ਖਾਤ ਪੀਤ ਖੇਲਤ ਹਸਤ ਵਿਸਥਾਰ। ਖਾਂਦੇ ਹਨ, ਪੀਂਦੇ ਹਨ, ਖੇਡਦੇ ਹਨ, ਮੌਜਾਂ ਮਾਣਦੇ ਹਨ, ਕਈ ਰੰਗ ਤਮਾਸ਼ੇ ਖੇਲਾਂ ਵੇਖਦੇ ਨੇ, ਆਪ ਖੇਡਦੇ ਨੇ, ਹੱਸਦੇ ਨੇ। ਇਹੋ ਜਿਹੇ ਖਿਲਾਰੇ ਤਾਂ ਖਿਲਾਰ ਲਏ, ਵਿਸਥਾਰ ਕਰ ਲਿਆ ਬੜਾ, ਮਕਾਨ ਵੱਡੇ ਵੱਡੇ ਬਣਾ ਲਏ, ਜ਼ਮੀਨਾਂ ਜਾਇਦਾਦਾਂ ਬਣਾ ਲਈਆਂ, ਬੜੇ ਫੈਲਾਅ ਕੀਤੇ, ਬੜੇ ਵਿਸਥਾਰ ਕੀਤੇ, ਬੜੇ ਅਡੰਬਰ ਰਚ ਲਏ। ਪਰ ਹਜ਼ੂਰ ਕਹਿੰਦੇ ਨੇ ਜੇ ਨਾਮ ਨਹੀਂ ਜਪਦੇ ਤਾਂ ਇੰਜਾ ਕਵਨ ਅਰਥ ਮਿਰਤਕ ਸ਼ਿੰਗਾਰ। ਜਿਹੜਾ ਮਿਰਤਕ ਹੈ, ਮਰਿਆ ਹੋਇਆ ਸਰੀਰ ਹੈ, ਉਹਨੂੰ ਸ਼ਿੰਗਾਰ ਲਾਈ ਜਾਓ, ਅਤੇ ਉਹ ਕਿਹੜੇ ਕੰਮ? ਹਜ਼ੂਰ ਨੇ ਕਿਹਾ ਜੇ ਮਿਰਤਕ ਕੋ ਚੰਦਨ ਚੜਾਵੈ, ਉਸ 'ਤੇ ਕਹੋ ਕਵਨ ਫਲ ਪਾਵੈ। ਦੱਸੋ ਬਈ ਉਸ ਤੋਂ ਕੀ ਫਲ ਪ੍ਰਾਪਤ ਕਰੋਗੇ? ਜੇ ਮਿਰਤਕ ਕੋ ਬਿਸ਼ਟਾ ਮਾਹੇ ਰੁਲਾਈ, ਜੇ ਮਰੇ ਸਰੀਰ ਨੂੰ ਗੰਦਗੀ 'ਚ ਵੀ ਰਲਾਤਾ ਜਾਏ ਤਾਂ ਉਹ ਮਿਰਤਕ ਕਾ ਕਿਆ ਘਟ ਜਾਈ, ਤਾਂ ਉਹ ਮਿਰਤਕ ਦਾ ਕੀ ਘਟ ਜਾਏਗਾ? ਉਂਝ ਵੀ ਮਿੱਟੀ 'ਚ ਮਿਲਣਾ ਉਸਨੇ, ਖਾਕ ਹੀ ਹੋਣਾ ਨਾ। ਤਾਂ ਜਿਵੇਂ ਮਿਰਤਕ ਸਰੀਰ ਨੂੰ ਸ਼ਿੰਗਾਰ ਲਾਏ ਹੋਏ ਕਿਸ ਅਰਥ, ਕਮਨ ਅਰਥ, ਕਿਹੜੇ ਕੰਮ ਆਉਣਗੇ? ਇਸੇ ਤਰ੍ਹਾਂ ਮਹਾਰਾਜ ਕਹਿੰਦੇ ਇਹ ਜਿਹੜਾ ਜੀਵਨ ਹੈ ਸਿਮਰਨ ਤੋਂ ਬਗੈਰ ਜਲ ਜਾਓ ਜੀਵਨ ਨਾਮ ਬਿਨਾ। ਸੜ ਜਾਣਾ ਚਾਹੀਦਾ ਇਹੋ ਜਿਹਾ ਨਕੰਮਾ ਜੀਵਨ ਨਾਮ ਤੋਂ ਬਗੈਰ ਜੋ ਹੈ ਕਿਸ ਕੰਮ? ਇਹ ਕਾਹਦਾ ਜੀਵਨ ਹੋਇਆ? ਇੰਝ ਕਹਿ ਰਹੇ ਨੇ ਜੋ ਨਾ ਸੁਣ ਹੈ ਜਸ ਪਰਮਾਨੰਦਾ, ਜੋ ਪਰਮ ਆਨੰਦ ਸਰੂਪ ਹਨ ਵਾਹਿਗੁਰੂ ਜੀ। ਐਸੇ ਵਾਹਿਗੁਰੂ ਦੇ ਜਸ ਨੂੰ ਜਿਹੜੇ ਕੰਨਾਂ ਨਾਲ ਸੁਣਦੇ ਨਹੀਂ। ਜੇ ਕਿਤੇ ਜਾਣਾ ਪੈ ਜਾਏ ਨਾ ਸਤਸੰਗਤ ਵਿੱਚ, ਕਿਸੇ ਦੇ ਘਰ 'ਚ ਪ੍ਰੋਗਰਾਮ ਹੈ ਅਤੇ ਬੱਧੇ ਰੁੱਧੇ ਜਾਣਾ ਜਾਂ ਅਖੀਰ ਜੇ 'ਤੇ ਜਾਣਾ, ਜਦੋਂ ਸਮਾਪਤੀ ਹੋਣ ਲੱਗੇਗੀ ਵੀ 10 ਕੁ ਮਿੰਟ ਹਾਜ਼ਰੀ ਭਰ ਕੇ ਲੰਗਰ ਪਾਣੀ ਛਕ ਕੇ ਕੰਨੀਆਂ ਵਲੇੜ ਕੇ ਆ ਜਾਵਾਂਗੇ, ਐਵੇਂ ਸਮਾਂ ਇੰਨਾ ਬਰਬਾਦ ਕਰਨਾ। ਸੁਣਨ ਦੀ ਰੁਚੀ ਨਹੀਂ ਹੈ। ਔਰ ਮੈਂ ਪੰਜਾਬ ਦੇ ਵਿੱਚ ਬੜੇ ਬੜੇ ਵੱਡੇ ਕੀਰਤਨ ਦਰਬਾਰ ਵੀ ਹੁੰਦੇ ਵੇਖੇ ਨੇ, ਬੜੇ ਬੜੇ ਮਹਾਨ ਰਾਗੀ, ਬਹੁਤ ਸੁੰਦਰ ਕੀਰਤਨ ਕਰਨ ਵਾਲੇ, ਬੜੇ ਬੜੇ ਵਿਦਵਾਨ ਸੱਜਣ ਕਥਾ ਕਰਨ ਵਾਲੇ ਆਉਂਦੇ ਨੇ। ਪਰ ਈਰਖਾ ਵਸ ਜਾਂ ਉਂਝ ਵੀ ਘਰਾਂ 'ਚੋਂ ਉੱਠ ਕੇ ਉੱਥੇ ਦੀਵਾਨ ਸਥਾਨ 'ਤੇ ਆ ਕੇ ਬੈਠਣ ਨੂੰ ਲੋਕ ਤਿਆਰ ਨਹੀਂ। ਜੇ ਲੱਡੂ ਪੇੜੇ ਜਲੇਬੀਆਂ ਵੰਨ ਸੁਵੰਨੇ ਖਾਣੇ ਪਕਾ ਕੇ ਰੱਖੋ ਤਾਂ ਉਹ ਆ ਜਾਣਗੇ ਖਾਣ ਵਾਸਤੇ, ਉਹਨੇ ਕਿਸਮ ਦੇ। ਪਰ ਸੁਣਨ ਵਾਸਤੇ ਰੁਚੀ ਬਹੁਤ ਘੱਟ ਹੈ। ਅੰਦਰੋਂ ਰੁਚੀ ਧਾਰ ਕੇ ਜੋ ਨਹੀਂ ਸੁਣਦੇ ਪਰਮਾਨੰਦ ਪਰਮਾਤਮਾ ਦੇ ਜਸ ਨੂੰ,
ਉਹ ਜੀਵ ਕਿਹੋ ਜਿਹੇ ਨੇ ਜੀ? ਪਸ ਪੰਖੀ ਤ੍ਰਿਗਦ ਜੂਨ ਤੇ ਮੰਦਾ। ਪਸ਼ੂਆਂ ਪੰਛੀਆਂ ਤੇ ਤ੍ਰਿਗਦ ਜੂਨ ਹੁੰਦੀ ਹੈ ਢਿੱਡ ਘਸਾ ਕੇ ਤੁਰਨ ਵਾਲੇ ਜੀਵ, ਜਿਵੇਂ ਕਿਰਲਾ ਹੈ, ਡੱਡੂ ਹੈ, ਸੱਪ ਹੈ, ਕੀੜੇ ਮਕੌੜੇ ਨੇ। ਤ੍ਰਿਗਦ ਹੁੰਦਾ ਵਿੰਗਾ ਟੇਢਾ ਚੱਲਣ ਵਾਲਾ, ਜਿਵੇਂ ਕਿਰਲਾ ਇੱਕ ਪੈਰ ਰੱਖਦਾ ਅਗਲਾ ਤੇ ਫਿਰ ਵਿੰਗ ਜਿਹਾ ਪੈਂਦਾ, ਫਿਰ ਦੂਜੇ ਪਾਸੇ ਨੂੰ ਅਗਲਾ ਪੈਰ ਰੱਖਦਾ, ਫਿਰ ਵਿੰਗ ਪੈਂਦਾ। ਇਸ ਤਰ੍ਹਾਂ ਵਿੰਗੇ ਟੇਢੇ ਹੋ ਕੇ ਚੱਲਣ ਵਾਲੇ, ਢਿੱਡ ਘਸਾ ਕੇ ਤੁਰਨ ਵਾਲੇ, ਇਹਨਾਂ ਜੂਨਾਂ ਤੋਂ ਵੀ ਹਜ਼ੂਰ ਕਹਿੰਦੇ ਉਹ ਮੰਦੇ ਨੇ ਸਾਡੀ ਦ੍ਰਿਸ਼ਟੀ ਵਿੱਚ। ਜਿਹੜੇ ਵਾਹਿਗੁਰੂ ਦਾ ਜਸ ਭਾਵਨਾ ਨਾਲ ਸੁਣਨਾ ਨਹੀਂ ਨਾ ਚਾਹੁੰਦੇ, ਰੁਚੀ ਨਹੀਂ, ਸੁਣਦੇ ਹੀ ਨਹੀਂ, ਤਾਂ ਉਹ ਪਸ਼ੂਆਂ ਪੰਛੀਆਂ ਤੇ ਟੇਢੀਆਂ ਜੂਨਾਂ, ਢਿੱਡ ਘਸਾ ਕੇ ਤੁਰਨ ਵਾਲੇ ਜੀਆਂ ਦੀਆਂ ਜੂਨੀਆਂ ਨਾਲੋਂ ਵੀ ਮੰਦੇ ਹਨ। ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਸਤਿਗੁਰੂ ਮਹਾਰਾਜ ਕਹਿੰਦੇ ਹਨ, ਅਸੀਂ ਕਹਿੰਦੇ ਤੁਸੀਂ ਵੀ ਇਹ ਗੱਲ ਕਹੋ ਤੇ ਗੁਰੂ ਸਾਹਿਬ ਜੀ ਨੇ ਪਰਮੇਸ਼ਰ ਦੇ ਨਾਮ ਦਾ ਮੰਤਰ ਦ੍ਰਿੜ ਕਰਾਇਆ ਸਿੱਖਾਂ ਨੂੰ। ਜਿਵੇਂ ਭਜਨ ਹਨ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇ ਨਾ, ਸੋ ਐਸਾਰ ਧਿਆਈਐ ਮੇਰੇ ਜੀੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਊਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਜਹ ਹਰ ਸਿਮਰਨ ਭਇਆ ਤਹ ਉਪਾਦ, ਗਤ ਕੀਨੀ ਵੱਡ ਭਾਗੀ ਹਰ ਜਪਨਾ। ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ। ਸਤਿਗੁਰੂ ਮਹਾਰਾਜ ਨੇ ਵਾਹਿਗੁਰੂ ਦਾ ਨਾਮ ਹੀ ਦ੍ਰਿੜ ਕਰਾਇਆ। ਸਤਿਗੁਰੂ ਜੀ ਨੇ, ਗੁਰੂ ਸਾਹਿਬ ਜੀ ਨੇ ਇੱਕ ਮੰਤਰ, ਵਾਹਿਗੁਰੂ ਦਾ ਨਾਮ ਦਾ ਮੰਤਰ ਉਪਦੇਸ਼ ਦ੍ਰਿੜ ਕਰਾਇਆ। ਅਤੇ ਉਸ ਉਪਦੇਸ਼ ਰਾਹੀਂ ਕੀ ਹੋਇਆ? ਕੇਵਲ ਨਾਮ ਰਿਦ ਮਾਹੇ ਸਮਾਇਆ। ਜਿਨ੍ਹਾਂ ਨੂੰ ਸਤਿਗੁਰਾਂ ਨੇ ਗੁਰਮੰਤਰ ਦ੍ਰਿੜ ਕਰਾ ਦਿੱਤਾ, ਉਪਦੇਸ਼ ਦ੍ਰਿੜ ਕਰਾਇਆ ਹੈ, ਜਿਨ੍ਹਾਂ ਨੇ ਗੁਰੂ ਦਾ ਮੰਤਰ ਉਪਦੇਸ਼ ਦ੍ਰਿੜ ਕਰ ਲਿਆ, ਉਹਨਾਂ ਦੀ ਕੀ ਅਵਸਥਾ ਹੈ? ਕੇਵਲ ਤੇ ਕੇਵਲ ਵਾਹਿਗੁਰੂ ਦਾ ਨਾਮ ਹੀ ਉਹਨਾਂ ਦੇ ਹਿਰਦੇ 'ਚ ਸਮਾਇਆ ਰਹਿੰਦਾ, ਹੋਰ ਚੀਜ਼ਾਂ ਹਿਰਦੇ 'ਚੋਂ ਨਿਕਲ ਗਈਆਂ। ਕਾਮ ਵਾਸ਼ਨਾ, ਕ੍ਰੋਧ ਵਾਲੀ ਬਿਰਤੀ, ਮੋਹ ਲੋਭ ਹੰਕਾਰ, ਆਸਾ ਤ੍ਰਿਸ਼ਨਾ, ਈਰਖਾ, ਦੁਈ ਦਵੈਤ ਵੈਰ ਭਾਵਨਾ, ਇਹ ਉੱਥੇ ਨਹੀਂ ਰਿਹਾ। ਕੇਵਲ ਵਾਹਿਗੁਰੂ ਦਾ ਨਾਮ ਹਿਰਦੇ ਅੰਦਰ ਸਮਾਇਆ ਰਹਿੰਦਾ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗਣੀ ਅੰਦਰ ਗੁਰਦੇਵ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾਤਾ ਜੀ ਉਪਦੇਸ਼ ਦੇ ਰਹੇ ਨੇ। ਕਾ ਕੀ ਮਾਈ ਕਾ ਕੋ ਬਾਪ, ਕਾ ਕੀ ਕਿਸ ਦੀ ਹੈ ਮਾਈ? ਮਾਂ। ਮਾਂ ਤਾਂ ਹੈ ਨਾ ਸਾਡੀ ਸਾਰਿਆਂ ਦੀ। ਸਭ ਇੱਕ ਪਾਸੇ ਮਰਿਆਦਾ ਵੀ ਹੋਵੇ, ਸਰਵਣ ਵਿਰਲਾ ਕੋਈ, ਪਰ ਇੱਕ ਪਾਸੇ ਨਾਮਦੇਵ ਜੀ ਨੇ ਆਪਣੀ ਮਾਂ ਨੂੰ ਜਵਾਬ ਵੀ ਦਿੱਤਾ ਸੀ। ਮੁਸ ਇੱਕ ਵਾਰ ਨਾਮਦੇਵ ਜੀ ਦਾ ਬਚਨ ਹੈ ਕਿ ਮੇਰੀ ਮਾਂ ਰੋਣ ਲੱਗ ਪਈ ਸੀ, ਰੁਦਨ ਕਰੈ ਨਾਮੈ ਕੀ ਮਾਈ। ਉਹ ਕਬੀਰ ਜੀ ਦਾ ਬਚਨ ਹੈ, ਮੁਸ ਰੋਵੈ ਕਬੀਰ ਕੀ ਮਾਈ, ਅਤੇ ਨਾਮਦੇਵ ਜੀ ਕਹਿੰਦੇ ਰੁਦਨ ਕਰੈ ਨਾਮੈ ਕੀ ਮਾਈ। ਨਾਮਦੇਵ ਦੀ ਮਾਂ ਰੋਂਦੀ ਸੀ। ਛੋੜ ਰਾਮ ਕੀ ਨਾ ਭਜੈ ਖੁਦਾਏ, ਰਾਮ ਰਾਮ ਕਹਿਣਾ ਛੱਡ ਦੇ, ਖੁਦਾ ਖੁਦਾ ਕਹਿਣ ਲੱਗਾ ਤੂੰ ਮੋਹ ਕਰਦੀ ਹੋਏਗੀ, ਪਰ ਮੈਂ ਮੋਹ ਨਹੀਂ ਕਰਦਾ। ਮੈਂ ਤਾਂ ਆਪਣੇ ਗੁਰੂ ਦੇ ਬਚਨ ਨੂੰ ਮੁੱਖ ਰੱਖਿਆ। ਇਹ ਦੁਨਿਆਵੀ ਬਾਦਸ਼ਾਹ ਮੈਨੂੰ ਕਹਿੰਦਾ ਰਾਮ ਰਾਮ ਕਹਿਣਾ ਛੱਡ ਦੇ, ਖੁਦਾ ਖੁਦਾ ਕਹਿ, ਇਹਦੇ ਅਧੀਨ ਹੋ ਕੇ ਖੁਦਾ ਨਹੀਂ ਕਹਿਣਾ। ਪਰ ਰਾਮ ਤੇ ਖੁਦਾ ਇੱਕੋ ਦੇ ਨਾਮ ਨੇ, ਇੱਕੋ ਹੀ ਸ਼ਕਤੀ ਹੈ ਪਰਮਾਤਮਾ, ਜਿਹਦਾ ਖੁਦਾ ਵੀ ਨਾਮ ਹੈ, ਅੱਲਾ ਵੀ, ਰਾਮ ਵੀ, ਗੋਬਿੰਦ ਵੀ, ਰਹੀਮ ਵੀ, ਕਰੀਮ ਵੀ। ਪਰ ਇਹਦੇ ਅਧੀਨ ਹੋ ਕੇ ਕਿਉਂ ਖੁਦਾ ਕਵਾਂ ਅਤੇ ਰਾਮ ਰਾਮ ਕਿਉਂ ਨਾ ਕਵਾਂ? ਮੈਂ ਸੁਤੰਤਰ ਹਾਂ, ਰੱਬ ਦਾ ਭਗਤ ਹਾਂ। ਜੇ ਇਹਦੇ ਅਧੀਨ ਹੋ ਗਿਆ ਤਾਂ ਫਿਰ ਪਰਮਾਤਮਾ ਦੇ ਨਾਮ ਨੂੰ ਵੱਟਾ ਲੱਗਦਾ। ਕਹਿੰਦੇ ਰੁਦਨ ਕਰੈ ਨਾਮੈ ਕੀ ਮਾਏ, ਛੋੜ ਰਾਮ ਕੀ ਨਾ ਭਜੈ ਖੁਦਾਏ। ਤੇ ਨਾਮਦੇਵ ਜੀ ਕਹਿਣ ਲੱਗੇ ਨਾ ਹਉ ਤੇਰਾ ਪੂੰਗਰਾ, ਨਾ ਤੂੰ ਮੇਰੀ ਮਾਏ, ਪਿੰਡ ਪਰੈ ਤਉ ਹਰ ਗੁਣ ਗਾਏ। ਇਹਦਾ ਮਤਲਬ ਇਹ ਨਹੀਂ ਕਿ ਨਾਮਦੇਵ ਜੀ ਸਤਿਕਾਰ ਨਹੀਂ ਸੀ ਕਰਦੇ ਆਪਣੀ ਮਾਂ ਦਾ, ਨਹੀਂ, ਮਾਤਾ ਪਿਤਾ ਦਾ ਦੇਣ ਤੱਕ ਉਹ ਦੇ ਨਹੀਂ ਸਕਦਾ। ਪਰ ਹਜ਼ੂਰ ਕਹਿੰਦੇ ਜਿਹੜਾ ਮੋਹ ਧਾਰਨ ਕੀਤਾ ਨਾ, ਇਹ ਦੱਸ, ਤੈਨੂੰ ਦੱਸ ਰਹੇ ਹਾਂ ਵੀ ਕਿਸ ਦੀ ਹੈ ਮਾਂ, ਕਿਸ ਦਾ ਹੈ ਪਿਤਾ। ਪਿਤਾ ਦੇ ਅੰਦਰ ਵੀ ਆਤਮਾ, ਮਾਂ ਦੇ ਅੰਦਰ ਵੀ ਆਤਮਾ, ਤੇਰੇ ਅੰਦਰ ਵੀ ਆਤਮਾ, ਸਾਰਿਆਂ ਦੇ ਅੰਦਰ ਇੱਕੋ ਹੀ ਆਤਮਾ, ਇੱਕੋ ਜਿਹੀ। ਨਾਮ ਧਰੀਕ ਝੂਠੇ ਸਭ ਸਾਕ, ਇਹ ਸਰੀਰਾਂ ਦੇ ਨਾਮ ਪਏ ਨੇ, ਪਿਓ ਹੈ, ਮਾਂ ਹੈ, ਭਰਾ ਹੈ, ਭੈਣ ਹੈ, ਸੰਬੰਧੀ ਨੇ। ਨਾਮ ਧਰੀਕ ਝੂਠੇ ਸਭ ਸਾਕ, ਇਹ ਨਾਮ ਪਏ ਹੋਏ ਨੇ ਜਿਹੜੇ ਵਿਖਾਵੇ ਮਾਤਰ, ਕਹਿਣ ਮਾਤਰ। ਇਹ ਸਾਰੇ ਜਿਹੜੇ ਸਾਕ ਨੇ ਨਾ, ਕਹਿਣ ਮਾਤਰ ਨੂੰ ਇਹ ਦਿਸ ਰਹੇ, ਸਭ ਝੂਠੇ ਨੇ, ਕਿਉਂਕਿ ਸਰੀਰ ਝੂਠੇ ਨੇ ਨਾ, ਬਿਨਸ ਜਾਣ ਵਾਲੇ। ਕਾਹੇ ਕੋ ਮੂਰਖ ਪਖਲਾਇਆ, ਕਿਸ ਵਾਸਤੇ ਮੂਰਖਾ ਤੂੰ ਬੋਲੀ ਜਾਂਦਾ? ਹਾਏ ਮੇਰਾ ਪਿਤਾ, ਹਾਏ ਮੇਰਾ ਭੈਣ ਭਰਾ, ਫਲਾਣਾ ਟਿੰਗੜਾ।
ਕਹਿੰਦੇ ਮੂਰਖਾ ਕਾਹਦੇ ਵਾਸਤੇ ਪਖਲਾਇਆ ਬੋਲੀ ਜਾਣਾ, ਇੰਜ ਬੋਲਦਾ ਜਿਵੇਂ ਸੁਪਨੇ 'ਚ ਕੋਈ ਬਰੜਾਉਂਦਾ ਹੈ। ਪਖਲਾਉਣਾ ਹੁੰਦਾ ਵੀ ਜਿਵੇਂ ਸੁਪਨੇ 'ਚ ਸੁੱਤਾ ਹੋਇਆ ਵਿਅਕਤੀ ਕਈ ਵਾਰੀ ਉੱਚੀ ਜਿਹੀ ਬੋਲਣ ਲੱਗ ਪੈਂਦਾ। ਇਸੇ ਤਰ੍ਹਾਂ ਇਹ ਜਗਤ ਤੇ ਸੁਪਨਾ ਹੈ, ਤੇ ਸੁਪਨੇ ਵਿੱਚ ਤੂੰ ਸੁੱਤਾ ਪਿਆ ਬਰੜਾ ਰਿਹਾ ਹੈ। ਇਹ ਸੁਪਨਾ ਹੀ ਹੈ ਸੰਸਾਰ, ਜਿਹਨੂੰ ਤੂੰ ਸੱਚਾ ਮੰਨ ਲਿਆ ਤੇ ਸੁਪਨੇ ਵਾਂਗ ਤੂੰ ਬਰੜਾ ਰਿਹਾ। ਸੁਪਨੇ ਜਿਵੇਂ ਵਿਅਕਤੀ ਸੁੱਤਾ ਪਿਆ ਬਰੜਾਉਂਦਾ। ਤੈਨੂੰ ਦਸੀਏ ਮਿਲ ਸੰਜੋਗ ਹੁਕਮ ਹੈ ਤੂੰ ਆਇਆ। ਵਾਹਿਗੁਰੂ ਦੇ ਹੁਕਮ ਦੁਆਰਾ ਤੇ ਆਪਣੇ ਤੇਰੇ ਕਰਮਾਂ ਦੇ ਕਰਕੇ ਜਿਹੜਾ ਇਹਨਾਂ ਨਾਲ ਸੰਜੋਗ ਤੇਰਾ ਬਣਿਆ, ਤੇ ਤਾਂ ਤੂੰ ਇਹਨਾਂ ਸੰਬੰਧੀਆਂ ਨਾਲ ਮਿਲ ਕੇ ਇਸ ਦੁਨੀਆ 'ਚ ਆਇਆ। ਇਹ ਲੈਣੇ ਦੇਣੇ ਦੇ ਸੰਬੰਧ ਨੇ। ਸਾਡੀ ਜਥੇਬੰਦੀ 'ਚ ਇੱਕ ਬਜ਼ੁਰਗ ਬਾਪੂ ਸਨ, ਬਾਪੂ ਜਗੀਰ ਸਿੰਘ ਜੀ ਨਾਂ ਸੀ ਉਹਨਾਂ ਦਾ। ਅੰਮ੍ਰਿਤਸਰ ਜ਼ਿਲ੍ਹੇ 'ਚ ਪਿੰਡ ਸੀ ਉਹਨਾਂ ਦਾ। ਬੜੇ ਭਜਨੀਕ ਸਨ ਅਤੇ ਉਹਨਾਂ ਨੂੰ ਵੱਡੇ ਮਹਾਂਪੁਰਸ਼ਾਂ ਸੰਤ ਗੁਰਬਚਨ ਸਿੰਘ ਖਾਲਸਾ ਜੀ ਨੇ ਦੱਸਿਆ ਸੀ ਕਿ ਤੁਹਾਡਾ ਇੱਕ ਜਨਮ ਹੋਰ ਹੈ। ਇਹ ਵਚਨ ਪਹਿਲਾਂ ਉਹਨਾਂ ਮੈਨੂੰ ਦੱਸਿਆ ਵੀ ਮਹਾਂਪੁਰਸ਼ਾਂ ਨੇ ਮੈਨੂੰ ਕਿਹਾ ਸੀ ਵੀ ਇੱਕ ਜਨਮ ਤੇਰਾ ਹੋਰ ਹੈ। ਇਸ ਜਨਮ ਵਿੱਚ 75 ਵਰ੍ਹੇ ਉਮਰ ਹੋਵੇਗੀ ਅਤੇ ਅਗਲੇ ਜਨਮ ਦੇ ਵਿੱਚ ਬੜੇ ਧਨਾੜ ਗੁਰਸਿੱਖਾਂ ਸ਼ਾਹੂਕਾਰਾਂ ਦੇ ਘਰ ਜਨਮ ਹੋਵੇਗਾ, ਅਤੇ 25 ਸਾਲ ਦੀ ਵਰੇਸ ਵਿੱਚ 25 ਸਾਲ ਦੀ ਉਮਰ ਵਿੱਚ ਤੁਸੀਂ ਚੜ੍ਹਾਈ ਕਰ ਜਾਓਗੇ, ਅਤੇ ਉਦੋਂ ਬਾਅਦ ਤੁਹਾਡਾ ਦੁਨੀਆ 'ਤੇ ਆਉਣਾ ਜਾਣਾ ਨਹੀਂ ਰਹੇਗਾ। ਬਸ ਇੱਕੋ ਹੀ ਜਨਮ ਹੋ ਰਹਿੰਦਾ। ਇਹ ਵਚਨ ਉਹਨਾਂ ਨੇ ਦੱਸਿਆ। ਅਤੇ ਫਿਰ ਜਦੋਂ ਉਹਨਾਂ ਦੀ ਉਮਰ ਪਹੁੰਚ ਗਈ ਸੀ 75 'ਤੇ ਉਹਨਾਂ ਮੈਨੂੰ ਦੱਸਿਆ ਸੀ ਕਿ ਹੁਣ ਉਮਰ ਵੀ ਪੂਰੀ ਹੋ ਚੱਲੀ ਹੈ, ਅਤੇ ਮੈਨੂੰ ਆਪ ਨੂੰ ਵੀ ਗੁਰੂ ਮਹਾਰਾਜ ਨੇ ਗਿਆਨ ਬਖਸ਼ ਦਿੱਤਾ ਕਿ ਮੇਰਾ ਜਨਮ ਕਿਹਨਾਂ ਦੇ ਘਰ 'ਚ ਹੋਣਾ। ਅਤੇ ਮੈਂ ਪੁੱਛਿਆ ਸੀ ਵੀ ਕਿੱਥੇ ਜਨਮ ਹੋਣਾ ਜੀ? ਕਹਿੰਦੇ ਨਹੀਂ, ਇਹ ਨਹੀਂ ਗੱਲ ਦੱਸਣੀ। ਹੱਸ ਪਏ। ਕਹਿੰਦੇ ਫਿਰ ਤੁਸੀਂ ਸਾਰੇ ਸਿੰਘ ਰੌਲਾ ਪਾਓਗੇ, ਉੱਥੇ ਵੇਖਣ ਜਾਇਆ ਕਰੋਗੇ ਵੀ ਇਹ ਬਾਪੂ ਜਗੀਰ ਸਿੰਘ ਦੁਬਾਰਾ ਜੰਮਿਆ। ਇਹ ਗੱਲਾਂ ਗੁਪਤ ਰੱਖੀ ਦੀਆਂ, ਇਹ ਨਹੀਂ ਦੱਸਣੀ। ਪਰ ਮੈਨੂੰ ਪਤਾ ਲੱਗ ਚੁੱਕਾ ਉਸ ਪਰਿਵਾਰ ਨਾਲ ਮੇਰਾ ਪਿਛਲੇ ਜਨਮਾਂ ਦਾ ਲੈਣਾ ਦੇਣਾ ਰਹਿੰਦਾ, ਇਸ ਕਰਕੇ ਮੈਨੂੰ ਅਜੇ ਆਉਣਾ ਪੈਣਾ ਇੱਕ ਵਾਰੀ। ਇਹੀ ਮਹਾਂਪੁਰਸ਼ਾਂ ਕਿਹਾ ਸੀ। ਸੋ ਇਸ ਪ੍ਰਕਾਰ ਹਜ਼ੂਰ ਸਾਨੂੰ ਸਮਝਾ ਰਹੇ ਨੇ, ਮਿਲ ਸੰਜੋਗ ਹੁਕਮ ਹੈ ਤੂੰ ਆਇਆ। ਵਾਹਿਗੁਰੂ ਦੇ ਹੁਕਮ ਦੁਆਰਾ ਸੰਜੋਗ ਕਰਕੇ, ਜਿਹੜਾ ਲੈਣੇ ਦੇਣੇ ਦਾ ਸੰਜੋਗ ਹੈ ਨਾ, ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨਾ ਸਹਾਈ। ਜਿਨ੍ਹਾਂ ਨਾਲ ਪਿਛਲੇ ਸੰਬੰਧ ਸਾਡੇ ਚਲੇ ਆਉਂਦੇ ਨੇ ਉੱਥੇ ਹੀ ਜਨਮ ਹੁੰਦਾ, ਅਤੇ ਮਿਲ ਕੇ ਨਾ ਸੰਬੰਧੀਆਂ, ਜਿਵੇਂ ਮਾਤਾ ਪਿਤਾ ਰਾਹੀਂ ਜਨਮ ਹੁੰਦਾ ਸਰੀਰ ਦਾ, ਇਹਨਾਂ ਨੂੰ ਮਿਲ ਕੇ ਤੂੰ ਆਇਆ ਇਸ ਦੁਨੀਆ 'ਤੇ। ਰਹਾਓ ਏਕਾ ਮਾਟੀ ਏਕਾ ਜੋਤ। ਹਜ਼ੂਰ ਕਹਿੰਦੇ ਇੱਕੋ ਜਿਹੀ ਮਿੱਟੀ ਲੱਗੀ ਸਾਰਿਆਂ ਨੂੰ। 5 ਤੱਤਾਂ ਦੇ ਸਰੀਰ ਨੇ ਨਾ, ਇੱਕੋ ਹੀ ਜੋਤ ਆ ਨਿਰੰਕਾਰ ਦੀ ਆਤਮਾ ਜਿਹੜੀ ਸਾਡੇ ਅੰਦਰ। ਇੱਕੋ ਪਵਨ, ਇੱਕੋ ਹੀ ਪਵਨ ਹੈ, ਹਵਾ ਜਿੱਧਰ ਸਵਾਸ ਚੱਲ ਰਹੇ ਸਾਡੇ। ਕਹਾਂ ਕੌਣ ਰੋਤ, ਫਿਰ ਕਿੱਥੇ ਕੌਣ ਕਿਸ ਨੂੰ ਰੋਂਦਾ ਫਿਰੇ, ਕਿੱਥੇ ਜਾ ਕੇ ਰੋਈਏ, ਕੌਣ ਰੋਵੇ ਕਿਸੇ ਨੂੰ, ਕਿਉਂ ਕਿਸ ਵਾਸਤੇ ਰੋਣਾ ਧੋਣਾ ਵਿਰਲਾਪ ਕਰਨਾ। ਭਾਈ ਜੇ ਇਹ ਗਿਆਨ ਸਮਝ ਲਈਏ ਤਾਂ ਮੇਰਾ ਮੇਰਾ ਕਰ ਬਿਲ ਲਾਹੀ। ਮਹਾਰਾਜ ਕਹਿੰਦੇ ਤੂੰ ਮੇਰਾ ਮੇਰਾ ਕਰਕੇ ਵਿਰਲਾਪ ਕਰੀ ਜਾਂਦਾ। ਬਿਲਾਹੀ ਵਿਰਲਾਪ ਕਰਦੇ ਨੇ ਲੋਕ। ਇਹ ਮੇਰਾ ਸੰਬੰਧੀ ਸੀ, ਮੇਰਾ ਪਤੀ ਸੀ, ਮੇਰਾ ਪਿਤਾ ਸੀ, ਮੇਰਾ ਭਰਾ ਸੀ, ਮੇਰਾ ਫਲਾਣਾ ਸੀ, ਇੰਜ ਕਰ ਕਰਕੇ ਲੋਕ ਬਿਲਾਹੀ ਵਿਰਲਾਪ ਕਰਦੇ, ਕਹਾਹੀ ਕਲਾਪ ਕਰਦੇ ਨੇ, ਵਿਲਕਦੇ ਨੇ। ਪਰ ਹਜ਼ੂਰ ਕਹਿੰਦੇ ਨੇ ਮਰਨ ਹਾਰ ਇਹ ਜੀਅਰਾ ਨਾਹੀਂ। ਕਿਉਂ ਕਲਪਦੇ ਹੋ? ਇਹ ਜਿਹੜਾ ਜੀਅਰਾ ਜੀਵ ਆਤਮਾ ਹੈ ਤੇ ਮਰਨ ਵਾਲਾ ਹੈ ਹੀ ਨਹੀਂ। ਸਰੀਰ ਮਰ ਗਿਆ ਤੇ ਤੁਹਾਡਾ ਵੀ ਨਹੀਂ ਰਹਿਣਾ। ਪਰ ਜਿਹੜਾ ਵਿੱਚ ਸੀ, ਜਿਹਦੇ ਆਸਰੇ ਸਰੀਰ ਸੀ, ਆਤਮਾ, ਇਹ ਜੀਅਰਾ ਨਿਰਮੋਲਕ, ਜਿਵੇਂ ਕਿ ਬੜੀ ਨਿਰਮੋਲਕ ਵਸਤੂ ਆਤਮਾ। ਇਹ ਜੀਅਰਾ ਇਹ ਮਰਨਹਾਰ ਨਹੀਂ ਹੈ, ਇਹ ਮਰਦਾ ਨਹੀਂ ਕਦੇ। ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਤ ਆਪ ਹੀ ਕਰੈ। ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰੇਸ਼ਟ। ਕੁਛ ਵੀ ਨਹੀਂ ਜੰਮਦਾ, ਕੁਛ ਵੀ ਨਹੀਂ ਮਰਦਾ। ਸਰੀਰ 5 ਤੱਤਾਂ ਤੋਂ ਜੁੜ ਕੇ ਇਕੱਠੇ ਹੋ ਕੇ ਤੇ ਸਰੀਰ ਬਣਦਾ, ਫਿਰ ਤੱਤ ਖਿੰਡ ਜਾਂਦੇ ਨੇ ਜਦੋਂ ਵਿੱਚੋਂ ਆਤਮਾ ਨਿਕਲ ਜਾਂਦੀ। ਸੋ ਹਜ਼ੂਰ ਕਹਿੰਦੇ ਨੇ ਕਹੋ ਨਾਨਕ ਗੁਰ ਖੋਲੇ ਕਪਾਟ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਦੇ ਕਪਾਟ ਪੜਦੇ, ਤਖਤੇ ਕਿਵਾੜ ਪੜਦੇ ਸਤਿਗੁਰਾਂ ਨੇ ਖੋਲ੍ਹ ਦਿੱਤੇ ਨੇ। ਉਹ ਪੜਦੇ ਕਿਹੜੇ ਹਨ? ਆਸਾ ਅੰਦੇਸਾ ਦੋਏ ਪੱਟ, ਜਿਹੜੇ ਆਸਾ ਅਤੇ ਅੰਦੇਸਾ, ਇਹ 2 ਤਖਤੇ ਨੇ। ਇਹਨਾਂ ਦੇ ਉੱਪਰ ਦੇਹ ਅਧਿਆਸ ਦਾ ਕੁੰਡਾ ਲੱਗਾ ਹੋਇਆ ਅਤੇ ਅਗਿਆਨ ਦਾ ਵੱਜਿਆ ਹੋਇਆ ਜੰਦਰਾ। ਸਤਿਗੁਰੂ ਜੀ ਬ੍ਰਹਮ ਵਿੱਦਿਆ ਦੀ ਚਾਬੀ ਰਾਹੀਂ ਉਹ ਅਗਿਆਨ ਦਾ ਜੰਦਰਾ ਖੋਲ੍ਹਦੇ ਨੇ, ਫਿਰ ਦੇਹ ਅਧਿਆਸ ਦਾ ਕੁੰਡਾ ਖੋਲ੍ਹਦੇ ਹਨ। ਫਿਰ ਆਸਾਂ ਦੇਸਾਂ ਦੇ ਪਟ ਤਖਤੇ
ਪਰੇ ਹੋ ਗਏ ਤੇ ਆਤਮਾ ਦਾ ਗਿਆਨ ਹੋਇਆ। ਸਤਿਗੁਰੂ ਜੀ ਨੇ ਜਿਨ੍ਹਾਂ ਦੇ ਕਪਾੜ ਖੋਲ੍ਹ ਦਿੱਤੇ ਨੇ, ਪਰਦੇ ਖੋਲ੍ਹ ਦਿੱਤੇ ਨੇ, ਕਿਵਾੜ ਖੋਲ੍ਹ ਦਿੱਤੇ, ਤਖਤੇ ਪਰਾਂ ਕਰ ਦਿੱਤੇ ਨੇ, ਮੁਕਤ ਭਏ ਬਿਨਸੇ ਭਰਮ ਥਾਟ, ਉਹਨਾਂ ਦੇ ਅੰਦਰੋਂ ਜਿਹੜੀ ਭਰਮਣ ਵਾਲੀ ਭਟਕਣ ਵਾਲੀ ਥਾਟ ਬਨਾਵਟ ਸੀ, ਥਾਟ ਥਾਂ ਨੂੰ ਵੀ ਕਹਿੰਦੇ ਨੇ, ਥਾਟ ਬਨਾਵਟ ਨੂੰ, ਜਿਹੜੀ ਭਰਮਣ ਵਾਲੀ ਭਟਕਣ ਵਾਲੀ ਥਾਟ ਬਨਾਵਟ ਸੀ, ਉਹ ਭਰਮ ਵਾਲੇ ਥਾਟ ਟਿਕਾਣੇ ਸਭ ਬਿਨਸ ਗਏ ਤੇ ਉਹ ਜੀਵ ਮੁਕਤ ਹੋ ਗਏ, ਸੁਤੰਤਰ ਹੋ ਗਏ। ਨਾ ਵਿਕਾਰਾਂ ਦਾ ਬੰਧਨ ਰਿਹਾ, ਨਾ ਜੰਮਣ ਮਰਨ ਦਾ ਰਿਹਾ, ਨਾ ਜਮਾਂ ਦਾ ਕੋਈ ਬੰਧਨ ਰਿਹਾ। ਇਸ ਤਰ੍ਹਾਂ ਉਹ ਸੁਤੰਤਰ ਮੁਕਤ ਹੋ ਗਏ। ਗੌੜੀ ਮਹੱਲਾ ਪੰਜਵਾ। ਗੌੜੀ ਰਾਗਣੀ ਅੰਦਰ ਗੁਰਦੇਵ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਅਗਲਾ ਬਚਨ ਫਰਮਾਉਂਦੇ ਨੇ, ਵੱਡੇ ਵੱਡੇ ਜੋ ਦੀਸਾ ਹੈ ਲੋਕ, ਵੱਡੇ ਵੱਡੇ ਅਮੀਰ ਰਾਜੇ ਮਹਾਰਾਜੇ, ਬੜੀ ਮਾਇਆ ਜਿਨ੍ਹਾਂ ਕੋਲ, ਬੜਾ ਧਨ ਪਦਾਰਥ ਦੌਲਤਾਂ, ਜਿਨ੍ਹਾਂ ਦੇ ਨੌਕਰ ਚਾਕਰ ਬੜੇ, ਫੌਜਾਂ ਬੜੀਆਂ। ਹਜ਼ੂਰ ਕਹਿੰਦੇ ਉਹ ਜਿਹੜੇ ਵੱਡੇ ਵੱਡੇ ਲੋਕ ਦੀਸਾ ਦਿਸਦੇ ਹਨ, ਤਿਨਕੋ ਵਿਆਪੈ ਚਿੰਤਾ ਰੋਗ, ਉਹਨਾਂ ਦੇ ਤਾਈਂ ਚੰਬੜਦਾ ਹੈ ਚਿੰਤਾ ਦਾ ਰੋਗ। ਇਸ ਧਨ ਨੂੰ ਸੰਭਾਲਣਾ ਕਿੱਥੇ ਹੈ, ਕਰਨਾ ਕਿੱਥੇ ਹੈ, ਕੀ ਕਰਨਾ, ਹੁਣ ਕੀ ਕਰਨਾ, ਚਿੰਤਾ ਜੀ ਗਰਸੇ ਰਹਿੰਦੇ ਨੇ, ਦੌੜ ਭਾਜੀ ਬਣੀ ਰਹਿੰਦੀ। ਹਜ਼ੂਰ ਨੇ ਕਿਹਾ ਜਿਸ ਗ੍ਰਹਿ ਬਹੁਤ, ਜਿੱਥੇ ਬਹੁਤਾ ਧਨ ਪਦਾਰਥ ਹੈ ਨਾ, ਤਿਸੈ ਗ੍ਰਹਿ ਚਿੰਤਾ, ਉੱਥੇ ਚਿੰਤਾ ਵੀ ਨਾਲ ਆਉਂਦੀ। ਜਿਸ ਗ੍ਰਹਿ ਥੋੜ੍ਹੀ, ਜਿੱਥੇ ਥੋੜ੍ਹੀ ਆ ਮਾਇਆ, ਸੋ ਫਿਰੈ ਭਰਮੰਤਾ, ਉਸ ਮਾਇਆ ਦੀ ਪ੍ਰਾਪਤੀ ਲਈ ਭਟਕਣਾ 'ਚ ਪਿਆ, ਦੌੜਿਆ ਭੱਜਿਆ ਫਿਰਦਾ, ਭਟਕਦਾ ਫਿਰਦਾ। ਦੁਹੂ ਵਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਆ, ਜਿਹਨੂੰ ਚਿੰਤਾ ਵੀ ਨਹੀਂ ਹੈ ਤੇ ਭਟਕਣਾ ਵਿੱਚ ਵੀ ਨਹੀਂ ਪਿਆ ਹੋਇਆ, ਵਾਹਿਗੁਰੂ ਦੀ ਰਜ਼ਾ ਵਿੱਚ ਖੁਸ਼ ਰਹਿੰਦਾ, ਉਹ ਸੁਹੇਲਾ ਸੁਖੀ ਹੈ। ਕੋਈ ਭਾਲਿਆ ਜਾ ਸਕਦਾ ਸੁਖੀ ਦੁਨੀਆ ਵਿੱਚ। ਇਹ ਮਤ ਸਮਝੋ ਜਿਨ੍ਹਾਂ ਕੋਲ ਮਾਇਆ ਬਹੁਤੀ ਹੈ ਉਹ ਸੁਖੀ ਹੋਣਗੇ। ਨਹੀਂ ਤਿਨਕੋ ਵਿਆਪੈ ਚਿੰਤਾ ਰੋਗ, ਉਹਨਾਂ ਨੂੰ ਚਿੰਤਾ ਰੋਗ ਬਣ ਕੇ ਵਿਆਪਦੀ ਹੈ, ਚੰਬੜਦੀ ਹੈ, ਤੇ ਰੋਗ ਵੀ ਚੰਬੜਦੇ ਨੇ। ਹੰਗਤਾ ਦਾ ਰੋਗ ਚੰਬੜਿਆ ਹੋਇਆ, ਚਿੰਤਾ ਚੰਬੜੀ ਵਿਆਪਦੀ ਹੈ। ਕੌਣ ਵੱਡਾ ਮਾਇਆ ਵਡਿਆਈ, ਮਹਾਰਾਜ ਕਹਿੰਦੇ ਬਾਈ ਮਾਇਆ ਦੀ ਵਡਿਆਈ ਕਰਕੇ ਕੌਣ ਵੱਡਾ ਹੈ, ਭਾਵ ਕੋਈ ਵੀ ਨਹੀਂ। ਸਾਡੀ ਦ੍ਰਿਸ਼ਟੀ ਵਿੱਚ ਜਿਸ ਦੇ ਕੋਲ ਮਾਇਆ ਧਨ ਪਦਾਰਥ ਬਹੁਤਾ ਉਹ ਵੱਡਾ ਹੈ, ਤੇ ਜਿਹੜੇ ਗਰੀਬ ਉਹ ਛੋਟੇ। ਪਰ ਨਹੀਂ, ਹਜ਼ੂਰ ਕਹਿੰਦੇ ਕੌਣ ਵੱਡਾ, ਮਾਇਆ ਦੀ ਵਡਿਆਈ ਕਰਕੇ ਕੌਣ ਵੱਡਾ। ਫਿਰ ਮਹਾਰਾਜ ਤੁਸੀਂ ਦੱਸੋ, ਸੋ ਵੱਡਾ ਜਿਨ ਰਾਮ ਲਿਵ ਲਾਈ, ਜਿਨ ਕੈ ਪੱਲੇ ਧਨ ਵਸੈ ਤਿਨਕਾ ਨਾਉ ਫਕੀਰ, ਜਿਨ੍ਹਾਂ ਦੇ ਪੱਲੇ ਸਿਰਫ ਦੁਨਿਆਵੀ ਧਨ ਦੌਲਤ ਤੇ ਰੱਬ ਦਾ ਨਾਮ ਹੈ ਹੀ ਨਹੀਂ, ਉਹਨਾਂ ਦਾ ਨਾਮ ਅਸਲ ਵਿੱਚ ਫਕੀਰ ਹੈ ਸਾਡੀ ਦ੍ਰਿਸ਼ਟੀ 'ਚ। ਤੇ ਜਿਨ ਕੈ ਹਿਰਦੈ ਤੂੰ ਵਸੈ ਹੈ ਤੇ ਨਰ ਗੁਣੀ ਗਹੀਰ, ਜਿਨ੍ਹਾਂ ਦੇ ਹਿਰਦੇ 'ਚ ਵਾਹਿਗੁਰੂ ਜੀ ਤੁਸੀਂ ਵਸਦੇ ਹੋ ਤੇ ਗੁਣਾਂ ਦੇ ਖਜ਼ਾਨੇ ਨੇ, ਉਹ ਗਰੀਬ ਕਿਵੇਂ ਹੋਏ। ਸੋ ਇੱਥੇ ਵੀ ਹਜ਼ੂਰ ਕਹਿੰਦੇ ਨੇ ਭਾਈ, ਸੋ ਵੱਡਾ ਜਿਨ ਰਾਮ ਲਿਵ ਲਾਈ, ਜਿਸ ਨੇ ਆਪਣੀ ਲਿਵ, ਆਪਣੀ ਸੁਰਤ ਰਾਮ ਦੇ ਚਰਨਾਂ ਨਾਲ ਜੋੜੀ ਹੋਈ ਹੈ, ਜਿਹਦੀ ਸੁਰਤੀ ਦਾ ਪ੍ਰਵਾਹ ਵਾਹਿਗੁਰੂ ਵੱਲ ਜੁੜਿਆ ਰਹਿੰਦਾ ਹੈ, ਵੱਡਾ ਤਾਂ ਉਹ ਹੈ। ਉਹਨੇ ਕੁਝ ਖਟ ਲਿਆ ਜੀਵਨ ਦਾ ਲਾਭ ਰਹਾਓ। ਭੂਮੀਆਂ, ਭੂਮੀ ਉੱਪਰ ਨਿਤ ਲੁੱਝੈ, ਜਿਹੜਾ ਭੂਮੀਆਂ ਜਗੀਰਦਾਰ ਹੈ, ਜ਼ਿਮੀਂਦਾਰ ਹੈ, ਜ਼ਮੀਨ ਦਾ ਮਾਲਕ ਹੈ, ਉਹ ਆਪਣੀ ਭੂਮ ਉੱਪਰ, ਜ਼ਮੀਨ ਉੱਪਰ, ਹਮਰੀ ਭੂਮ ਕੌਣ ਘਾਲੈ ਪੈਰ, ਮੇਰੀ ਜ਼ਮੀਨ 'ਤੇ ਕੌਣ ਪੈਰ ਰੱਖੇ। ਜ਼ਮੀਨ ਦਾ ਵੀ ਬੜਾ ਮਾਣ ਕਰ ਲੈਂਦਾ ਕਈ ਵਾਰੀ, ਤੇ ਬੜੇ ਬੜੇ ਵੱਡੇ ਗਲਤੇ ਮਨੁੱਖ ਕਰ ਲੈਂਦਾ। ਮੈਨੂੰ ਬਾਬਾ ਕੀਰਤਨ ਸਿੰਘ ਸਾਹਿਬ ਨੇ ਬਚਨ ਸੁਣਾਇਆ ਸੀ ਕਿ ਬਾਬਾ ਬਕਾਲਾ ਸਾਹਿਬ ਬਾਬਾ ਗੁਰਮੁਖ ਸਿੰਘ ਜੀ ਰਿਹਾ ਕਰਦੇ ਸੀ, ਉਹਨਾਂ ਦੇ ਵੀ ਦਰਸ਼ਨ ਨਾ ਕੀਤੇ ਸੀ। ਉਹਨਾਂ ਤੋਂ ਬਾਅਦ ਬਣੇ ਸੀ ਬਾਬਾ ਬਿਸ਼ਨ ਸਿੰਘ ਜੀ ਤਰਨਾ ਦਲ ਦੇ ਮੁਖੀ, ਤੇ ਬਾਬਾ ਬਿਸ਼ਨ ਸਿੰਘ ਤੋਂ ਬਾਅਦ ਹੋਏ ਨੇ ਬਾਬਾ ਕੀਰਤਨ ਸਿੰਘ ਜੀ ਮੁਖੀ, ਤਰਨਾ ਦਲ ਦੇ ਜਥੇਦਾਰ। ਪਰ ਉਹਨਾਂ ਨੇ ਬਾਬਾ ਗੁਰਮੁਖ ਸਿੰਘ ਜੀ ਦੇ ਹੁੰਦਿਆਂ ਵੀ ਸੇਵਾ ਕੀਤੀ ਸੀ। ਬਾਬਾ ਕੀਰਤਨ ਸਿੰਘ ਸਾਹਿਬ ਨੇ ਬੜੇ ਅਲਬੇਲੇ ਨੇਤਰ ਸਨ ਤੇ ਬੜੀ ਪ੍ਰੇਮ ਦੀ ਮੂਰਤ ਸਨ ਉਹ ਮਹਾਂਪੁਰਸ਼। ਹੱਥੀਂ ਸੇਵਾ ਕਰਨ ਵਾਲੇ, ਕੋਈ ਮਾਣ ਵਡਿਆਈ ਨਹੀਂ ਆਪਣੀ ਵੀ ਅਸੀਂ ਹੁਣ ਸੰਤਾਂ ਸਾਨੂੰ ਜਥੇਦਾਰਾਂ ਵੱਡੇ, ਨਹੀਂ ਨਹੀਂ, ਐਸੀ ਕੋਈ ਗੱਲ ਹੀ ਨਹੀਂ ਸੁਣਿਆ 'ਚ। ਉਹਨਾਂ ਬਚਨ ਸੁਣਾਇਆ ਸੀ ਕਿ ਬਾਬਾ ਗੁਰਮੁਖ ਸਿੰਘ ਜੀ, ਉਹਨਾਂ ਦੇ ਮੁਖ ਤੋਂ ਜੋ ਬਚਨ ਸੁਤੇ ਸੁਧ ਨਿਕਲਦਾ ਸੀ ਉਹ ਪੂਰਾ ਹੀ ਹੁੰਦਾ ਸੀ। ਉਹ ਇੱਕ ਵਾਰੀ ਘੋੜੇ 'ਤੇ ਚੜ੍ਹੇ ਜਾਣ ਤੇ ਕਿਸੇ ਜ਼ਿਮੀਂਦਾਰ ਦੀ ਪੈਲੀ ਜ਼ਮੀਨ ਦੇ ਬੰਨੇ ਬੰਨੇ ਘੋੜਾ ਲੈ ਕੇ ਜਾ ਰਹੇ ਸੀ, ਤੇ ਉਹ ਜ਼ਿਮੀਂਦਾਰ ਬੜਾ ਅਖੜ ਸੁਭਾਅ ਦਾ ਸੀ ਤੇ ਹੰਕਾਰਿਆ ਸੀ, ਮਸਤਿਆ ਹੋਇਆ ਤੇ ਮੇਰੀ ਜ਼ਮੀਨ ਦੇ ਵਿੱਚ ਦੀ ਕਿਉਂ ਘੋੜਾ ਲੈ ਕੇ ਜਾ ਰਿਹਾ ਨਿਹੰਗ ਸੋ। ਆਵਾਜ਼ਾਂ ਮਾਰੇ, ਓਏ ਨਿਹੰਗਾ, ਓਏ ਨਿਹੰਗਾ ਜੀ ਬੋਲੇ ਨਰਾਦਰ ਨਾਲ। ਜਦੋਂ ਨਾ ਹੀ ਹਟਿਆ ਤੇ ਘੋੜਾ ਥੰਮ ਕੇ ਉਧਰ ਨੂੰ ਵੇਖ ਕੇ ਚੁੱਪ ਕਰ ਓਏ ਜੱਟਾ।
ਫਿਰ ਉਹ ਗੂੰਗਾ ਹੋ ਗਿਆ ਉਸੇ ਵੇਲੇ, ਤੇ 12-13 ਸਾਲ ਉਹ ਗੂੰਗੇ ਦਾ ਗੂੰਗਾ ਰਿਹਾ, ਤੇ ਇਸ ਤਰ੍ਹਾਂ ਉਹਦੀ ਮ੍ਰਿਤੂ ਹੋਈ। ਇਸ ਪ੍ਰਕਾਰ ਭੂਮੀਆਂ ਭੂਮੀ ਉੱਪਰ ਨਿਤ ਲੁੱਝਾ ਮੈਨੇ ਲੁੱਛਦਾ ਤੜਫਦਾ ਝਗੜਦਾ ਲੋਕਾਂ ਨਾਲ। ਲੁੱਝਣਾ ਹੁੰਦਾ ਝਗੜਨਾ, ਲੜਾਈ ਕਰਨੀ। ਭੂਮ ਜ਼ਮੀਨ ਦੀ ਖਾਤਰ ਵੀ ਹੋਰ ਵਧਾ ਲਵਾਂ। ਰਾਜੇ ਮਹਾਰਾਜ ਵੀ ਇੰਝ ਹੀ ਕਰਦੇ ਵੀ ਦੂਜੇ ਦਾ ਦੇਸ਼ ਮੰਨ ਲਵਾਂ, ਦੂਜੇ ਦਾ ਇਲਾਕਾ ਮੰਨ ਲਵਾਂ। ਮਹਾਰਾਜ ਕਹਿੰਦੇ ਜ਼ਮੀਨ ਦੇ ਮਾਲਕ ਸਮਝ ਕੇ ਆਪਣੇ ਆਪ ਨੂੰ ਜ਼ਮੀਨ ਉੱਪਰ ਜ਼ਮੀਨ ਦੀ ਖਾਤਰ ਲੁੱਝਦਾ ਤੜਫਦਾ ਹੈ, ਲੜਦਾ ਝਗੜੇ ਕਰਦਾ ਲੋਕਾਂ ਨਾਲ, ਛੋੜ ਚੱਲਾ। ਅਸਲ ਵਿੱਚ ਤੇ ਫਿਰ ਹੁਣੇ ਸਵਾਸ ਪੂਰੇ ਹੋ ਗਏ ਤੇ ਛੱਡ ਕੇ ਹੀ ਜਾਂਦਾ ਨਾ ਇਸ ਦੁਨੀਆ ਨੂੰ, ਆਪਣੀ ਜ਼ਮੀਨ ਨੂੰ ਛੱਡ ਕੇ ਚਲਿਆ ਜਾਂਦਾ ਹੈ। ਪਰ ਜਦੋਂ ਤੱਕ ਜਿਉਂਦਾ ਤ੍ਰਿਸ਼ਨਾ ਨਹੀਂ ਬੁਝਾ, ਤ੍ਰਿਸ਼ਨਾ ਬੁਝਦੀ ਨਹੀਂ ਹੈ। ਤੇ ਇੰਜ ਹੋ ਸਕਦਾ ਮਰਨ ਲੱਗਿਆਂ ਵੀ ਤ੍ਰਿਸ਼ਨਾ ਨਹੀਂ ਬੁਝੀ, ਤੇ ਫਿਰ ਤ੍ਰਿਸ਼ਨਾ ਨਾਲ ਹੀ ਗਈ, ਤੇ ਉਸ ਤ੍ਰਿਸ਼ਨਾ ਕਰਕੇ ਪਤਾ ਨਹੀਂ ਕਿਹੜੀਆਂ ਜੂਨਾਂ 'ਚ ਪਵੇਗਾ। ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਨੇ ਤਿੱਤਰ ਬੋਲਿਆ ਸੀ ਤੇ ਭਜਨ ਪੜ੍ਹੇ ਸਨ, ਤੇ ਫਿਰ ਦੱਸਿਆ ਸੀ ਕਿ ਜ਼ਿਮੀਂਦਾਰ ਸੀ, ਮਰਨ ਤੋਂ ਬਾਅਦ ਵੀ ਇਸ ਜ਼ਮੀਨ ਦੀ ਮੇਰ ਨਹੀਂ ਛੱਡਦਾ, ਤੇ ਇੱਥੇ ਕਈ ਜਨਮਾਂ 'ਚ ਪਿਆ ਫਿਰਦਾ, ਹੁਣ ਵੀ ਤਿੱਤਰ ਦੀ ਜੂਨ 'ਚ ਪਿਆ ਹੋਇਆ, ਇਸ ਜ਼ਮੀਨ ਦਾ ਖਹਿੜਾ ਨਹੀਂ ਛੱਡਦਾ, ਮੋਹ ਏਡਾ ਜ਼ਬਰਦਸਤ ਹੈ। ਸੋ ਹਜ਼ੂਰ ਕਹਿੰਦੇ ਨੇ ਵੀ ਛੱਡ ਕੇ ਤੇ ਚੱਲਦਾ ਇਸ ਦੁਨੀਆ ਤੋਂ ਜਾਂਦਾ ਜੀਵ, ਪਰ ਜਿਉਂਦਿਆਂ ਤ੍ਰਿਸ਼ਨਾ ਨਹੀਂ ਬੁਝਦੀ ਇਹਦੀ। ਕਹੋ ਨਾਨਕ ਕਿਹੋ ਤਤ ਵਿਚਾਰਾ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਕਹੋ ਇਹ ਬਚਨ, ਅਸੀਂ ਕਹਿੰਦੇ ਹਾਂ ਤੁਸੀਂ ਵੀ ਕਹੋ। ਇਹ ਅਸੀਂ ਤਤ ਵਿਚਾਰਿਆ ਹੈ, ਤਤ ਸਾਰ ਨਿਚੋੜ ਸਿਧਾਂਤ ਵਾਲਾ ਬਚਨ, ਸਿਰੇ ਦਾ ਬਚਨ ਵਿਚਾਰਿਆ ਹੈ। ਬਿਨ ਹਰ ਭਜਨ ਨਾਹੀਂ ਛੁਟਕਾਰਾ। ਹਰੀ ਅਕਾਲ ਪੁਰਖ ਦੇ ਭਜਨ ਤੋਂ ਬਗੈਰ ਜੀਵ ਦਾ ਛੁਟਕਾਰਾ ਹੋਣਾ ਨਹੀਂ, ਜੋ ਮਰਜ਼ੀ ਕਰ ਲਵੇ। ਆਖਰ ਵਾਹਿਗੁਰੂ ਦੀ ਸ਼ਰਨ ਵਿੱਚ ਆਉਣਾ ਪਵੇਗਾ। ਸ਼ਰਨ ਆਵੇ ਪਾਰ ਬ੍ਰਹਮ ਕੀ ਤਾਂ ਫਿਰ ਕਾਹੇ ਝੂਰੇ। ਛੁਟਕਾਰਾ ਤਾਂ ਹੀ ਹੋਣਾ ਜੇ ਵਾਹਿਗੁਰੂ ਦਾ ਭਜਨ ਕਰੇਗਾ। ਤੇ ਹੁਣ ਤਾਂ ਫਿਰ ਮਨੁੱਖਾ ਦੇਹੀ ਮਿਲੀ ਹੋਈ ਹੈ, ਹੁਣ ਤਾਂ ਕਰਨਾ ਹੀ ਚਾਹੀਦਾ। ਇਹ ਉਪਦੇਸ਼ ਸਾਨੂੰ ਦੇ ਰਹੇ ਨੇ। ਗੌੜੀ ਮਹੱਲਾ ਪੰਜਵਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਗੌੜੀ ਰਾਗਣੀ 'ਚ ਬਚਨ ਫਰਮਾਉਂਦੇ ਨੇ, ਪੂਰਾ ਮਾਰਗ ਪੂਰਾ ਇਸ਼ਨਾਨ। ਕਿਉਂਕਿ ਅਗਲੇ ਪਾਸੇ ਨਾਮ ਸੰਬੰਧੀ ਬਚਨ ਆ ਰਹੇ ਨੇ, ਇਸ ਕਰਕੇ ਅਰਥ ਇਹੀ ਬਣਦਾ ਵੀ ਜਿਹੜਾ ਪ੍ਰਮਾਤਮਾ ਦੇ ਨਾਮ 'ਤੇ ਤੁਰਨਾ, ਨਾਮ ਵਾਲੇ ਪਾਸੇ ਲੱਗਣਾ ਹੈ, ਇਹ ਮਾਰਗ ਪੂਰਨ ਹੈ। ਇਹਦੇ 'ਚ ਊਣਤਾ ਹੀ ਨਹੀਂ, ਅਧੂਰਾਪਣ ਨਹੀਂ ਹੈ। ਪੂਰਾ ਇਸ਼ਨਾਨ ਜੋ ਨਾਮ ਸਿਮਰਦਾ ਹੈ ਉਹਦਾ ਹੀ ਪੂਰਨ ਤੌਰ 'ਤੇ ਤੀਰਥ ਇਸ਼ਨਾਨ ਹੋਇਆ। ਤੀਰਥਾਂ ਦਾ ਇਸ਼ਨਾਨ ਪੂਰਾ ਇਹ ਹੀ ਹੈ ਜੋ ਵਾਹਿਗੁਰੂ ਦਾ ਸਿਮਰਨ ਕਰਨਾ। ਸਭ ਕੁਛ ਪੂਰਾ ਹਿਰਦਾ ਨਾਮ। ਹਿਰਦੇ ਅੰਦਰ ਪ੍ਰਮਾਤਮਾ ਦਾ ਨਾਮ ਹੈ ਤੇ ਸਾਰੇ ਕੰਮ ਕੀਤੇ ਪੂਰੇ ਨੇ। ਜੋ ਕੁਛ ਵੀ ਕੀਤਾ ਹੈ ਉਹ ਪੂਰਾ ਹੈ, ਅਧੂਰਾ ਨਹੀਂ ਹੈ। ਪੂਰੀ ਰਹੀ ਜਾਂ ਪੂਰਾ ਰੱਖੀ। ਪੂਰਨ ਤੌਰ 'ਤੇ ਇੱਜ਼ਤ ਪੈਜ ਪ੍ਰਤੱਗਿਆ ਉਹਦੀ ਰਹੀ ਜਿਹਦੀ ਪੂਰੇ ਪ੍ਰਮਾਤਮਾ ਨੇ ਰੱਖ ਲਈ ਕਾਇਮ। ਵਾਹਿਗੁਰੂ ਨੇ ਪੈਜ ਰੱਖੀ, ਇੱਜ਼ਤ ਰੱਖੀ ਤਾਂ ਪੂਰੀ ਇੱਜ਼ਤ ਰਹੀ। ਪਾਰ ਬ੍ਰਹਮ ਕੀ ਸ਼ਰਨ ਜਨ ਤਾਕੀ। ਤਾਕੀ ਪਾਠ ਇਕੱਠਾ, ਤਾਕੀ ਮਾਨੇ ਤੱਕੀ। ਜਿਹੜੇ ਜਨ ਨੇ ਪਾਰ ਬ੍ਰਹਮ ਪਰਮਾਤਮਾ ਦੀ ਸ਼ਰਨ ਤਕਾਈ ਹੈ, ਸ਼ਰਨ ਤੱਕੀ ਹੈ, ਓਟ ਲਈ ਹੈ, ਸ਼ਰਨ ਗ੍ਰਹਿਣ ਕੀਤੀ ਹੈ, ਉਹਦੀ ਹੀ ਪੂਰਨ ਪੈਜ ਪ੍ਰਤੱਗਿਆ ਵਾਹਿਗੁਰੂ ਨੇ ਰੱਖੀ ਕਾਇਮ। ਰਹਾਓ ਪੂਰਾ ਸੁਖ ਪੂਰਾ ਸੰਤੋਖ। ਉਹਨੂੰ ਪੂਰਨ ਤੌਰ 'ਤੇ ਸੁਖ ਮਿਲਿਆ, ਉਹਦੇ ਅੰਦਰ ਪੂਰਨ ਮੁਕੰਮਲ ਤੌਰ 'ਤੇ ਸੰਤੁਸ਼ਟੀ ਹੈ। ਮਨ ਕਰਕੇ ਵੀ ਸੰਤੋਖ ਹੈ ਤੇ ਬਾਣੀ ਬਚਨਾਂ ਕਰਕੇ ਵੀ ਸੰਤੋਖ ਹੀ ਸੰਤੋਖ ਹੈ। ਉਹ ਕਿਸੇ ਕੋਲੋਂ ਕੁਛ ਮੰਗਦਾ ਨਹੀਂ। ਪੂਰਾ ਤਪ ਪੂਰਨ ਰਾਜ ਯੋਗ। ਉਹਦਾ ਸਿਮਰਨ ਕਰਨ ਕਰਕੇ ਮਨ ਨੂੰ ਤਪ ਵੀ ਪੂਰਾ ਹੈ, ਤਪ ਪੂਰਾ ਹੋ ਗਿਆ। ਪੂਰਨ ਤੌਰ 'ਤੇ ਉਹ ਰਾਜ ਵੀ ਭੋਗ ਰਿਹਾ ਤੇ ਪੂਰਨ ਤੌਰ 'ਤੇ ਯੋਗ ਪਰਮਾਤਮਾ ਵਿੱਚ ਜੁੜਿਆ ਹੋਇਆ। ਹਰ ਕੈ ਮਾਰਗ ਪਤਤ ਪੁਨੀਤ। ਹਰੀ ਪਰਮਾਤਮਾ ਦੇ ਸਿਮਰਨ ਵਾਲੇ ਮਾਰਗ 'ਤੇ ਚੱਲਣ ਕਰਕੇ ਪਤਤ ਜੀਵ, ਵਿਕਾਰਾਂ 'ਚ ਡਿੱਗ ਰਹੇ ਡੁੱਬ ਰਹੇ ਜੀਵ ਵੀ ਪੁਨੀਤ ਪਵਿੱਤਰ ਹੋ ਜਾਂਦੇ ਨੇ। ਫਿਰ ਪੂਰੀ ਸੋਭਾ, ਪੂਰਨ ਤੌਰ 'ਤੇ ਉਸ ਵਿਅਕਤੀ ਦੀ ਸੋਭਾ ਹੈ ਦੋਵਾਂ ਜਹਾਨਾਂ 'ਚ। ਪੂਰਾ ਲੌਕਿਕ, ਲੌਕਿਕ ਜਿਹੜੀ ਲੋਕਾਂ 'ਚ ਵਿਹਾਰ ਆ ਉਹਦਾ, ਲੋਕਾਂ ਦੇ ਨਾਲ ਉਹ ਵੀ ਪੂਰਾ ਵਿਹਾਰ ਉਹ ਕਰਦਾ ਦੁਨੀਆ 'ਚ। ਲੋਕਾਂ ਦੇ ਵਿੱਚ ਵੀ ਉਹਦਾ ਪੂਰਨ ਵਿਹਾਰ ਜਿਹੜਾ ਹੈ ਚੰਗਾ ਹੈ, ਯਾਨੀ ਸਭ ਵਿੱਚ ਮੁਕੰਮਲ ਤੌਰ 'ਤੇ ਜੀਵਨ ਨੂੰ ਬਤੀਤ ਕਰ ਰਿਹਾ ਹੈ। ਜੰਝ ਕਹਿ ਲਓ ਅਗਲੇ ਜਹਾਨ ਵਿੱਚ ਵੀ ਸੋਭਾ ਪੂਰੀ ਹੈ ਤੇ ਲੋਕਾਂ 'ਚ, ਸੰਸਾਰ 'ਚ, ਇਸ ਲੋਕ ਵਿੱਚ ਵੀ ਪੂਰੀ ਹੈ। ਕਰਨਹਾਰ ਸਦ ਵਸੈ ਹਦੂਰਾ। ਹਜ਼ੂਰ ਕਹਿੰਦੇ ਨੇ ਕਰਨਹਾਰ ਪਰਮਾਤਮਾ ਸਦਾ ਹਦੂਰ, ਬਿਲਕੁਲ ਨੇੜੇ ਸਾਹਮਣੇ ਵਸਦਾ ਹੈ। ਕਹੋ ਨਾਨਕ ਮੇਰਾ ਸਤਿਗੁਰ ਪੂਰਾ। ਜਿਹਨੂੰ ਮੇਰਾ ਪੂਰਾ ਸਤਿਗੁਰੂ ਮਿਲਿਆ ਹੈ
ਉਹਦੇ ਵਾਸਤੇ ਕਰਨਹਾਰ ਪ੍ਰਮਾਤਮਾ ਸਦ ਸਦਾਈ ਵਸਦਾ ਹੈ ਹਦੂਰ। ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਨੇੜੇ ਤੇ ਹਜੂਰ ਸਾਹਮਣੇ। ਜਿਹਦੇ ਤਾਈਂ ਪੂਰਾ ਸਤਿਗੁਰੂ ਤੁੱਠਾ ਹੈ, ਮਿਲ ਪਿਆ ਹੈ, ਉਹਦੇ ਵਾਸਤੇ ਕਰਨਹਾਰ ਪ੍ਰਮਾਤਮਾ ਹਮੇਸ਼ਾ ਸਾਹਮਣੇ ਵਸਦਾ ਹੈ, ਉਹਨੂੰ ਪ੍ਰਾਪਤੀ ਹੈ ਵਾਹਿਗੁਰੂ ਦੀ। ਗੌੜੀ ਮਹੱਲਾ ਪੰਜਵਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਅਗਲਾ ਸ਼ਲੋਕ ਸ਼ਬਦ ਉਚਾਰਦੇ ਹਨ। ਸੰਤ ਕੀ ਧੂਰ ਮਿਟੇ ਅਗ ਕੋਟ। ਸੰਤ ਸਤਿਗੁਰਾਂ ਦਾ ਵਾਚਕ ਵੀ ਹੈ ਤੇ ਸੰਤ ਪੂਰਨ ਮਹਾਤਮਾ, ਸਤਿਗੁਰੂ ਦੀ ਬਖਸ਼ਿਸ਼ ਵਾਲੇ। ਸੰਤ ਸਤਿਗੁਰੂ ਦੀ ਜਾਂ ਸਤਿਗੁਰੂ ਦੇ ਪਿਆਰੇ ਸੰਤ ਦੀ ਚਰਨ ਧੂੜ ਪ੍ਰਾਪਤ ਕਰਕੇ ਮਿਟ ਗਏ ਅਗ ਕੋਟ। ਅਗ ਮੈਨੇ ਪਾਪ, ਕੋਟ ਮੈਨੇ ਕਰੋੜਾਂ। ਜਿਹਨੇ ਸੰਤ ਦੀ ਧੂੜ ਪ੍ਰਾਪਤ ਕੀਤੀ, ਭਾਵ ਸੰਤ ਪ੍ਰਤੀ ਸ਼ਰਧਾ ਰੱਖੀ, ਸੰਤ ਦੀ ਸੇਵਾ ਕੀਤੀ, ਸੰਤ ਸਤਿਗੁਰੂ ਦੀ ਸ਼ਰਨ ਜਿਹੜਾ ਪਿਆ, ਉਹਦੇ ਕਰੋੜਾਂ ਪਾਪ ਮਿਟ ਗਏ। ਸੰਤ ਪ੍ਰਸਾਦ ਜਨਮ ਮਰਨ ਤੇ ਛੋਟ। ਜਦੋਂ ਸੰਤ ਸਤਿਗੁਰੂ ਜੀ ਪ੍ਰਸੰਨ ਹੋ ਗਏ, ਰੱਬ ਦਾ ਸੰਤ ਪ੍ਰਸੰਨ ਹੋਇਆ, ਤੇ ਫਿਰ ਉਹਦੀ ਕਿਰਪਾ ਨਾਲ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰਪ੍ਰਸਾਦੀ ਤਰੀਏ। ਜਨਮ ਮਰਨ ਤੋਂ ਛੋਟ ਛੁਟਕਾਰਾ ਹੋ ਗਿਆ, ਉਹ ਜੰਮਣ ਮਰਨ ਤੋਂ ਛੁੱਟ ਗਿਆ। ਸੰਤ ਕਾ ਦਰਸ ਪੂਰਨ ਇਸ਼ਨਾਨ। ਜਿਹੜਾ ਰੱਬ ਦੇ ਸੰਤ ਦਾ ਦਰਸ਼ਨ ਕਰਨਾ, ਇਹ ਪੂਰਾ ਤੀਰਥ ਇਸ਼ਨਾਨ ਸਮਝੋ, ਅਸਲ ਤੀਰਥ ਦੇ ਇਸ਼ਨਾਨ ਇਹ ਪੂਰਾ। ਇੱਕ ਭਜਨ ਯਾਦ ਆਇਆ, ਸੰਤ ਗਿਆਨੀ ਸੁੰਦਰ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ ਬੋਪਾ ਰਾਏ ਲੁਧਿਆਣੇ ਜ਼ਿਲ੍ਹੇ ਜਿਹੜਾ ਨਗਰ ਹੈ, ਉੱਥੇ ਇੱਕ ਸਿੰਘ ਨੇ ਬੇਨਤੀ ਕੀਤੀ। ਉਹ ਨਵਾਂ ਸਿੰਘ ਆਇਆ ਸੀ ਤੇ ਉਹਦੇ ਮਨ 'ਤੇ ਕੁਛ ਪ੍ਰਭਾਵ, ਸ਼ਾਇਦ ਉਹ ਸਨਾਤਨ ਮਤ ਵੱਲੋਂ ਇੱਧਰ ਆਇਆ ਸੀ ਤੇ ਉਹਦੇ ਮਨ 'ਤੇ ਪ੍ਰਭਾਵ ਭਈ ਕੁੰਭ ਦਾ ਮੇਲਾ ਲੱਗਦਾ ਹਿੰਦੁਸਤਾਨ 'ਚ 12 ਸਾਲਾਂ ਬਾਅਦ, ਕਦੇ ਨਾਸਕ, ਕਦੇ ਇਲਾਹਾਬਾਦ, ਕਦੇ ਹਰਿਦੁਆਰ। ਇੰਝ ਤੇ ਉਹਨੇ ਕਿਹਾ ਵੀ ਮੈਂ ਕੁੰਭ ਦੇ ਮੇਲੇ ਜਾਣਾ। ਕੁੰਭ ਦਾ ਇਸ਼ਨਾਨ ਕਹਿੰਦੇ ਬੜਾ ਮਹਾਨਤਾ ਰੱਖਦਾ। ਤੇ ਮਹਾਂਪੁਰਸ਼ ਕਹਿੰਦੇ ਕੋਈ ਗੱਲ ਨਹੀਂ ਸਿੰਘਾ, ਤੈਨੂੰ ਕੁੰਭ ਦਾ ਇਸ਼ਨਾਨ ਕਰਾਵਾਂਗੇ। ਤੇ ਉਹ ਕੁੰਭ ਦਾ ਮੇਲਾ ਨੇੜੇ ਆ ਗਿਆ। ਫਿਰ ਕਿਹਾ, ਮਹਾਂਪੁਰਸ਼ਾਂ ਕਿਹਾ ਕਰਾਵਾਂਗੇ ਇਸ਼ਨਾਨ। ਉਹ ਬਿਲਕੁਲ ਜਿੱਦਣ ਮੇਲਾ ਹੀ ਆ ਗਿਆ, ਉਹ ਕਹਿਣ ਲੱਗਾ ਜੀ ਤੁਸੀਂ ਟਾਲ ਹੀ ਛੱਡਿਆ, ਮੈਨੂੰ ਜਾਣ ਨਹੀਂ ਦਿੱਤਾ ਤੇ ਕੁੰਭ ਦਾ ਇਸ਼ਨਾਨ ਨਹੀਂ ਕਰਾਇਆ। ਮਹਾਂਪੁਰਸ਼ ਕਹਿੰਦੇ ਵੀ ਵਚਨ ਕੀਤਾ ਹੋਇਆ ਨਿਭਾਵਾਂਗੇ, ਕੁੰਭ ਦਾ ਇਸ਼ਨਾਨ ਤੈਨੂੰ ਕਰਾਵਾਂਗੇ। ਚੁੱਪ ਕਰ ਗਿਆ। ਅੱਧੀ ਰਾਤ ਨਾਲ 12 ਵਜੇ ਤੋਂ ਬਾਅਦ ਮਹਾਂਪੁਰਸ਼ਾਂ ਨੇ ਉਹਨੂੰ ਸੁੱਤੇ ਨੂੰ ਉਠਾ ਕੇ ਕਹਿਣ ਲੱਗੇ ਮੇਰੇ ਮਗਰ ਆ ਜਾ। ਤੇ ਉਹਨਾਂ ਨੇ ਤੋਰ ਲਿਆ ਮਗਰ ਲਾ ਕੇ। ਮਹਾਂਪੁਰਸ਼ ਕਹਿੰਦੇ ਕੱਪੜੇ ਲਾ ਤੇ ਸਣ ਕੇ ਅਸੀਂ ਇਸ਼ਨਾਨ ਕਰਾਉਣਾ ਤੇਰਾ। ਤੇ ਆਪ ਖੂਹ ਦੀ ਗਾਦੀ ਫੜ ਕੇ ਗੇੜਨ ਲੱਗ ਪਏ, ਖੂਹ ਚਲਾਉਣ ਲੱਗ ਪਏ। ਕਹਿੰਦੇ ਵੀ ਆ ਚਬੱਚਾ ਬੰਦ ਕਰਕੇ ਤੇ ਤੂੰ ਥੱਲੇ ਆਪਣਾ ਸਿਰ ਕਰਕੇ ਕੇਸੀ ਇਸ਼ਨਾਨ ਕਰਨਾ। ਤੇ ਕੇਸੀ ਇਸ਼ਨਾਨ ਕਰਾਇਆ ਤੇ ਉਹ ਦੱਸਦਾ ਸੀ ਸਿੰਘ ਭਈ ਮੇਰੇ ਸਿਰ ਤੋਂ ਜਿਵੇਂ ਇੱਕ ਪੰਡ ਲੈਂਦੀ ਹੈ ਨਾ, ਇੰਜ ਭਾਰ ਲੱਥ ਗਿਆ। ਤੇ ਉਦੋਂ ਤੋਂ ਲੈ ਕੇ ਅੱਜ ਤੱਕ ਮੇਰਾ ਸਰੀਰ ਇੰਜ ਆ ਜਿਵੇਂ ਉੱਡਦਾ ਫਿਰਦਾ, ਹਲਕਾ ਫੁਲਕਾ। ਤੇ ਫਿਰ ਜਦੋਂ ਇਸ਼ਨਾਨ ਕਰਾ ਹਟੇ ਤੇ ਮਹਾਂਪੁਰਸ਼ ਕਹਿੰਦੇ ਆ ਪਾਣੀ ਹੁਣ ਜਲ ਜਿਹੜਾ ਬਾਹਰ ਕੱਢ ਦੇ। ਤੇ ਜਦੋਂ ਤੱਕ ਸਾਡਾ ਸਰੀਰ ਹੈ ਇਹ ਵਚਨ ਕਿਸੇ ਨੂੰ ਦੱਸਣਾ ਨਹੀਂ। ਇਹ ਹੀ ਕੁੰਭ ਦਾ ਇਸ਼ਨਾਨ ਜਿਹੜਾ ਤੈਨੂੰ ਕਰਾਇਆ ਅਸਲੀ ਇਸ਼ਨਾਨ, ਇਹ ਹੁਣ ਤੇਰੇ ਸਾਰੇ ਕਰਮ ਮੇਟ ਦਿੱਤੇ ਨੇ, ਤੂੰ ਮੁਕਤ ਹੋਏਗਾ। ਤੂੰ ਕੁੰਭ ਦੇ ਇਸ਼ਨਾਨ ਦੀ ਜਾਚਨਾ ਕੀਤੀ ਸੀ ਨਾ, ਕੁੰਭ ਦਾ ਇਸ਼ਨਾਨ ਇਹ ਹੈ। ਰੱਬ ਦੇ ਸੰਤ ਦਾ ਦਰਸ਼ਨ ਹੀ ਭਾਵਨਾ ਨਾਲ ਕੋਈ ਕਰੇ ਤੇ ਬਹੁਤ ਵੱਡੇ ਫਲ ਪ੍ਰਾਪਤ ਹੁੰਦੇ ਨੇ। ਰੱਬ ਦਾ ਨਾਮ ਚੇਤੇ ਆਉਂਦਾ, ਆਵੈ ਸਾਹਿਬ ਚਿੱਤ ਤੇਰੇ ਆ ਭਗਤਾਂ ਡਿਠਿਆ। ਸੰਤ ਕਾ ਦਰਸ ਪੂਰਨ ਇਸ਼ਨਾਨ। ਸੰਤ ਕਿਰਪਾ ਤੇ ਜਪਿਆ ਨਾਮ। ਹੋਵੇ ਸਹੀ ਸੰਤ, ਉਹਦੀ ਕਿਰਪਾ ਹੋ ਜਾਏ, ਉਹ ਟੁੱਟ ਪਏ, ਪ੍ਰਸੰਨ ਹੋ ਜਾਏ ਕਿਸੇ ਵਚਨ ਤੋਂ, ਸੇਵਾ ਤੋਂ, ਤਾਂ ਅਸੀਂ ਨਾਮ ਜਪਣ ਲੱਗ ਪੈਂਦੇ ਹਾਂ। ਸੰਤ ਸਤਿਗੁਰੂ ਦੀ ਕਿਰਪਾ ਨਾਲ, ਸੰਤ ਗੁਰੂ ਕੇ ਪਿਆਰਿਆਂ ਦੀ ਕਿਰਪਾ ਨਾਲ ਜਪੀਦਾ ਪਰਮੇਸ਼ਰ ਦਾ ਨਾਮ। ਸੰਤ ਦੀ ਪ੍ਰਸੰਨਤਾ ਵਿੱਚ ਇਹ ਭੇਦ ਛੁਪਿਆ ਹੋਇਆ ਰਹਾਓ। ਸੰਤ ਕੈ ਸੰਗ ਮਿਟਿਆ ਅਹੰਕਾਰ। ਜੋ ਸੰਤ ਅਹੰਕਾਰ ਤੋਂ ਰਹਿਤ ਹੁੰਦਾ ਹੀ ਸੰਤ ਉਹ ਹੈ। ਉਹਦੀ ਸੰਗਤ 'ਚ ਰਹਿ ਕੇ ਹੰਕਾਰ ਮਿਟਦਾ ਹੈ। ਸੰਤ ਦੀ ਸੰਗਤ ਜਿਹਨੇ ਕੀਤੀ, ਗੁਰੂ ਸੰਤ ਦੀ ਸੰਗਤ ਵਿੱਚ ਹੰਕਾਰ ਮਿਟ ਗਿਆ। ਦ੍ਰਿਸ਼ਟ ਆਵੈ ਸਭ ਏਕ ਓਂਕਾਰ। ਹੁਣ ਦ੍ਰਿਸ਼ਟੀ ਨਜ਼ਰ ਵਿੱਚ ਆਉਂਦਾ ਹੈ ਇੱਕੋ ਇੱਕ ਓਂਕਾਰ ਪ੍ਰਮਾਤਮਾ, ਇੱਕੋ ਵਾਹਿਗੁਰੂ ਜਿਹਦਾ ਸਾਰਾ ਆਕਾਰ ਹੈ, ਪਸਾਰਾ ਹੈ। ਉਹ ਅਕਾਲ ਪੁਰਖ ਹੀ ਦ੍ਰਿਸ਼ਟੀ ਆਉਂਦਾ ਹੈ। ਸੰਤ ਸੋ ਪ੍ਰਸੰਨ ਆਏ ਵਸ ਪੰਚਾ। ਜਦੋਂ ਸੰਤ ਸੋ ਭਲੀ ਪ੍ਰਕਾਰ ਪ੍ਰਸੰਨ ਹੋਇਆ ਤੇ ਵਸ ਵਿੱਚ ਆ ਗਏ ਪੰਜੇ, ਕਾਮ ਕ੍ਰੋਧ ਮੋਹ ਲੋਭ ਹੰਕਾਰ। ਅੰਮ੍ਰਿਤ ਨਾਮ ਹਿਰਦੈ ਲੈ ਸੰਚਾ।
ਸੰਚਾ ਮੈਨੇ ਇਕੱਠਾ ਕੀਤਾ। ਅੰਮ੍ਰਿਤ ਆਤਮਿਕ ਮੌਤ ਨੂੰ ਮਾਰ ਦੇਣ ਵਾਲਾ, ਆਤਮਿਕ ਜ਼ਿੰਦਗੀ ਪ੍ਰਦਾਨ ਕਰਨ ਵਾਲਾ ਵਾਹਿਗੁਰੂ ਦਾ ਨਾਮ ਪ੍ਰਾਪਤ ਕਰਕੇ ਹਿਰਦੇ 'ਚ ਸੰਚਾ ਜਮ੍ਹਾਂ ਕਰ ਲਿਆ, ਇਕੱਠਾ ਕਰ ਲਿਆ ਅਸੀਂ। ਜਿਸ ਵੀ ਗੁਰਮੁਖ ਨੇ ਸੰਤ ਦੀ ਸੰਗਤ ਕੀਤੀ, ਜਿਹਦੇ ਤੇ ਸੰਤ ਭਲੀ ਪ੍ਰਕਾਰ ਪ੍ਰਸੰਨ ਹੋਏ, ਉਹਦੇ ਅੰਦਰ ਕਾਮ ਕ੍ਰੋਧ ਮੋਹ ਲੋਭ ਹੰਕਾਰ ਵਸ ਵਿੱਚ ਆ ਗਏ। ਇੱਕ ਵਾਹਿਗੁਰੂ ਦਾ ਅੰਮ੍ਰਿਤ ਨਾਮ ਉਹਨੇ ਲੈ ਕੇ ਹਿਰਦੇ 'ਚ ਇਕੱਠਾ ਕਰ ਲਿਆ। ਕਹੋ ਨਾਨਕ ਜਾ ਕਾ ਪੂਰਾ ਕਰਮ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਭਾਈ ਜਿਸ ਦਾ ਪੂਰਾ ਕਰਮ ਹੈ, ਜਿਸ ਦਾ ਪੂਰਬਲੇ ਜਨਮਾਂ ਦਾ ਕਰਮ ਕੋਈ ਮਹਾਨ ਕੀਤਾ ਹੈ, ਜਿਨ ਪੂਰਨ ਭਾਗ ਭਏ ਜਿਸ ਪ੍ਰਾਣੀ, ਜਿਵੇਂ ਬਚਨ ਹਨ, ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਜਾ ਕਾ ਪੂਰਾ ਕਰਮ, ਜਿਸ ਦਾ ਕਰਮ ਪੂਰਾ ਹੈ, ਭਾਗ ਪੂਰਾ ਹੈ, ਤਿਸ ਭੇਟੇ ਸਾਧੂ ਕੇ ਚਰਨ। ਤਿਸ ਨੇ ਭੇਟੇ ਪ੍ਰਾਪਤ ਕੀਤੇ ਸਾਧੂ ਸਤਿਗੁਰਾਂ ਦੇ ਚਰਨ, ਸਾਧੂ ਗੁਰਮੁਖ ਪਿਆਰਿਆਂ ਦੇ ਚਰਨਾਂ ਦੀ ਧੂੜ ਉਹਨੇ ਪ੍ਰਾਪਤ ਕੀਤੀ, ਉਹਨਾਂ ਦੇ ਚਰਨਾਂ 'ਚ ਨਿਵਾਸ ਪ੍ਰਾਪਤ ਕੀਤਾ, ਸੰਤ ਦੀ ਸੰਗਤ ਉਹਨੂੰ ਮਿਲੀ ਤੇ ਉਹਦਾ ਪਾਰ ਉਤਾਰਾ ਹੋਇਆ। ਇਹ ਪਰਮ ਪਵਿੱਤਰ ਉਪਦੇਸ਼ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਸਤਿਗੁਰੂ ਜੀ ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ ਜੀ, ਅੱਗੇ ਵਾਸਤੇ ਸੁਮਤ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।